ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਸਤਿੰਦਰ ਸਿੰਘ ਤੁਹਾਡਾ ਸਾਰਿਆਂ ਦਾ ਤਕਨੀਕੀ ਗੱਲਾਂ ਸ਼ੋਅ ਦੇ ਵਿੱਚ ਬਹੁਤ-ਬਹੁਤ ਸਵਾਗਤ ਕਰਦਾ ਹਾਂ। ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਹਰ ਵੀਕਐਂਡ ਤੇ ਤੁਹਾਨੂੰ ਇੱਕ ਡਿਵੈਲਪਰ ਦੇ ਨਾਲ, ਇੱਕ ਐਕਸਪਰਟ ਦੇ ਨਾਲ, ਜਿਹੜਾ ਕਿ ਇੰਡਸਟਰੀ ਦੇ ਵਿੱਚ ਕੰਮ ਕਰ ਰਿਹਾ ਹੈ, ਉਹਨਾਂ ਦੇ ਨਾਲ ਮਿਲਵਾਉਂਦੇ ਆ, ਤਾਂ ਕਿ ਤੁਹਾਨੂੰ ਆਪਾਂ ਨੂੰ ਇਹ ਚੀਜ਼ ਦਾ ਪਤਾ ਲੱਗੇ ਕਿ ਇੰਡਸਟਰੀ ਦੇ ਵਿੱਚ ਕਿੱਦਾਂ ਦਾ ਕੰਮ ਹੋ ਰਿਹਾ ਹੈ, ਸਾਡੀ ਗਰੋਥ ਇੰਡਸਟਰੀ ਦੇ ਵਿੱਚ ਕਿਵੇਂ ਦੀ ਰਹੇਗੀ ਤੇ ਅਸੀਂ ਇੰਡਸਟਰੀ ਦੇ ਵਿੱਚ ਕਿਵੇਂ ਜੌਬ ਲੈ ਸਕਦੇ ਹਾਂ। ਸੋ ਜਿਹੜੀ ਇਹ ਵੀਡੀਓ ਹੈ, ਇਹ ਜਿਨ੍ਹਾਂ ਦਾ 1-2 ਸਾਲ ਦਾ ਐਕਸਪੀਰੀਅੰਸ ਹੈ, ਜਾਂ ਜਿਹੜੇ ਸਟੂਡੈਂਟ ਨੇ, ਜਿਹੜੇ ਸਟੱਡੀ ਕਰ ਰਹੇ ਨੇ ਇੰਜੀਨੀਅਰਿੰਗ ਦੇ ਵਿੱਚ, BCA ਦੇ ਵਿੱਚ, MCA ਦੇ ਵਿੱਚ, ਸਾਰਿਆਂ ਲਈ ਬਹੁਤ ਜ਼ਰੂਰੀ ਹੈ। ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਸੋ ਅੱਜ ਜਿਹੜੀ ਪਰਸਨੈਲਿਟੀ, ਜਿਹੜੀ ਸ਼ਖਸੀਅਤ ਮੇਰੇ ਨਾਲ ਨੇ, ਉਹਨਾਂ ਦਾ ਨਾਮ ਹੈ ਧੀਰਜ ਕੱਕੜ। ਤੇ ਉਹ ਇੱਕ ਨਾਰਮਲ ਜੇ ਕਾਲਜ ਤੋਂ ਉਹਨਾਂ ਨੇ ਆਪਣਾ ਜਿਹੜਾ ਟੈਕਨੀਕਲ ਜਰਨੀ ਹੈ ਜਿਹੜੀ ਸਟਾਰਟ ਕੀਤੀ ਸੀਗੀ, ਬਟ ਅੱਜ ਉਹ ਇੱਕ MNC ਕੰਪਨੀ ਦੇ ਵਿੱਚ ਜੌਬ ਕਰ ਰਹੇ ਨੇ। ਉਹਨਾਂ ਦੀ ਜਿਹੜੀ ਕਰੰਟ ਕੰਪਨੀ ਆ ਸਟੀਰਲਾਈਟ ਟੈਕਨੋਲੋਜੀ ਆ, ਜਿਹੜੀ ਕਿ ਆਪਟੀਕਲ ਫਾਈਬਰ ਦੀ ਬਹੁਤ ਵੱਡੀ ਜਾਇੰਟ ਕੰਪਨੀ ਹੈ ਇੰਡੀਆ ਦੇ ਵਿੱਚ। ਰਿਲਾਇੰਸ ਦੇ ਨਾਲ, ਏਅਰਟੈਲ ਦੇ ਨਾਲ, ਹੋਰ ਵੀ ਬਹੁਤ ਸਾਰੀਆਂ ਕੰਪਨੀਆਂ ਦੇ ਨਾਲ ਉਹ ਕੰਮ ਕਰਦੀ ਹੈ। ਈਵਨ ਕਿ ਜਿਹੜੇ ਗਵਰਨਮੈਂਟ ਦੇ ਪ੍ਰੋਜੈਕਟ ਨੇ ਉਹਨਾਂ ਦੇ ਵਿੱਚ ਵੀ ਬਹੁਤ ਵੱਡਾ ਰੋਲ ਅਦਾ ਕਰ ਰਹੀ ਹੈ। ਸੋ ਆਪਾਂ ਅੱਜ ਧੀਰਜ ਜੀ ਤੋਂ ਜਾਣਾਂਗੇ ਕਿ ਉਹਨਾਂ ਨੇ ਜਿਹੜਾ ਕਰੀਅਰ ਹੈਗਾ ਉਹ ਕਿਵੇਂ ਸਟਾਰਟ ਕੀਤਾ ਇੰਡਸਟਰੀ ਦੇ ਵਿੱਚ, ਕਿਵੇਂ ਦਾ ਉਹਨਾਂ ਦਾ ਐਕਸਪੀਰੀਅੰਸ ਰਿਹਾ, ਤੇ ਉਹਨਾਂ ਦੇ ਐਕਸਪੀਰੀਅੰਸ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਸਕਦਾ। ਸੋ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ। ਸੋ ਧੀਰਜ ਜੀ, ਸਾਰਿਆਂ ਤੋਂ ਪਹਿਲਾਂ ਮੈਂ ਤੁਹਾਡਾ ਸਵਾਗਤ ਕਰਦਾ ਹਾਂ, ਤੇ ਤੁਹਾਡਾ ਜਿਹੜਾ ਤੁਸੀਂ ਸਾਨੂੰ ਟਾਈਮ ਦਿੱਤਾ ਹੈ ਸ਼ੋਅ ਦੇ ਵਿੱਚ ਆਉਣ ਦਾ, ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਥੈਂਕ ਯੂ ਸਤਿੰਦਰ ਜੀ। ਸੋ ਧੀਰਜ ਜੀ, ਸਾਰਿਆਂ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਤੁਸੀਂ ਜਿਹੜਾ ਆਪਣਾ ਕਰੀਅਰ ਹੈ ਉਹ ਕਿਹੜੇ ਕਾਲਜ ਤੋਂ ਤੁਸੀਂ ਸਟੱਡੀ ਕੀਤੀ, ਤੇ ਜਿਹੜੀ ਤੁਹਾਡੀ ਫਸਟ ਜੌਬ ਸੀਗੀ ਉਹਦੇ ਲਈ ਤੁਸੀਂ ਕਿਵੇਂ ਪ੍ਰਿਪੇਅਰ ਕੀਤਾ? ਮੇਰਾ ਕਾਲਜ ਪਹਿਲਾਂ GITM ਤੋਂ ਸਟਾਰਟ ਕੀਤਾ ਸੀ। ਮੈਂ 2012 ਦੇ ਵਿੱਚ ਮੈਂ ਆਪਣੀ BTech ਗ੍ਰੈਜੂਏਸ਼ਨ ਸਟਾਰਟ ਕੀਤੀ ਸੀ। ਮੇਰੀ ਜਿਹੜੀ ਸਟਰੀਮ ਸੀ ਉਹ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਸੀ। ਤੇ ਕਾਲਜ ਬੇਸਿਕਲੀ ਇੱਕ ਗਰੁੱਪ ਆਫ ਕਾਲਜਿਸ ਸੀ, ਜਿਵੇਂ ਗੁੜਗਾਉਂ ਇੰਸਟੀਚਿਊਟ ਆਫ ਟੈਕਨੋਲੋਜੀ ਐਂਡ ਮੈਨੇਜਮੈਂਟ। ਤੇ ਇਹ ਕਾਲਜ ਦੇ ਵਿੱਚ BTech, MTech, BBA ਤੇ MBA ਸਾਰੇ ਮਲਟੀਪਲ ਕੋਰਸਿਸ ਸੀ। ਤੇ ਮੈਂ BTech ਚੂਜ਼ ਕੀਤਾ ਸੀ, ਤੇ ਮੇਰੀ ਜਿਹੜੀ ਗ੍ਰੈਜੂਏਸ਼ਨ 2016 ਦੇ ਵਿੱਚ ਕੰਪਲੀਟ ਹੋਈ ਸੀ। ਓਕੇ। ਸੋ ਧੀਰਜ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਸੀਂ ਇੱਕ ਨਾਰਮਲ ਕਾਲਜ ਤੋਂ, ਰਾਈਟ, ਤੁਸੀਂ ਇੱਕ ਨਾਰਮਲ ਕਾਲਜ ਤੋਂ ਹੀ ਆਏ ਹੋ, ਲਾਈਕ ਕੋਈ NIT ਦਾ ਜਾਂ IIT ਦਾ ਟੈਗ ਨਹੀਂ ਹੈਗਾ। ਸੋ ਤੁਹਾਡੇ ਲਈ ਕੀ ਚੈਲੰਜਸ ਰਹੇ ਸਟਾਰਟਿੰਗ ਦੇ ਵਿੱਚ, ਜਿਹੜੀ ਤੁਸੀਂ ਆਪਦੀ ਫਸਟ ਜੌਬ ਹੈ ਉਹਦੇ ਵਿੱਚ ਤੁਸੀਂ ਕਿਵੇਂ ਐਂਟਰੀ ਲਈ, ਕਿਵੇਂ ਕੰਪਨੀ ਦੇ ਵਿੱਚ ਤੁਸੀਂ ਜਿਹੜੀ ਹੈਗੀ ਜੌਬ ਪਹਿਲੀ ਪ੍ਰਾਪਤ ਕੀਤੀ? ਸਟਾਰਟਿੰਗ ਵਿੱਚ ਤਾਂ ਪ੍ਰੋਬਲਮਸ ਆਉਂਦੀ ਹੀ ਨੇ, ਅਗਰ ਤੁਸੀਂ ਇੱਕ ਅੱਛੇ ਰੈਪੂਟੇਡ ਕਾਲਜ ਤੋਂ ਨਹੀਂ ਹੋ ਤਾਂ। ਮੇਰਾ ਕਾਲਜ ਵੀ ਕੋਈ ਇੰਨਾ ਰੈਪੂਟੇਡ ਨਹੀਂ ਸੀ, ਬਟ ਨਾਰਮਲ ਜਿਹਾ ਕਾਲਜ ਸੀ, ਇੱਕ ਨਾਰਮਲ ਪ੍ਰਾਈਵੇਟ ਕਾਲਜ ਜਿਹੜੇ ਹੁੰਦੇ ਨੇ। ਤੇ ਐਜੂਕੇਸ਼ਨ ਬਸ ਥੋੜੀ ਜੀ ਵਧੀਆ ਸੀ। ਜਿਹੜੇ ਨਾਰਮਲ ਸਿਟੀ ਕਾਲਜਿਸ, ਸਿਟੀ ਵਿੱਚ ਕਾਲਜਿਸ ਹੁੰਦੇ ਨੇ ਉਹਨਾਂ ਤੋਂ ਬੈਟਰ ਸੀ ਥੋੜੀ, ਕਿਉਂਕਿ ਇਹ NCR ਦੇ ਵਿੱਚ ਕਾਲਜ ਪੈਂਦਾ ਸੀ। ਤਾਂ ਇਹਨਾਂ ਦੇ ਜਿਹੜੇ ਪ੍ਰੋਫੈਸਰ ਸੀ ਉਹ ਕਾਫੀ ਅੱਛੇ ਸੀ, ਜਿਹੜੇ ਕਿ ਪ੍ਰਾਇਰ ਟੂ ਮਤਲਬ ਜਿਵੇਂ IITians ਤੋਂ ਆਏ ਹੋਏ ਸੀ, ਇਹੋ ਜਿਹੇ ਪ੍ਰੋਫੈਸਰ ਸੀ ਜਿਨ੍ਹਾਂ ਤੋਂ ਕਾਫੀ ਕੁਝ ਸਿੱਖਣ ਨੂੰ ਮਿਲਿਆ। ਤੇ ਗਾਈਡੈਂਸ ਕਾਫੀ ਅੱਛੇ ਮਿਲਦੇ ਸੀ, ਪਰ ਜਿਵੇਂ ਉੱਥੇ ਕੋਈ ਡਰਾਈਵ ਨਹੀਂ ਆਉਂਦੀ ਸੀ, ਜਿਵੇਂ ਅੱਜ ਕੱਲ੍ਹ ਕਾਲਜਿਸ ਵਿੱਚ ਡਰਾਈਵ ਆਉਂਦੀ ਹੈ, ਇੰਡਸਟਰੀ ਡਰਾਈਵ ਬੋਲਦੇ ਆ। ਕਾਫੀ ਕੰਪਨੀਆਂ ਆਉਂਦੀਆਂ ਹਾਇਰ ਕਰਦੀਆਂ ਨੇ, ਪਰ ਹਾਂਜੀ, ਉਹੋ ਜਿਹੀ ਬਿਲਕੁਲ। ਓਪਰਚੁਨਿਟੀ ਮੈਨੂੰ ਉੱਥੇ ਮਿਲੀ ਨਹੀਂ ਸੀ। ਤਾਂ ਮੋਸਟਲੀ ਆਪ ਨੂੰ ਹੀ ਸਟਰਗਲ ਕਰਨਾ ਪਿਆ ਕਿ ਆਊਟਸਾਈਡ ਆਫ ਦਾ ਕਾਲਜ ਜਾ ਕੇ, ਜਾਂ ਫਿਰ ਆਨਲਾਈਨ ਅੱਜ ਕੱਲ੍ਹ ਕਾਫੀ ਸਾਰੇ ਪਲੇਟਫਾਰਮ ਨੇ, ਜਿਵੇਂ ਨੌਕਰੀ ਹੋ ਗਿਆ ਜਾਂ ਲਿੰਕਡਇਨ, ਇਹਨਾਂ ਤੇ ਅਪਲਾਈ ਕਰਨਾ ਪਿਆ। ਬਟ ਐਪਲੀਕੇਸ਼ਨ ਤੋਂ ਜ਼ਿਆਦਾ ਇੰਪੋਰਟੈਂਟ ਸੀ ਕਿ ਸਕਿੱਲ ਡਿਵੈਲਪ ਕਰਨੀ ਪਈ, ਕਿਉਂਕਿ ਕਾਲਜ ਵੀ ਇੰਨਾ ਬਿਲਕੁਲ ਵਧੀਆ ਨਹੀਂ ਸੀ। ਤੇ ਜਿਹੜਾ ਗੈਪ ਸੀ ਤੁਹਾਡੇ ਕਾਲਜ ਦੀ ਐਜੂਕੇਸ਼ਨ ਦਾ ਤੇ ਇੰਡਸਟਰੀਅਲ ਨੌਲੇਜ ਦਾ, ਉਹ ਗੈਪ ਕਾਫੀ ਵੱਡਾ ਸੀ ਮੇਰੇ ਵਾਸਤੇ। ਤਾਂ ਕਿ ਕਿਉਂਕਿ ਕਾਲਜ ਵਿੱਚ ਤਾਂ ਕਾਫੀ ਡਾਈਵਰਸੀਫਾਈ ਹੁੰਦਾ ਹੈ ਚੀਜ਼ਾਂ ਨੂੰ, ਮਤਲਬ ਬਹੁਤ ਕੁਝ ਸਿਖਾਇਆ ਜਾਂਦਾ ਹੈ, ਬਟ ਇੰਡਸਟਰੀ ਨੂੰ ਇੱਕ ਚੀਜ਼ ਦੇ ਵਿੱਚ ਮਤਲਬ ਕੈਂਡੀਡੇਟ ਚਾਹੀਦਾ ਹੁੰਦਾ ਹੈ। ਤਾਂ ਉਹ ਕਾਫੀ ਸਟਰਗਲ ਕਰਨੀ ਪਈ, ਤੇ ਡਿਸੀਜ਼ਨ ਵੀ ਲੈਣਾ ਪਿਆ ਵੀ ਕਿਸ ਸਾਈਡ ਐਂਟਰੀ ਲੈਣੀ ਹੈ। ਤਾਂ ਜਿਹੜੇ ਸਾਡੇ ਪ੍ਰੋਫੈਸਰ ਸੀ ਉਹਨਾਂ ਤੋਂ ਗਾਈਡੈਂਸ ਲੈਂਦੇ ਸੀ ਕਿ ਕਿਸ ਸਾਈਡ ਐਂਟਰੀ ਕਰਨੀ ਚਾਹੀਦੀ ਹੈ। ਤਾਂ ਕਿਉਂਕਿ ਮੇਰੇ ਬੈਕਗਰਾਉਂਡ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਸੀ, ਤਾਂ ਮੈਂ ਸਟਾਰਟਿੰਗ ਕੀਤਾ ਸੀ ਐਮਬੈਰਿਡ ਸਾਈਡ ਤੋਂ। ਐਮਬੈਰਿਡ ਸੀ ਜਿਹਨੂੰ ਬੋਲਦੇ, ਜਿਹੜੇ ਕਿ ਕਾਲਜ ਵਿੱਚ ਅੱਜ ਕੱਲ੍ਹ ਸਟਾਰਟ ਕਰ ਰੱਖੇ ਲੋਕਾਂ ਨੇ, ਮਾਈਕਰੋ ਕੰਟਰੋਲਰ ਵਿੱਚ ਕੰਮ ਕਰਵਾਉਂਦੇ ਨੇ, ਮਾਈਕਰੋ ਪ੍ਰੋਸੈਸਰ 'ਚ ਕੰਮ ਹੁੰਦਾ ਹੈ। ਤਾਂ ਉਹ ਮੈਂ ਥਰਡ ਈਅਰ 'ਚ ਸ਼ੁਰੂ ਕੀਤਾ ਸੀ। ਇੱਕ ਪ੍ਰੋਫੈਸਰ ਜੀ ਸਾਡੇ ਉੱਥੇ, ਉਹਨਾਂ ਦੇ ਅੰਡਰ ਸ਼ੁਰੂ ਕੀਤਾ ਸੀ ਮੈਂ। ਤਾਂ ਉਹਨਾਂ ਨੇ ਥੋੜਾ ਗਾਈਡ ਕੀਤਾ ਵੀ ਐਵੇਂ ਕਿਵੇਂ ਚੀਜ਼ਾਂ ਚੱਲਦੀਆਂ ਹੈ, ਕਿਉਂਕਿ ਇੱਕ ਤਾਂ ਪ੍ਰੈਕਟੀਕਲ ਨੌਲੇਜ ਹੋਣਾ, ਕਿਉਂਕਿ ਇੰਡਸਟਰੀਅਲ ਮੰਗਦੀ ਹੈ ਇੱਕ ਪ੍ਰੈਕਟੀਕਲ ਐਕਸਪੀਰੀਅੰਸ ਨੌਲੇਜ। ਕਾਲਜ ਵਿੱਚ ਜਨਰਲੀ ਥਿਓਰਟੀਕਲ ਹੁੰਦਾ ਹੈ ਕਿ ਤੁਹਾਨੂੰ ਬੁੱਕਸ ਪੜ੍ਹਾਤੀਆਂ
ਤੁਸੀਂ ਪੜ੍ਹ ਲਓਗੇ, ਤੁਹਾਨੂੰ ਸਮਝ ਆ ਵੀ ਗਿਆ ਤਾਂ ਤੁਸੀਂ ਐਗਜ਼ਾਮ ਕਲੀਅਰ ਕਰ ਲਓਗੇ, ਬਟ ਉਸ ਤੋਂ ਬਾਅਦ ਕੀ ਅਗਲੇ ਅਗਲੇ ਸਮੈਸਟਰ ਵਿੱਚ ਤੁਸੀਂ ਨਵੇਂ ਸਬਜੈਕਟ ਪੜ੍ਹੋਗੇ ਤਾਂ ਤੁਸੀਂ ਉਹ ਚੀਜ਼ਾਂ ਭੁੱਲ ਜਾਓਗੇ। ਤਾਂ ਉਸ ਚੀਜ਼ ਦੀ ਗ੍ਰਿਪ ਬਣਾਉਣ ਵਾਸਤੇ ਇਹ ਜ਼ਰੂਰੀ ਸੀ ਕਿ ਪ੍ਰੈਕਟੀਕਲ ਐਕਸਪੀਰੀਅੰਸ ਲਿੱਤਾ ਜਾਵੇ, ਤਾਂ ਕਿ ਤੁਹਾਡੀ ਉਹ ਇੱਕ ਤਰ੍ਹਾਂ ਦੇ ਮੈਮਰੀ ਵਿੱਚ ਰਵੇ ਚੀਜ਼ ਵੀ, ਤੁਸੀਂ ਐਕਸਪੀਰੀਅੰਸ ਕੀਤਾ ਉਹਨੂੰ ਰੈਦਰ ਦੈਨ ਜਸਟ ਤੁਸੀਂ ਇਹਨੂੰ ਪੜ੍ਹਿਆ ਹੈ। ਸੋ ਧੀਰਜ, ਜਿਹੜੇ ਸਕਿੱਲ ਸੈੱਟ ਦੀ ਆਪਾਂ ਜੇ ਗੱਲ ਕਰੀਏ, ਇੱਕ ਅੰਬੈਡਡ, ਤੁਸੀਂ ਕਿਹਾ ਕਿ ਮੈਂ ਅੰਬੈਡਡ ਦੇ ਵਿੱਚ ਟ੍ਰੇਨਿੰਗ ਕੀਤੀ, ਸੋ ਅੰਬੈਡਡ ਦੇ ਵਿੱਚ ਜਿਹੜੇ ਆਪਣੇ ਸਕਿੱਲ ਸੀਗੇ ਉਹ ਪਾਲਿਸ਼ ਕੀਤੇ। ਸੋ ਤੁਸੀਂ ਇੱਕ ਅੰਬੈਡਡ ਸੌਫਟਵੇਅਰ ਡਿਜ਼ਾਈਨਰ ਜਾਂ ਡਿਵੈਲਪਰ ਬਣਨ ਦੇ ਲਈ ਕਿਹੜੇ ਕਿਹੜੇ ਜਿਹੜੇ ਸਕਿੱਲ ਸੈੱਟ ਹੈਗੇ ਆ ਉਹ ਜ਼ਰੂਰੀ ਨੇ? ਸਕਿੱਲ ਸੈੱਟ ਤਾਂ ਮੋਸਟਲੀ ਪ੍ਰੋਗਰਾਮਿੰਗ ਵਿੱਚ ਆਉਂਦਾ ਹੈ ਵੈਸੇ ਤਾਂ ਐम्बेडेड, ਬਟ ਕਿਉਂਕਿ ਮੈਂ ਇਲੈਕਟ੍ਰੋਨਿਕਸ ਬੈਕਗਰਾਊਂਡ ਸੀ ਤਾਂ ਡਿਜੀਟਲ ਇਲੈਕਟ੍ਰੋਨਿਕਸ ਕਾਫੀ ਸਟਰੋਂਗ ਪਾਰਟ ਰਹਿੰਦਾ ਹੈ ਇੱਕ ਇਲੈਕਟ੍ਰੋਨਿਕਸ ਕਮਿਊਨੀਕੇਸ਼ਨ ਦੇ ਵਿੱਚ। ਤਾਂ ਡਿਜੀਟਲ ਇਲੈਕਟ੍ਰੋਨਿਕਸ ਜਿਵੇਂ ਕਿ ਤੁਹਾਡੀ ਕਿਵੇਂ ਕਮਿਊਨੀਕੇਟ ਕਰਦੇ ਡਿਵਾਈਸ ਨਾਲ, ਕੋਈ ਵੀ ਸੀਰੀਅਲ ਤੇ ਤੁਸੀਂ ਕੰਮ ਕਰਦੇ ਹੋ ਜਾਂ ਕੋਈ ਐਕਸਟਰਾ ਡਿਵਾਈਸ ਐਡ ਕਰਤਾ ਤਾਂ ਉਹ ਐਕਚੁਅਲੀ ਕੰਮ ਕਿਵੇਂ ਕਰਦਾ ਹੈ, ਤਾਂ ਉਹ ਤੁਸੀਂ ਅਗਰ ਕਾਲਜ ਦੇ ਸਬਜੈਕਟਸ ਵਿੱਚ ਅੱਛੀ ਨੌਲੇਜ ਬਣਾ ਲਓ ਤਾਂ ਉਹ ਮੇਰੀ ਲੱਕੀਲੀ ਬਣ ਗਈ ਸੀ, ਤੇ ਮੇਰਾ ਉਹ ਪਾਰਟ ਸਟਰੋਂਗ ਹੋ ਗਿਆ ਸੀ ਡਿਜੀਟਲ ਵਾਲਾ। ਤਾਂ ਜਦੋਂ ਮੈਂ ਐम्बेडेड ਸਾਈਡ ਇਹ ਚੀਜ਼ਾਂ ਪਿਕ ਕਰਨੀਆਂ ਸ਼ੁਰੂ ਕੀਤੀਆਂ ਤਾਂ ਮੇਰੇ ਵਾਸਤੇ ਮਤਲਬ, ਕਿਉਂਕਿ ਅਗਰ ਤੁਹਾਡਾ ਬੇਸ ਕਲੀਅਰ ਹੋ ਤਾਂ ਤੁਹਾਡੇ ਵਾਸਤੇ ਡਿਫਿਕਲਟੀ ਨਹੀਂ ਆਉਂਦੀ ਅਗਰ ਤੁਸੀਂ ਉਸ ਚੀਜ਼ ਦੇ ਟੌਪ ਆਫ ਕੁਝ ਕੰਮ ਕਰਦੇ ਹੋ। ਬਿਲਕੁਲ। ਤਾਂ ਐਸ ਪਰ ਜਿਵੇਂ ਸਾਡੇ ਪ੍ਰੋਫੈਸਰ ਸੀ ਉਹਨਾਂ ਨੇ ਜਿਵੇਂ ਸੁਜੈਸਟ ਕੀਤਾ ਸੀ ਕਿ ਤੁਹਾਡਾ ਡਿਜੀਟਲ ਪਾਰਟ ਸਟਰੋਂਗ ਹੈ, ਤੁਸੀਂ ਇਸ ਸਾਈਡ ਮੂਵ ਕਰੋ। ਤਾਂ ਮੈਂ ਸਟਾਰਟ ਕੀਤਾ ਸੀ ਆਰਡੀਨੋ ਦੇ ਨਾਲ। ਆਰਡੀਨੋ ਇੱਕ ਮਾਈਕਰੋ ਕੰਟਰੋਲਰ ਹੈ, ਤਾਂ ਉਸ ਤੇ ਕਾਫੀ ਪ੍ਰੋਜੈਕਟ ਬਣਾਏ ਸੀ, ਜਿਵੇਂ ਕਿ ਕਾਫੀ ਇੱਕ ਮੇਰਾ ਪ੍ਰੋਜੈਕਟ ਸੀ ਜਿਹੜਾ ਮਤਲਬ ਮੇਰਾ ਬੀਟੈਕ ਦੇ ਫਾਈਨਲ ਈਅਰ ਦੇ ਵਿੱਚ ਮੈਂ ਸਬਮਿਟ ਕੀਤਾ ਸੀ। ਤੇ ਇਹ ਜਿਹੜਾ ਸਾਰਾ ਕੰਮ ਸੀ ਮੈਂ ਇਹ 6 ਸਮੈਸਟਰ ਵਿੱਚ ਸਟਾਰਟ ਕਰਤਾ ਸੀ, ਮੈਂ ਮਤਲਬ ਔਨ ਮਾਈ ਓਨ ਕੀਤਾ ਸੀ ਕਿਉਂਕਿ ਕਾਲਜ ਵਿੱਚ ਤਾਂ ਇਹ ਐਜੂਕੇਸ਼ਨ ਚੱਲ ਨਹੀਂ ਰਹੀ ਸੀ। ਤਾਂ ਪੈਰਲਲੀ ਕਿਉਂਕਿ ਕਾਲਜ ਦੇ ਸਟੂਡੈਂਟਸ ਨੂੰ ਕਾਫੀ ਟਾਈਮ ਹੁੰਦਾ ਹੈ, ਇੱਕ ਵਾਰ ਤੁਸੀਂ ਕਾਲਜ ਚਲੇ ਗਏ, ਮਤਲਬ ਅਗਰ ਕਈ ਲੋਕ ਕਾਲਜ ਵੀ ਨਹੀਂ ਜਾਂਦੇ, ਜਿਵੇਂ ਵਿੱਚ ਅਗਰ ਤੁਹਾਨੂੰ ਟਾਈਮ ਮਿਲ ਗਿਆ ਜਾਂ ਵੀਕਐਂਡਸ ਤੇ ਟਾਈਮ ਮਿਲ ਗਿਆ ਜਾਂ ਕਾਲਜ ਦੇ ਵਿੱਚ ਵੀ ਤੁਸੀਂ ਲਾਇਬ੍ਰੇਰੀ 'ਚ ਬੈਠੇ ਹੋ ਜਾਂ ਕਿਤੇ ਵੀ ਪੜ੍ਹ ਸਕਦੇ ਹੋ ਇਹ ਚੀਜ਼ਾਂ ਨੂੰ, ਤਾਂ ਕਾਫੀ ਟਾਈਮ ਹੁੰਦਾ ਹੈ ਇੱਕ ਕਾਲਜ ਸਟੂਡੈਂਟ ਕੋਲੇ ਅਗਰ ਦੇਖਿਆ ਜਾਵੇ ਤਾਂ, ਅਗਰ ਨਾਰਮਲ ਕਾਲਜ ਦੇ ਵਿੱਚ ਹੈ ਤਾਂ। ਸੋ ਜਿਵੇਂ ਧੀਰੇ ਤੁਸੀਂ ਇੱਥੇ ਆਰਡੀਨੋ ਬੋਰਡ ਦਾ ਨਾਮ ਲਿਆ, ਸੋ ਆਰਡੀਨੋ ਆਈ ਥਿੰਕ ਸਟੱਡੀ ਲਈ ਬੈਸਟ ਹੈ। ਆਈ ਥਿੰਕ ਇੰਡਸਟਰੀਅਲ ਸਟੈਂਡਰਡਸ ਤੇ ਜੇ ਆਪਾਂ ਦੇਖੀਏ ਤਾਂ ਉਹ ਇੰਡਸਟਰੀ ਦੇ ਵਿੱਚ ਇੰਨਾ ਯੂਜ਼ ਨਹੀਂ ਹੁੰਦਾ, ਕਾਲਜ ਲੈਵਲ ਤੱਕ ਠੀਕ ਹੈ। ਸੋ ਤੁਹਾਨੂੰ ਇਹ ਚੀਜ਼ਾਂ ਪਤਾ ਕਿਵੇਂ ਲੱਗੀਆਂ, ਕਿਵੇਂ ਤੁਸੀਂ ਸਰਚ ਕੀਤਾ ਕਿ ਜਿਹੜਾ ਬੋਰਡ ਹੈਗਾ ਆਰਡੀਨੋ ਤੇ ਮੈਂ ਕੰਮ ਕਰਨਾ, ਮੈਂ ਐम्बेडेड ਸੀ ਦੇ ਵਿੱਚ ਕੰਮ ਕਰਨਾ? ਸੋ ਇਹ ਚੀਜ਼ ਜਿਹੜੀ ਇਨਫੋਰਮੇਸ਼ਨ ਹੈ ਇਹ ਤੁਹਾਨੂੰ ਕਿਵੇਂ ਮਿਲੀ? ਇਹ ਇਨਫੋਰਮੇਸ਼ਨ ਇੱਕ ਪ੍ਰੋਫੈਸਰ ਦੇ ਥਰੂ ਮਿਲੇ ਸੀ, ਕਿ ਅਸੀਂ ਜਿਵੇਂ 6 ਸਮੈਸਟਰ ਦੇ ਵਿੱਚ ਸੀ, ਤਾਂ ਉਹਨਾਂ ਨੇ ਕੀ ਕਿਹਾ ਸੀ ਕਿ ਤੁਸੀਂ ਹੁਣ ਤੁਹਾਨੂੰ 2 ਮੰਥਸ ਦਾ ਟਾਈਮ ਮਿਲਦਾ ਜਨਰਲੀ 6 ਸਮੈਸਟਰ ਤੇ 7 ਸਮੈਸਟਰ ਸਟਾਰਟ ਹੋਣ ਦੇ ਵਿੱਚ, ਉਹਨੂੰ ਕੁਝ ਟ੍ਰੇਨਿੰਗ ਪੀਰੀਅਡ ਬੋਲਦੇ ਨੇ। ਤਾਂ 2 ਮੰਥਸ ਜਨਰਲੀ ਹੁੰਦੇ ਹੀ ਨੇ, ਕਾਲਜ ਖਤਮ ਹੋ ਜਾਂਦਾ। ਤਾਂ ਉਦੋਂ ਪ੍ਰੋਫੈਸਰ ਨੇ ਸੁਜੈਸਟ ਕੀਤਾ ਸੀ ਵੀ ਕਿਉਂਕਿ ਤੁਸੀਂ ਤੁਹਾਡਾ ਇੱਕੋ ਹੀ ਸਾਲ ਰਹਿ ਗਿਆ ਹੋਰ, ਤੇ ਤੁਸੀਂ ਮਤਲਬ ਅੱਗੇ ਫਿਰ ਜੌਬ ਵੀ ਲੱਭਣੀ ਹੈ ਤਾਂ ਤੁਹਾਨੂੰ ਥੋੜਾ ਬਹੁਤ ਐਕਸਪੀਰੀਅੰਸ ਲੈ ਲਓ ਇਸ ਚੀਜ਼ਾਂ ਦਾ। ਤਾਂ ਉਹਨਾਂ ਨੇ ਬਸ ਆਊਟ ਆਫ ਹਿੰਟ ਕਿਹਾ ਸੀ ਤੁਸੀਂ ਐम्बेडेड ਵਿੱਚ ਟਰਾਈ ਕਰ ਲਓ। ਤੇ ਮੈਨੂੰ ਪਤਾ ਨਹੀਂ ਸੀ ਐम्बेडेड ਕੀ ਹੁੰਦਾ, ਮੇਰੇ ਵਾਸਤੇ ਤਾਂ ਸਾਰੀ ਆਪਸ਼ਨਸ ਕਾਫੀ ਆਪਸ਼ਨਸ ਨਿਕਲਦੇ ਨੇ, ਬਿਲਕੁਲ। ਜਿਵੇਂ ਕੰਪਿਊਟਰ ਸਾਇੰਸ ਹੋ ਗਿਆ। ਕੰਪਿਊਟਰ ਸਾਇੰਸ ਮੀਨਸ ਲਾਈਕ ਜਿਵੇਂ ਜਾਵਾ ਦੇ ਵਿੱਚ ਐਪਲੀਕੇਸ਼ਨ ਡਿਵੈਲਪਰ ਬਣਨਾ ਤੁਸੀਂ, ਐम्बेडेड ਵਿੱਚ ਜਾਣਾ ਹੈ, ਜਾਂ ਫਿਰ ਤੁਸੀਂ ਇਹ ਥੋੜਾ ਹਾਰਡਵੇਅਰ ਡਿਸਕ੍ਰਿਪਸ਼ਨ ਲੈਂਗੁਏजेस ਜਾਣਾ ਹੈ, ਵੈਰੀਲੋਗ ਜਾਂ VSD ਇਹਨਾਂ 'ਚ ਜਾਣਾ ਹੈ। ਤਾਂ ਇਹ ਕਾਫੀ ਡਾਇਰੈਕਸ਼ਨ ਨਿਕਲਦੀਆਂ ਨੇ, ਮੈਨੂੰ ਬਸ ਇੱਕ ਡਾਇਰੈਕਸ਼ਨ ਦੀ ਤਰਫ ਪੁਆਇੰਟ ਕੀਤਾ ਗਿਆ ਸੀ ਬਾਈ ਪ੍ਰੋਫੈਸਰ। ਮੇ ਬੀ ਉਹਨਾਂ ਨੇ ਇਹ ਦੇਖਿਆ ਹੋਣਾ ਕਿ ਇਹਦੀ ਡਿਜੀਟਲ ਇਲੈਕਟ੍ਰੋਨਿਕਸ ਅੱਛਾ ਹੈ ਤਾਂ ਸ਼ਾਇਦ ਇਹ ਉੱਥੇ ਅੱਛਾ ਗਰੋ ਕਰੇਗਾ। ਉਹਨਾਂ ਨੇ ਬਸ ਇੱਕ ਤਰ੍ਹਾਂ ਦਾ ਵਿਸ਼ਵਾਸ ਦੇ ਕੇ ਵੀ ਤੂੰ ਐਸਾ ਹੀ ਟਰਾਈ ਕਰ। ਮੈਂ ਹੋਰ ਕੁਝ ਟਰਾਈ ਵੀ ਨਹੀਂ ਕੀਤਾ, ਤਾਂ ਕੀ ਪਤਾ ਮੈਂ ਉਹਨਾਂ 'ਚ ਹੋਰ ਵੀ ਵਧੀਆ ਹੋ ਸਕਦਾ ਸੀ, ਬਟ ਉਹਨਾਂ ਨੇ ਇਹ ਡਾਇਰੈਕਸ਼ਨ ਦਿੱਤੀ ਤਾਂ ਮੈਂ ਉਹ ਟਰਾਈ ਕੀਤਾ। ਮੈਨੂੰ ਉਸ 'ਚ ਇੰਜੋਇਮੈਂਟ ਆਉਣ ਲੱਗ ਗਿਆ, ਮੈਨੂੰ ਚੀਜ਼ਾਂ ਸਮਝ ਆਉਣ ਲੱਗੀਆਂ ਐਕਚੁਅਲੀ ਚੱਲਦੀਆਂ ਕਿਵੇਂ ਨੇ, ਕਿਉਂਕਿ ਹਲੇ ਤੱਕ ਤਾਂ ਆਪਾਂ ਜਿਵੇਂ ਯੂਜ਼ ਕਰਦੇ ਹਾਂ ਚੀਜ਼ਾਂ ਨੂੰ, ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਆਪਾਂ ਬਸ ਪੜ੍ਹ ਲਿਆ, ਉਹਨੂੰ ਚਲਾ ਕੇ ਦੇਖ ਲਿਆ, ਚੱਲ ਗਿਆ। ਬਟ ਉੱਥੇ ਜਦੋਂ ਉਸ ਫੀਲਡ 'ਚ ਤੁਸੀਂ ਜਾਂਦੇ ਹੋ ਤਾਂ ਤੁਸੀਂ ਐਕਚੁਅਲੀ ਹਾਰਡਵੇਅਰ ਦੇ ਉੱਤੇ ਕੰਮ ਕਰ ਰਹੇ ਹੋ, ਤੁਹਾਨੂੰ ਪਤਾ ਹੋਏਗਾ ਵੀ ਕਿਹੜੀ ਕਿਹੜੀ ਪਿੰਗਸ ਕੀ ਹੁੰਦੀਆਂ ਡੇਟਾ ਪਿੰਗਸ ਵਿੱਚ, ਅਗਰ ਤੁਸੀਂ ਉਹਨੂੰ ਸੈੱਟ ਕੀਤਾ ਤਾਂ ਕੀ ਹੋਊਗਾ, ਕਿਵੇਂ ਸਿਗਨਲ ਪਾਸ ਹੁੰਦੇ ਆ, ਇਹ ਸਾਰੀ ਚੀਜ਼ਾਂ ਤੁਹਾਨੂੰ ਪ੍ਰੈਕਟੀਕਲੀ ਐਕਸਪੀਰੀਅੰਸ ਹੋਊਗਾ। ਤੇ ਉਹ ਕਾਫੀ ਕੁਝ ਮੇਰੇ ਲਈ ਹੈਲਪਫੁਲ ਸੀ, ਜਿਹੜੇ ਪ੍ਰੋਜੈਕਟਸ ਬਣਾਏ ਸੀ ਮੈਂ ਪ੍ਰੈਕਟੀਕਲ ਆਰਡੀਨੋ ਬੋਰਡ ਦੇ ਉੱਤੇ। ਸੋ ਮੇਨਲੀ ਤੁਸੀਂ ਜਿਹੜੇ ਪ੍ਰਾਇਮਰੀ ਜਿਹੜੇ ਤੁਹਾਡੇ ਸਕਿੱਲ ਸੈੱਟ ਦੀ ਜੇ ਆਪਾਂ ਗੱਲ ਕਰੀਏ ਤਾਂ ਤੁਸੀਂ ਐम्बेडेड ਸੀ ਤੋਂ ਇਲਾਵਾ ਕੁਝ ਹਾਰਡਵੇਅਰ ਦੇ ਉੱਪਰ ਕੰਮ ਕੀਤਾ, ਆਰਡੀਨੋ ਦੇ ਉੱਪਰ ਕੰਮ ਕੀਤਾ, ਤੇ ਆਰਕੀਟੈਕਚਰਸ ਦੇ ਉੱਪਰ ਦੇਖੇ, ਰਾਈਟ? ਆਰਕੀਟੈਕਚਰ ਤੁਸੀਂ ਕਿਹੜੇ ਕਿਹੜੇ ਉਸ ਟਾਈਮ ਤੇ ਸਟੱਡੀ ਕੀਤੇ? ਮੋਸਟਲੀ ਆਰਮ ਹੀ ਯੂਜ਼ ਕਰਦੇ ਸੀ, ਆਰਮ V6, ਕਿਉਂਕਿ V6 ਐਂਡ V7 ਜਦੋਂ ਮੈਂ ਇੰਡਸਟਰੀ ਵਿੱਚ ਆ ਗਿਆ ਸੀ ਉਦੋਂ ਮੈਂ V7 ਤੇ ਕੰਮ ਕਰਨ ਲੱਗ ਗਿਆ ਸੀ। ਫਿਰ ਉਸ ਤੋਂ ਬਾਅਦ ਤੱਕ ਕਿਉਂਕਿ ਇੰਨਾ ਹਾਰਡਵੇਅਰ ਦਾ ਟੱਚ ਰਿਹਾ ਨਹੀਂ, ਫਿਰ ਮੈਂ x86 ਤੇ ਮੂਵ ਹੋ ਗਿਆ, ਬਟ ਆਰਮ V6 ਤੇ V7 ਤੇ ਮੈਂ ਮੋਸਟਲੀ ਕੰਮ ਕੀਤਾ ਸੀ। ਸੋ ਦੋਸਤੋ, ਜੇ ਤੁਸੀਂ ਇੱਕ ਐम्बेडेड ਸੌਫਟਵੇਅਰ ਡਿਵੈਲਪਰ ਬਣਨਾ
ਤਾਂ ਤੁਹਾਡੇ ਲਈ ਐਮਬੈਡਡ ਸੀ ਪ੍ਰੋਗਰਾਮਿੰਗ ਤੇ ਇੱਕ ਹਾਰਡਵੇਅਰ ਆਰਕੀਟੈਕਚਰ, ਇਹ ਤਿੰਨ ਚੀਜ਼ਾਂ ਤੁਹਾਡੇ ਲਈ ਬਹੁਤ ਜ਼ਰੂਰੀ ਨੇ। ਇਹਨਾਂ ਨੂੰ ਤੁਸੀਂ ਕਾਲਜ ਤੋਂ ਹੀ, ਜੇ ਤੁਸੀਂ ਸਟੱਡੀ ਕਰ ਰਹੇ ਹੋ ਤਾਂ ਹਜੇ ਤੁਸੀਂ ਆਪਣੇ ਕਾਲਜ ਤੋਂ ਹੀ ਇਹਨਾਂ ਨੂੰ ਪੜ੍ਹਨਾ ਸਟਾਰਟ ਕਰ ਦੇਵੋ। ਗੂਗਲ ਤੇ ਇਹਨਾਂ ਦਾ ਬਹੁਤ, ਆਈ ਥਿੰਕ ਕਿ ਬਹੁਤ ਜ਼ਿਆਦਾ ਕੰਟੈਂਟ ਪਿਆ ਹੋਇਆ ਇਹਨਾਂ ਬਾਰੇ, ਤੁਸੀਂ ਗੂਗਲ ਤੋਂ ਸਰਚ ਕਰਕੇ, ਜਾਂ ਤੁਸੀਂ ਸਾਡੇ ਤੋਂ ਵੀ ਪੁੱਛ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ, ਤੁਸੀਂ ਸਾਡੇ ਤੋਂ ਵੀ ਪੁੱਛ ਸਕਦੇ ਹੋ ਕਿ ਤੁਹਾਨੂੰ ਜੇ ਮਟੀਰੀਅਲ ਦੀ ਜ਼ਰੂਰਤ ਹੋਵੇ। ਸੋ ਧੀਰਜ, ਇੱਕ ਐਮਬੈਡਡ ਸੌਫਟਵੇਅਰ ਡਿਵੈਲਪਰ ਤੇ ਇੱਕ ਸੌਫਟਵੇਅਰ ਡਿਵੈਲਪਰ ਦੇ ਵਿੱਚ ਕੀ ਡਿਫਰੈਂਸ ਹੈਗਾ ਮੈਨੂੰ? ਮੋਸਟਲੀ ਡਿਫਰੈਂਸ ਇਹੀ ਰਹਿੰਦਾ ਹੈ ਕਿ ਕਿਉਂਕਿ ਐਮਬੈਡਡ ਸਾਈਡ ਤੁਸੀਂ ਅਗਰ ਕੰਮ ਕਰ ਰਹੇ ਹੋ, ਤੁਹਾਡੇ ਕੋਲ ਰਿਸੋਰਸਿਸ ਕਾਫੀ ਲਿਮਿਟਿਡ ਹੁੰਦੇ ਨੇ। ਤੁਹਾਡੇ ਕੋਲ ਐਵੇਂ ਨਹੀਂ ਕਿ ਜਿਵੇਂ ਐਪਲੀਕੇਸ਼ਨ ਸਾਈਡ ਤੇ ਅੱਜ ਕੱਲ੍ਹ ਜਿਹੜੀ ਐਪਲੀਕੇਸ਼ਨਸ ਬਣਦੀਆਂ ਨੇ ਜਨਰਲੀ ਕਲਾਊਡ ਤੇ ਬਣਦੀਆਂ ਨੇ, ਤਾਂ ਉਹਨਾਂ ਵਿੱਚ ਬਹੁਤ ਸਾਰਾ ਰਿਸੋਰਸ ਤੁਹਾਡੇ ਕੋਲ ਅਵੇਲੇਬਲ ਹੁੰਦਾ ਹੈ। ਬਟ ਐਮਬੈਡਡ ਬੋਰਡਸ ਲਿਮਿਟਿਡ ਮੈਮਰੀ ਹੁੰਦੀ ਹੈ, ਲਿਮਿਟਿਡ ਪ੍ਰੋਸੈਸਰ ਵੀ ਹੁੰਦਾ ਹੈ, ਤਾਂ ਉਹ ਕਾਫੀ ਕੁਝ ਤੁਹਾਡੇ ਕੋਲ ਲਿਮਿਟਿਡ ਆ ਜਾਂਦੀਆਂ ਚੀਜ਼ਾਂ, ਤਾਂ ਤੁਹਾਨੂੰ ਕੋਡ ਥੋੜਾ ਆਪਟੀਮਾਈਜ਼ ਲਿਖਣਾ ਪੈਂਦਾ ਹੈ ਕਿ ਐਵੇਂ ਨਹੀਂ ਤੁਸੀਂ ਬਹੁਤ ਸਾਰਾ ਰਿਸੋਰਸ ਐਲੋਕੇਟ ਕਰ ਸਕਦੇ ਹੋ, ਕਿਉਂਕਿ ਉਹ ਤੁਹਾਡੀ ਪਰਫਾਰਮੈਂਸ ਨੂੰ ਇਫੈਕਟ ਦਊਗਾ। ਜਿਵੇਂ ਫੋਰ ਐਗਜ਼ਾਮਪਲ ਤੁਸੀਂ ਆਰਡੀਨੋ ਬੋਰਡ ਦੇ ਉੱਤੇ, ਕਿਉਂਕਿ ਕਾਫੀ ਘੱਟ ਮੈਮਰੀ ਰਹਿੰਦੀ ਹੈ, ਈਵਨ ਦੋ ਉਹਨਾਂ ਦਾ ਪ੍ਰੋਸੈਸਰ ਅਗਰ ਐਵਰੇਜ ਜਿਹਾ ਹੈ, ਬਟ ਮੈਮਰੀ ਕਾਫੀ ਲਿਮਿਟਿਡ ਰਹਿੰਦੀ ਹੈ। ਤਾਂ ਅਗਰ ਉੱਥੇ ਤੁਸੀਂ ਐਮਬੈਡਡ ਸੀ ਦਾ ਪ੍ਰੋਗਰਾਮ ਲਿਖ ਰਹੇ ਹੋ, ਤਾਂ ਤੁਸੀਂ ਅਨਨੈਸੈਸਰੀ ਇਹੋ ਜਿਹੀ ਮੈਮਰੀ ਐਲੋਕੇਟ ਕਰਤੀ ਉਸ ਡਿਵਾਈਸ ਤੇ, ਜਿਹੜੀ ਉਹਦੀ ਪਰਫਾਰਮੈਂਸ ਨੂੰ ਮਤਲਬ ਡਿਗਰੇਡ ਕਰ ਰਹੀ ਹੈ। ਤਾਂ ਉਹ ਚੀਜ਼ਾਂ ਤੁਹਾਨੂੰ ਕਾਫੀ ਟੇਕ ਕੇਅਰ ਕਰਨੀਆਂ ਪੈਂਦੀਆਂ ਐਮਬੈਡਡ ਸਾਈਡ ਤੇ, ਕਿ ਕਿਵੇਂ ਤੁਸੀਂ ਮੈਮਰੀ ਆਪਟੀਮਾਈਜ਼ ਕਰੋਗੇ। ਤੇ ਇੱਕ ਹੋਰ ਚੀਜ਼, ਤੁਸੀਂ ਉੱਥੇ ਮੋਸਟਲੀ ਹਾਰਡਵੇਅਰ ਨਾਲ ਇੰਟਰੈਕਟ ਕਰ ਰਹੇ ਹੋ, ਤਾਂ ਤੁਸੀਂ ਇੱਕ ਤਰ੍ਹਾਂ ਦੇ ਆਈਓ ਆਪਰੇਸ਼ਨਸ ਕਰ ਰਹੇ ਹੋ। ਜਿਵੇਂ ਆਪਾਂ ਸੌਫਟਵੇਅਰ ਦੀ ਟਰਮਸ ਬੋਲੀਏ ਤਾਂ ਇਨਪੁਟ ਆਊਟਪੁੱਟ ਕੰਟਰੋਲ, ਤਾਂ ਇਹ ਕਾਫੀ ਆਪਰੇਸ਼ਨਸ ਹੁੰਦੇ, ਤੁਹਾਨੂੰ ਉੱਥੇ ਬਹੁਤ ਟੇਕ ਕੇਅਰ ਕਰਨਾ ਪੈਂਦਾ ਵੀ, ਤਾਂ ਕਿ ਤੁਸੀਂ ਇਹੋ ਜਿਹਾ ਕੋਈ ਮਤਲਬ ਡੇਟਾ ਪਾਸ ਨਾ ਕਰ ਦਿਓ ਜਿਹਦੇ ਨਾਲ ਹਾਰਡਵੇਅਰ ਕ੍ਰੈਸ਼ ਕਰ ਜਾਵੇ ਜਾਂ ਉਹਨੂੰ ਪ੍ਰੋਬਲਮ ਆ ਜਾਏ। ਤਾਂ ਇਹ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ। ਤਾਂ ਉਸੇ ਵਾਸਤੇ ਤੁਹਾਨੂੰ ਹਾਰਡਵੇਅਰ ਦੀ ਵੀ ਨੌਲੇਜ ਹੋਣੀ ਚਾਹੀਦੀ ਹੈ। ਜਦੋਂ ਵੀ ਤੁਸੀਂ ਕੋਈ ਹਾਰਡਵੇਅਰ ਤੇ ਕੰਮ ਕਰ ਰਹੇ ਹੋ, ਤਾਂ ਉਹਦੀ ਇੱਕ ਡੇਟਾ ਸ਼ੀਟ ਬੋਲਦੇ ਉਹਨੂੰ, ਉਹ ਤੁਸੀਂ ਕਲੈਕਟ ਕਰ ਸਕਦੇ ਹੋ ਆਨਲਾਈਨ, ਈਜ਼ੀਲੀ ਮਿਲ ਜਾਂਦੀ ਹੈ। ਜਿਹੜਾ ਵੀ ਬੋਰਡ ਹੈ, ਬਸ ਤੁਸੀਂ ਉਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੋਂ ਗੈਟ ਕਰ ਸਕਦੇ ਹੋ। ਤਾਂ ਉਹਦੇ ਤੁਸੀਂ ਉਹਦੇ ਬਾਰੇ ਸਪੈਸੀਫਿਕੇਸ਼ਨਸ ਪੜ੍ਹ ਸਕਦੇ ਹੋ ਵੀ ਉਹ ਬੋਰਡ ਵਿੱਚ ਕੀ ਕੀ ਕੈਪੇਬਿਲਿਟੀਜ਼ ਹੈਗੀਆਂ ਨੇ, ਤੇ ਉਹਨੂੰ ਮੈਂ ਕਿੰਨੀ ਲਿਮਿਟ ਦੇ ਵਿੱਚ ਰਹਿ ਕੇ ਯੂਜ਼ ਕਰ ਸਕਦਾ। ਤਾਂ ਉਸ ਚੀਜ਼ ਦੇ ਵਿੱਚ ਜ਼ਿਆਦਾ ਯੂਜ਼ ਹੁੰਦੀ ਹੈ। ਤੇ ਸੌਫਟਵੇਅਰ ਡਿਵੈਲਪਰ ਜਿਹੜੀ ਫੀਲਡ ਹੈ, ਉਹ ਕਾਫੀ ਜਾਇੰਟ, ਜਿਵੇਂ ਕਹਿ ਦੋ, ਜਾਂ ਬਹੁਤ ਵੱਡੀ ਫੀਲਡ ਹੈਗੀ ਹੈ। ਉਹਦੇ 'ਚ ਮਲਟੀਪਲ ਚੀਜ਼ਾਂ ਆ ਜਾਂਦੀਆਂ। ਸੌਫਟਵੇਅਰ ਡਿਵੈਲਪਰ ਦੇ ਵਿੱਚ ਵੀ ਤੁਸੀਂ ਇੱਕ ਤਰ੍ਹਾਂ ਦੇ ਮਿਡਲ ਲੈਵਲ ਲੇਅਰ ਬੋਲਦੇ ਆ ਜਿਹਨੂੰ, ਕਿ ਉੱਥੇ ਤੁਸੀਂ ਕੰਮ ਕਰ ਸਕਦੇ ਹੋ। ਉੱਥੇ ਮੋਸਟਲੀ ਸੀ ਯੂਜ਼ ਹੁੰਦੀ ਹੈ। ਤੇ ਅਗਰ ਤੁਸੀਂ ਥੋੜਾ ਜਿਹਾ ਐਪਲੀਕੇਸ਼ਨ ਸਾਈਡ ਜਾਓ, ਜਿਵੇਂ ਅੱਜ ਕੱਲ੍ਹ ਮੋਬਾਈਲ ਐਪਸ ਬਣ ਰਹੀਆਂ ਨੇ, ਜਾਂ ਫਿਰ ਤੁਸੀਂ ਆਪਣਾ ਵਿੰਡੋਜ਼ ਯੂਜ਼ ਕਰ ਰਹੇ ਹੋ ਤਾਂ ਵਿੰਡੋਜ਼ ਦੀਆਂ ਐਪਸ ਬਣਨੀਆਂ, ਤੁਸੀਂ ਕੋਈ ਗੇਮ ਖੇਡਦੇ ਹੋ, ਤਾਂ ਇਹ ਜਿਹੜੀ ਲੈਂਗੁਏਜਿਸ ਨੇ, ਇਹ ਥੋੜੀ ਫਿਰ ਹਾਈ ਲੈਵਲ ਲੈਂਗੁਏਜਿਸ ਬੋਲਦੇ ਆ ਇਹਨੂੰ, ਜਿਵੇਂ C++ 'ਚ ਆ ਗਈ, ਜਾਂ ਫਿਰ ਜਾਵਾ ਆ ਗਈ, ਉੱਥੇ ਪਾਈਥਨ ਵੀ ਯੂਜ਼ ਹੋਣ ਲੱਗੀ ਅੱਜ ਕੱਲ੍ਹ। ਤਾਂ ਇਹ ਕਾਫੀ ਲੈਂਗੁਏਜਿਸ ਯੂਜ਼ ਹੁੰਦੀਆਂ ਨੇ ਐਪਲੀਕੇਸ਼ਨ ਸਾਈਡ ਤੇ। ਤਾਂ ਇਹ ਜਿਹੜੀ ਸਾਰੀ ਫੀਲਡ ਹੈ, ਮੋਸਟਲੀ ਸੌਫਟਵੇਅਰ ਡਿਵੈਲਪਰ ਦੀ ਫੀਲਡ ਰਹਿੰਦੀ ਹੈ। ਇੱਥੇ ਤੁਹਾਨੂੰ ਐਮਬੈਡਡ ਸਾਈਡ ਦੀ ਨੌਲੇਜ ਹੋਣਾ ਇੰਨੀ ਰਿਕੁਆਇਰਡ ਨਹੀਂ ਹੈਗੀ, ਬਟ ਅਗਰ ਤੁਹਾਨੂੰ ਹੈਗੀ ਹੈ, ਕਿਉਂਕਿ ਮੇਰਾ ਬੈਕਗਰਾਊਂਡ ਐਮਬੈਡਡ ਸਾਈਡ ਤੋਂ ਸੀ, ਤੇ ਮੈਂ ਹੁਣ ਸੌਫਟਵੇਅਰ ਡਿਵੈਲਪਰ ਦੀ ਸਾਈਡ ਕੰਮ ਕਰ ਰਿਹਾ ਹਾਈ ਲੈਵਲ ਤੇ। ਤਾਂ ਉਹਦੇ 'ਚ ਪਲੱਸ ਪੁਆਇੰਟ ਤੁਹਾਨੂੰ ਕੀ ਮਿਲਦਾ ਹੈ, ਇਨ ਜਨਰਲ ਜਦੋਂ ਕੋਈ ਸੌਫਟਵੇਅਰ ਡਿਵੈਲਪਰ ਬਣਦਾ ਹੈ, ਤਾਂ ਉਹ ਐਮਬੈਡਡ ਨਹੀਂ ਸਿੱਖਦਾ ਪਹਿਲਾਂ, ਉਹ ਡਾਇਰੈਕਟਲੀ ਸੌਫਟਵੇਅਰ ਡਿਵੈਲਪਰ ਜੰਪ ਕਰਦਾ ਹੈ। ਤਾਂ ਬਿਲਕੁਲ, ਮੋਸਟ ਕਿਉਂਕਿ ਆਈ ਉਹਨੂੰ ਇਹ ਥਿੰਕ ਨਹੀਂ, ਉਹਨਾਂ ਨੇ ਜਿਹੜਾ ਇਲੈਕਟ੍ਰੋਨਿਕਸ ਪੜ੍ਹੀ ਨਹੀਂ ਹੁੰਦੀ, ਸਪੈਸ਼ਲੀ ਜਿਹੜੇ ਕੰਪਿਊਟਰ ਹਾਂ ਸਾਇੰਸ ਬੈਕਗ੍ਰਾਉਂਡ ਤੋਂ ਆਉਂਦੇ ਨੇ, ਰਾਈਟ? ਹਾਂ, ਤਾਂ ਉਹਨਾਂ ਨੇ ਉਹ ਚੀਜ਼ ਪੜ੍ਹੀ ਨਹੀਂ ਹੁੰਦੀ, ਤਾਂ ਉਹ ਜਨਰਲੀ ਥਿਓਰਟੀਕਲ ਕੰਸੈਪਟ ਤੇ ਹੀ ਕੰਮ ਕਰਦੇ ਨੇ ਵੀ ਕਿਵੇਂ ਚੱਲਦੀਆਂ ਹੋਣੀਆਂ ਚੀਜ਼ਾਂ, ਵੀ ਅਗਰ ਮੈਂ ਇਹੋ ਜਿਹੇ ਆਪਰੇਸ਼ਨ ਕਰੂੰਗਾ ਤਾਂ ਹਾਰਡਵੇਅਰ ਕਿਵੇਂ ਉਹਨੂੰ ਇੰਟਰੈਕਟ ਕਰੂਗਾ ਉਹਦੇ ਨਾਲ। ਤਾਂ ਇਹ ਉਹਨਾਂ ਨੂੰ ਜ਼ਿਆਦਾ ਡਿਟੇਲ 'ਚ ਪਤਾ ਨਹੀਂ ਹੁੰਦੀ। ਬਟ ਕੋਈ ਐਮਬੈਡਡ ਇੰਜੀਨੀਅਰ ਅਗਰ ਸੌਫਟਵੇਅਰ ਸਾਈਡ ਜਾਂਦਾ ਹੈ, ਤਾਂ ਉਹਨੂੰ ਬਹੁਤ ਸਾਰੀ ਚੀਜ਼ਾਂ ਆਲਰੇਡੀ ਪਤਾ ਹੁੰਦੀ ਹੈ ਕਿ ਡਿਵਾਈਸ 'ਚ ਕੰਮ ਕਿਵੇਂ ਕਰਦੀਆਂ ਚੀਜ਼ਾਂ। ਤਾਂ ਉਹ ਇੱਕ ਬਸ ਇਹ ਹੈ ਕਿ ਤੁਹਾਨੂੰ ਇੱਕ ਥਰੂ ਆਊਟ ਦਾ ਮਤਲਬ ਥਰੂ ਆਊਟ ਦਾ ਪ੍ਰੋਡਕਟ ਤੁਹਾਨੂੰ ਨੌਲੇਜ ਰਹੇਗੀ। ਤੁਸੀਂ ਕੋਈ ਵੀ ਲੈਂਗੁਏਜ ਤੇ ਕੰਮ ਕਰੋਗੇ, ਤੁਹਾਨੂੰ ਐਕਚੁਅਲ 'ਚ ਪਤਾ ਹੋਊਗਾ ਕਿਵੇਂ ਚੱਲ ਰਿਹਾ ਚੀਜ਼। ਡਿਵਾਈਸ ਦਾ ਜਿਹੜਾ ਫੁੱਲ ਸਟੈਕ ਹੈਗਾ ਉਹਦੇ ਬਾਰੇ ਨੌਲੇਜ ਹੋਏਗੀ, ਰਾਈਟ? ਹਾਂ ਹਾਂ, ਤਾਂ ਉਹਦੇ ਬਹੁਤ ਬੈਨੀਫਿਟ ਮਿਲਦਾ ਹੈ। ਈਵਨ ਦੋ ਅਗਰ ਤੁਹਾਨੂੰ ਵੈਸੇ ਹੈਲਪ ਨਾ ਮਿਲੇ ਕੰਪਨੀ ਲੈਵਲ ਤੇ, ਕਿਉਂਕਿ ਇੱਕ ਸੌਫਟਵੇਅਰ ਡਿਵੈਲਪਰ ਵੀ ਉਹੀ ਕੰਮ ਕਰ ਰਿਹਾ ਹੋਗਾ ਜਿਹੜਾ ਤੁਸੀਂ ਕਰ ਰਹੇ ਹੋਗੇ, ਸ਼ਾਇਦ ਸੇਮ ਹੀ ਲੈਵਲ ਦਾ ਕੰਮ ਕਰ ਰਹੇ ਹੋ, ਬਟ ਇੱਕ ਮੈਂਟਲੀ ਤੁਹਾਨੂੰ ਅੰਡਰਸਟੈਂਡਿੰਗ ਰਹੇਗੀ ਵੀ ਤੁਸੀਂ ਐਕਚੁਅਲੀ ਕੰਮ ਕਿਉਂ ਕਰ ਰਹੇ ਹੋ। ਉਹ ਤੁਹਾਡਾ ਵਾਈ ਜਿਹੜਾ ਹੈ ਉਹ ਕਲੀਅਰ ਰਹੂਗਾ ਵੀ ਬਿਲਕੁਲ। ਐਕਚੁਅਲੀ ਮੈਂ ਇਹ ਤਾਂ ਕਾਂ ਕਰ ਰਿਹਾ, ਇਹਦੇ ਨਾਲ ਇਹ ਹੋਣ ਵਾਲਾ ਹੈ। ਤਾਂ ਇਹ ਇਸ ਵਾਸਤੇ ਮੈਂ ਸੁਜੈਸਟ ਕਰਦਾ ਕਿ ਅਗਰ ਤੁਹਾਡੇ ਕੋਲ ਕਾਲਜ ਵਿੱਚ ਟਾਈਮ ਹੈ, ਤਾਂ ਤੁਸੀਂ ਐਮਬੈਡਡ ਤੋਂ ਸਟਾਰਟ ਕਰੋ, ਤੇ ਫਿਰ ਤੁਸੀਂ ਉੱਤੇ ਮੂਵ ਕਰ ਸਕਦੇ ਹੋ ਉੱਪਰ ਅਪਰ ਲੇਅਰ ਤੇ, ਜਿਵੇਂ ਐਪਲੀਕੇਸ਼ਨ ਸਾਈਡ ਬਿਲਕੁਲ। ਤੇ। ਸੋ ਜਿਹੜੇ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਦੇ ਵਿੱਚ, ਜਾਂ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਦੇ ਵਿੱਚ, ਜਾਂ ਸਿਰਫ ਇਕੱਲੇ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਦੇ ਵਿੱਚ ਸਟੱਡੀ ਕਰ ਰਹੇ ਨੇ, ਉਹਨਾਂ ਲਈ ਇਹ ਬਹੁਤ ਵਧੀਆ ਇਨਫੋਰਮੇਸ਼ਨ ਹੈ ਕਿ ਤੁਸੀਂ ਜਿਵੇਂ ਧੀਰਜ ਜੀ ਨੇ ਕਿਹਾ
ਕਿ ਤੁਸੀਂ ਜਿਹੜਾ ਹੈਗਾ ਲੋਅਰ ਲੈਵਲ ਤੋਂ ਤੁਸੀਂ ਜਿਹੜੀ ਪ੍ਰੋਗਰਾਮਿੰਗ ਹੈ ਸਟਾਰਟ ਕਰੋ, ਜਾਣੀ ਕਿ ਸੀਰੀਅਲ ਇੰਟਰਫੇਸਿੰਗ, ਪੈਰਲਰ ਇੰਟਰਫੇਸਿੰਗ, ਮੈਮਰੀ ਦੇ ਨਾਲ ਕਿੱਦਾਂ ਇੰਟਰੈਕਸ਼ਨ ਕਰਨੀ ਹੈ। ਸੋ ਇਹਨਾਂ ਚੀਜ਼ਾਂ ਬਾਰੇ ਸਿੱਖਣਾ ਸਟਾਰਟ ਕਰੋ। ਸੋ ਫਿਰ ਤੁਸੀਂ ਜੇ ਉੱਪਰੋਂ ਐਪਲੀਕੇਸ਼ਨ ਲੈਵਲ ਤੇ ਕੰਮ ਕਰਨਾ ਸਟਾਰਟ ਕਰੋਗੇ ਤਾਂ ਤੁਹਾਨੂੰ ਫੁੱਲ ਜਿਹੜਾ ਡਿਵਾਈਸ ਦਾ ਸਟੈਕ ਆ ਉਹ ਕਲੀਅਰ ਹੋਏਗਾ, ਹਾਰਡਵੇਅਰ ਤੋਂ ਲੈ ਕੇ ਅਪਰ ਲੇਅਰ ਤੱਕ, ਐਪਲੀਕੇਸ਼ਨ ਲੇਅਰ ਤੱਕ ਜਿਹੜਾ ਹੈਗਾ ਉਹ ਤੁਹਾਨੂੰ ਕਲੈਰਿਟੀ ਹੋਊਗੀ, ਰਾਈਟ। ਸੋ ਧੀਰਜ, ਜਿਹੜੀ ਤੁਹਾਡੀ ਪਹਿਲੀ ਕੰਪਨੀ ਸੀਗੀ, ਤੁਸੀਂ ਉਹਦੇ ਵਿੱਚ ਜਿਹੜੀ ਤੁਹਾਡੀ ਫਸਟ ਜੌਬ ਸੀਗੀ, ਉਹ ਤੁਸੀਂ ਜਿਹੜਾ ਇੰਟਰਵਿਊ ਐਕਸਪੀਰੀਅੰਸ ਸੀਗਾ, ਮੈਂ ਜ਼ਰੂਰ ਜਾਣਨਾ ਚਾਹਾਂਗੀ ਕਿ ਉਹ ਕਿਵੇਂ ਦਾ ਸੀਗਾ। ਹਾਂਜੀ, ਮੋਸਟਲੀ ਜਿਹੜਾ ਮੇਰਾ ਕਰੀਅਰ ਸੀ, ਜਿਹੜਾ ਮੈਂ ਕਾਲਜ ਤੋਂ ਕੰਮ ਕਰਦਾ ਆਇਆ ਸੀ ਆਰਡੀਨੋ ਵਿੱਚ, ਉਹ ਮੈਂ ਜਦੋਂ ਇੰਡਸਟਰੀ 'ਚ ਦੇਖਿਆ ਤਾਂ ਉਹ ਕਾਫੀ ਡਿਫਿਕਲਟ ਸੀ ਉਸ ਟਾਈਮ ਤੇ ਜੋਬ ਲੈਣਾ ਉਸ ਪਰਟੀਕੂਲਰ, ਬਿਕੋਜ਼ ਕੋਈ ਐਕਸਪੀਰੀਅੰਸ ਵੀ ਨਹੀਂ ਸੀ। ਤੇ ਉੱਥੇ ਉਹ ਇੰਡਸਟਰੀ ਇੱਕ ਐਕਸਪੀਰੀਅੰਸਡ ਪਰਸਨ ਨੂੰ ਪ੍ਰੈਫਰ ਕਰਦੀ ਸੀ ਕਿ ਉਸ 'ਚ ਬਿਲਕੁਲ। ਕਾਫੀ ਉਹ ਮਿਲੇ। ਤਾਂ ਬਸ ਉਹ ਮੇਰੇ ਦਿਮਾਗ 'ਚ ਸੀ ਕਿ ਮੈਂ ਹੋਰ ਕਿਵੇਂ ਇਸ ਚੀਜ਼ ਤੋਂ ਅੱਗੇ ਕੀ ਪੜ੍ਹ ਸਕਦਾ, ਮੈਂ ਕੀ ਗ੍ਰਾਸਪ ਕਰ ਸਕਦਾ। ਤਾਂ ਮੈਂ ਇਹ ਮਤਲਬ ਮੇਰਾ ਜਿਹੜਾ ਫਾਈਨਲ ਈਅਰ ਦਾ ਫਾਈਨਲ ਸਮੈਸਟਰ ਸੀ, ਉੱਥੇ ਥੋੜਾ ਜਿਹਾ ਕਾਲਜ ਦੇ ਵਿੱਚ ਪ੍ਰੈਸ਼ਰ ਘੱਟ ਹੁੰਦਾ, ਮਤਲਬ ਕਲਾਸਾਂ ਵਗੈਰਾ ਇੰਨੀਆਂ ਲੱਗਦੀਆਂ ਨਹੀਂ। ਤਾਂ ਉਦੋਂ ਮੈਂ ਸ਼ੁਰੂ ਕਰਤਾ ਸੀ ਥੋੜਾ ਇਸ ਸਾਈਡ ਸੌਫਟਵੇਅਰ ਡਿਵੈਲਪਰ ਕਾਈਂਡ ਆਫ ਫੀਲਡ ਪੜ੍ਹਨਾ। ਤਾਂ ਸੌਫਟਵੇਅਰ ਡਿਵੈਲਪਰ ਵੀ ਸੀ ਉਹਦੇ ਵਿੱਚ, ਤੇ ਨਾਲ ਨਾਲ ਉਹ ਲਿਟਲ ਬਿਟ ਐਮਬੈਡਡ ਦਾ ਵੀ ਸੀ, ਕਿਉਂਕਿ ਉੱਥੇ ਸੀ ਵੀ ਯੂਜ਼ ਹੁੰਦੀ ਸੀ ਤੇ ਨਾਲ ਉਹ ਲਿਨਕਸ ਦੇ ਵੀ ਕੰਮ ਸੀ। ਤਾਂ ਉਹ ਮੈਂ ਥੋੜਾ ਪੜ੍ਹਨਾ ਸ਼ੁਰੂ ਕਰਦਾ ਸੀ, ਲਿਨਕਸ ਆਪਰੇਟਿੰਗ ਸਿਸਟਮ ਤੇ ਸੀ ਦੇ ਵਿੱਚ ਕਿਵੇਂ ਆਪਾਂ ਉਹਨੂੰ ਯੂਜ਼ ਕਰ ਸਕਦੇ ਹਾਂ, ਤੇ ਕਾਫੀ ਪ੍ਰੋਜੈਕਟਸ ਬਣਾਉਣੇ ਸ਼ੁਰੂ ਕਰਤੇ ਸੀ ਸੀ ਦੇ ਉੱਤੇ। ਜਿਵੇਂ ਕਿ ਤੁਸੀਂ ਅਗਰ ਕੋਈ ਆਪਰੇਸ਼ਨਸ ਕਰਨਾ, ਕੋਈ ਐਪਲੀਕੇਸ਼ਨ ਬਣਾਉਣਾ ਚਾਹੁੰਦੇ ਹੋ ਸੀ ਲੈਂਗੁਏਜ ਯੂਜ਼ ਕਰਕੇ, ਤਾਂ ਉਹ ਕਿਵੇਂ ਬਣਾਈ ਦੀ ਹੈ ਤੇ ਉਹਦਾ ਕੀ ਪਰਫਾਰਮੈਂਸ ਰਹਿੰਦੀ ਹੈ, ਤੇ ਉਸ ਤਰ੍ਹਾਂ ਦੀ ਕਾਫੀ ਸਮਾਲ ਪ੍ਰੋਜੈਕਟਸ ਬਣਾਉਣੇ ਸ਼ੁਰੂ ਕਰਤੇ ਸੀ। ਤੇ ਅਲੋਂਗ ਵਿਦ ਪ੍ਰੋਜੈਕਟ ਥੋੜੀ ਨੌਲੇਜ ਲੈਣੀ ਸ਼ੁਰੂ ਕਰਤੀ ਸੀ ਕਿ ਇਹ ਚੀਜ਼ਾਂ ਕੰਮ ਕਿਵੇਂ ਕਰਦੀਆਂ, ਜਿਵੇਂ ਨੈਟਵਰਕਿੰਗ ਹੋ ਗਿਆ ਤਾਂ ਸੌਕੇਟਸ ਕਿਵੇਂ ਕੰਮ ਕਰਦੇ ਨੇ, ਐਕਚੁਅਲਸ ਕਿਵੇਂ ਕੰਮ ਕਰਦੇ ਨੇ। ਤਾਂ ਹੋਰ ਲਿਨਕਸ ਦੀ ਸਾਈਡ ਅਗਰ ਆਪਾਂ ਥੋੜਾ ਲੋ ਲੈਵਲ ਤੇ ਜਾਈਏ ਤਾਂ ਡਰਾਈਵਰਸ ਕਿਵੇਂ ਕੰਮ ਕਰਦੇ ਨੇ, ਜਿਵੇਂ ਤੁਸੀਂ ਸੁਣਿਆ ਹੋਣਾ, ਜਿਵੇਂ ਤੁਸੀਂ ਅਗਰ ਕੋਈ ਵਾਈਫਾਈ ਲੈ ਕੇ ਆਉਣੇ ਹੋ ਡੋਂਗਲ, ਤਾਂ ਤੁਸੀਂ ਕਨੈਕਟ ਕਰਦੇ ਹੋ ਤਾਂ ਤੁਹਾਨੂੰ ਇੱਕ ਡਰਾਈਵਰ ਇੰਸਟਾਲ ਕਰਨਾ ਪੈਂਦਾ ਉਹਨਾਂ ਦੀ ਵੈਬਸਾਈਟ ਤੋਂ। ਤਾਂ ਉਹ ਬਿਲਕੁਲ। ਡਰਾਈਵਰ ਜਨਰਲੀ ਜਿਹੜਾ ਉਹ ਐਕਚੁਅਲੀ ਕਿਵੇਂ ਲਿਖਿਆ ਜਾਂਦਾ ਹੈ, ਉਹ ਕੰਮ ਕਿਵੇਂ ਕਰਦਾ ਹੈ ਤੁਹਾਡੇ ਉਹ ਡੋਂਗਲ ਨਾਲ, ਮਤਲਬ ਤੁਸੀਂ ਸਿਰਫ ਡੋਂਗਲ ਲਾਈ ਹੈ ਤੇ ਉਹ ਡਰਾਈਵਰ ਉਹਨੂੰ ਡਿਟੈਕਟ ਕਰ ਲਿਆ ਉਹਨੇ, ਉਹ ਕਿਵੇਂ ਹੋ ਰਿਹਾ। ਤਾਂ ਉਹ ਚੀਜ਼ਾਂ ਐਕਚੁਅਲੀ ਬਣਾਉਣੀਆਂ, ਤੁਸੀਂ ਐਕਸਪੀਰੀਅੰਸ ਕਰਨੀਆਂ ਥੋੜੀਆਂ ਸ਼ੁਰੂ ਕਰਤੀਆਂ ਸੀ ਮੈਂ। ਹਾਲਾਂਕਿ ਇੰਨਾ ਡੀਪ ਵਿੱਚ ਨਹੀਂ ਜਾ ਸਕਦੇ ਸੀ ਕਿਉਂਕਿ ਇੰਨਾ ਐਕਸਪੀਰੀਅੰਸ ਵੀ ਨਹੀਂ ਸੀ, ਫਰੈਸ਼ਰ ਵੀ ਸੀ। ਤਾਂ ਬਸ ਥੋੜਾ ਜਿਹਾ ਮਤਲਬ ਹੈਂਡਸ ਔਨ ਕਰਨਾ ਸ਼ੁਰੂ ਕਰਤਾ, ਚੀਜ਼ਾਂ ਨੂੰ ਸਮਝਣਾ ਸ਼ੁਰੂ ਕਰਤਾ, ਕਾਫੀ ਸਾਰੀਆਂ ਬੁੱਕਸ ਸੀ ਉਹਦੇ ਉੱਤੇ ਉਹ ਪੜ੍ਹਨੀਆਂ ਸ਼ੁਰੂ ਕਰਤੀਆਂ। ਤਾਂ ਬਸ ਉਹ ਐਕਸਪੀਰੀਅੰਸ ਗੇਨ ਕੀਤਾ ਸੀ ਮੈਂ ਲਾਸਟ 5 ਤੇ 6 ਮੰਥਸ ਦਾ ਜਿਹੜਾ ਮੇਰਾ ਪੀਰੀਅਡ ਸੀ ਕਾਲਜ ਦਾ। ਤੇ ਉਹ ਲੈ ਕੇ ਬਸ ਮੈਂ ਅਪਲਾਈ ਕੀਤਾ ਸੀ, ਤੇ ਮੇਰੀ ਪਹਿਲੀ ਹੀ ਜੌਬ ਸੀ, ਉਹ ਪਹਿਲਾ ਹੀ ਇੰਟਰਵਿਊ ਸੀ ਜਿੱਥੇ ਮੈਂ ਦਿੱਤਾ ਸੀ ਫਸਟ ਟਾਈਮ, ਤੇ ਉਹ ਬਸ ਲੱਕੀਲੀ ਕਲੀਅਰ ਹੋ ਗਿਆ ਸੀ। ਤੇ ਮੋਸਟਲੀ ਉਹਨਾਂ ਦੇ 3 ਰਾਊਂਡ ਹੋਏ ਸੀ ਜਿੰਨਾ ਮੈਨੂੰ ਯਾਦ ਹੈਗਾ, 2016 ਦੀ ਗੱਲ ਹੈ, ਜੁਲਾਈ 'ਚ ਸਟਾਰਟ ਕੀਤਾ ਸੀ ਮੈਂ। ਤੇ ਉਹਨਾਂ ਦੇ 3 ਹੀ ਰਾਊਂਡ ਹੋਏ ਸੀ, ਤੇ 3 ਰਾਊਂਡ ਦੇ ਵਿੱਚ ਉਹਨਾਂ ਨੇ ਕਾਫੀ 1.5 ਆਵਰ ਦਾ ਈਚ ਰਾਊਂਡ ਸੀ, 1.5 ਘੰਟੇ ਦਾ। ਤਾਂ ਉਹਨਾਂ ਨੇ ਉਹ ਕੀ ਜਾਣਨਾ ਚਾਹੁੰਦੇ ਸੀ, ਜਿੰਨਾ ਕੁ ਮੈਨੂੰ ਯਾਦ ਹੈ, ਕਿ ਉਹ ਇੱਕ ਤਾਂ ਪਹਿਲਾਂ ਪ੍ਰੋਗਰਾਮਿੰਗ ਤੁਹਾਡਾ ਦੇਖ ਰਹੇ ਸੀ ਵੀ ਤੁਹਾਡਾ ਕਿੰਨੀ ਕੀ ਸਟਰੋਂਗ ਹੈ, ਜਿਹੜੇ ਨਾਰਮਲ ਡੇਟਾ ਸਟਰਕਚਰਸ ਯੂਜ਼ ਹੁੰਦੇ ਨੇ ਸੀ ਲੈਂਗੁਏਜ ਤੇ, ਉਹ ਪਹਿਲਾ ਸੋ ਰਾਊਂਡ ਸੀ। ਬੇਸਿਕ ਕਨਸੈਪਟਸ ਆਫ ਪ੍ਰੋਗਰਾਮਿੰਗ, ਰਾਈਟ। ਹਾਂ, ਬੇਸਿਕ ਕਨਸੈਪਟਸ, ਕਿਵੇਂ ਚੀਜ਼ਾਂ ਮਤਲਬ ਕਿਵੇਂ ਡੇਟਾ ਨੂੰ ਸਟੋਰ ਕਰੀਦਾ, ਜਿਹੜੇ ਡੇਟਾ ਸਟਰਕਚਰਸ ਹੁੰਦੇ ਨੇ। ਤੇ ਉਸ ਤੋਂ ਬਾਅਦ ਉਹਨਾਂ ਨੇ ਫਿਰ ਥੋੜਾ ਲੋ ਲੈਵਲ ਤੇ ਆਉਣਾ ਸ਼ੁਰੂ ਕਰ ਦਿਆ ਵੀ ਐਮਬੈਡਡ ਸੀ ਦਾ ਵੀ ਉਹਨਾਂ ਨੇ ਪੁੱਛਿਆ ਸੀ ਕਾਫੀ ਕੁਝ, ਕਿਉਂਕਿ ਮੇਰਾ ਪ੍ਰਾਇਰ ਐਕਸਪੀਰੀਅੰਸ ਰਹਿ ਚੁੱਕਿਆ ਸੀ, ਮੈਂ ਆਪਣੇ ਬਿਲਕੁਲ। ਸੀਵੀ ਦੇ ਵਿੱਚ ਪਾਇਆ ਹੋਇਆ ਸੀ। ਤਾਂ ਉਹਨਾਂ ਨੇ ਬਿਲਕੁਲ। ਉਹ ਇੱਕ ਕਾਫੀ ਅੱਛਾ ਪ੍ਰੋਜੈਕਟ ਬਣਾਇਆ ਸੀ ਮੈਂ ਕਾਲਜ ਦੇ ਵਿੱਚ ਲਾਸਟ ਸਮੈਸਟਰ 'ਚ, ਉਹ ਉਹਨਾਂ ਨੇ ਕਾਫੀ ਡਿਸਕਸ਼ਨ ਹੋਇਆ ਸੀ, ਕੁਝ 1 ਆਵਰ ਡਿਸਕਸ਼ਨ। ਫਿਰ ਉਸ ਤੋਂ ਬਾਅਦ ਉਹਨਾਂ ਨੇ ਸੀ ਲੈਂਗੁਏਜ ਦੇ ਉੱਤੇ ਕਿ ਕਿਵੇਂ ਐਕਚੁਅਲ ਚੀਜ਼ਾਂ ਚੱਲਦੀਆਂ, ਤੁਹਾਡਾ ਕੋਈ ਅਗਰ ਪ੍ਰੋਸੈਸ ਸਟਾਰਟ ਹੁੰਦਾ ਤਾਂ ਉਹਦੇ 'ਚ ਕੀ ਐਲੋਕੇਸ਼ਨ ਹੁੰਦੀ ਹੈ, ਕਿਵੇਂ ਚੀਜ਼ਾਂ ਚੱਲਦੀਆਂ। ਫਿਰ ਲਿਨਕਸ ਦੇ ਉੱਤੇ ਹੋਈ ਸੀ ਕਾਫੀ ਡਿਸਕਸ਼ਨ, ਜਿਹੜਾ ਕਿ ਮੈਂ ਹੁਣੇ ਦੱਸ ਰਿਹਾ ਸੀ ਡਰਾਈਵਰਸ ਦੇ ਉੱਤੇ। ਤਾਂ ਉਹ ਕਾਫੀ ਪੁੱਛਿਆ ਸੀ ਉਹਨਾਂ ਨੇ ਡਿਟੇਲ ਵਿੱਚ ਕਿਵੇਂ ਚੀਜ਼ਾਂ ਚੱਲਦੀਆਂ, ਕਿਉਂਕਿ ਮੈਂ ਐਕਸਪੀਰੀਅੰਸ ਕੀਤਾ ਹੋਇਆ ਸੀ। ਇੱਕ ਤਾਂ ਤੁਸੀਂ ਬੁਕਿਸ਼ ਨੌਲੇਜ ਲੈ ਕੇ ਜਾਓ ਤਾਂ ਤੁਸੀਂ ਇੰਟਰਵਿਊਅਰ ਨੂੰ ਇੰਨਾ ਕਨਵਿੰਸ ਨਹੀਂ ਕਰ ਸਕਦੇ ਜਿੰਨਾ ਤੁਸੀਂ ਐਕਚੁਅਲੀ ਕੰਮ ਕੀਤਾ ਹੋਇਆ ਉਹ ਚੀਜ਼ ਦੱਸ ਕੇ ਕਨਵਿੰਸ ਕਰ ਸਕਦੇ ਹੋ। ਬਿਲਕੁਲ। ਤਾਂ ਉਹ ਬਸ ਥੋੜਾ ਜਿਹਾ ਮੇਰਾ ਐਫਰਟ ਕਾਫੀ ਸੀ, ਕਿਉਂਕਿ ਜਿਹੜਾ 6 ਮੰਥ ਦਾ ਪੀਰੀਅਡ ਸੀ ਮੇਰਾ ਕਾਲਜ ਦਾ, ਉਹ ਮੋਸਟਲੀ ਮੈਂ ਮਤਲਬ 13-14 ਆਵਰਸ ਇੱਕ ਦਿਨ ਦੇ ਵਿੱਚ ਇੰਨਾ ਕੰਮ ਹੁੰਦਾ ਸੀ, ਵੀਕਐਂਡ ਤਾਂ ਭੁੱਲ ਹੀ ਗਏ ਸੀ ਅਸੀਂ ਕਿੰਨਾ ਕੰਮ ਕਰਨਾ ਹੁੰਦਾ ਹੈ। ਕਿਉਂਕਿ ਸਾਹਮਣੇ ਇੱਕ ਇੰਨਾ ਸਟਰਗਲ ਦਿਖ ਰਿਹਾ ਸੀ, ਜਿਹੜੇ ਕਿ ਸਾਡੇ ਸੀਨੀਅਰ ਸੀ,
ਕਾਲਜ ਤੋਂ ਹੀ ਨਿਕਲੇ ਹੋਏ, ਉਹ ਉਹਨਾਂ ਨੂੰ ਜੋਬ ਨਹੀਂ ਲੱਗ ਰਹੀ ਸੀ, ਤਾਂ ਉਹਨਾਂ ਨੇ ਕਿਹਾ ਵੀ ਸਾਨੂੰ ਤਾਂ, ਅਸੀਂ ਤਾਂ ਟਾਈਮ ਆਪਦਾ ਗਵਾਤਾ, ਅਸੀਂ ਇੰਨਾ ਕੁਝ ਪੜ੍ਹ ਨਹੀਂ ਸਕੇ, ਤੁਸੀਂ ਇਹ ਚੀਜ਼ਾਂ ਪੜ੍ਹ ਲਓ ਜਿਹੜੀ ਇੰਡਸਟਰੀ ਨੂੰ ਰਿਕੁਆਇਰਡ ਹੈਗੀਆਂ। ਤਾਂ ਉਹਨਾਂ ਨੇ ਥੋੜਾ ਜਿਹਾ ਹੈਡਸ ਅਪ ਕਰਤਾ ਸੀ ਸਾਨੂੰ, ਤਾਂ ਅਸੀਂ ਪੜ੍ਹਨੀਆਂ ਸ਼ੁਰੂ ਕਰਤੀਆਂ। ਇੱਕ ਮੇਰਾ ਫਰੈਂਡ ਹੋਰ ਸੀ ਨਾਲ, ਅਸੀਂ ਦੋਵੇਂ ਇਕੱਠੇ ਪੜ੍ਹਦੇ ਹੁੰਦੇ ਸੀ, ਕਿਉਂਕਿ ਕੰਪਨੀ ਵੀ ਚਾਹੀਦੀ ਹੁੰਦੀ ਹੈ ਤੁਹਾਨੂੰ ਨਾਲ ਦਾ ਲਾਈਕ ਮਾਈਂਡਡ ਪਰਸਨ। ਅਗਰ ਤੁਸੀਂ ਕਿਤੇ ਮਤਲਬ ਪੜ੍ਹਦੇ ਪੜ੍ਹਦੇ ਤੁਹਾਨੂੰ ਕੋਈ ਪ੍ਰੋਬਲਮ ਆ ਜਾਏ ਤਾਂ ਤੁਸੀਂ ਡਿਸਕਸ ਕਰ ਸਕੋ, ਜਾਂ ਤੁਹਾਡਾ ਕੌਨਫੀਡੈਂਸ ਲੂਜ਼ ਹੋ ਜਾਏ, ਤੁਹਾਡੇ ਕੋਲ ਕੋਈ ਹੋਣਾ ਚਾਹੀਦਾ ਜਿਹੜਾ ਬੂਸਟ ਅਪ ਕਰੇ ਇੱਕ ਵੀ ਮਤਲਬ ਹਾਂ। ਇੱਕ ਇਨਵਾਇਰਨਮੈਂਟ ਕ੍ਰੀਏਟ ਕਰਨਾ ਬਹੁਤ ਇਨਵਾਇਰਨਮੈਂਟ, ਜ਼ਰੂਰੀ ਹਾਂ। ਹੈ ਜਦੋਂ ਤੁਸੀਂ ਜੌਬ ਸਰਚ ਕਰਦੇ ਹੋ, ਰਾਈਟ? ਹਾਂ। ਤਾਂ ਕਿ ਤੁਹਾਡਾ ਜਿਹੜਾ ਮੋਟੀਵੇਸ਼ਨਲ ਜਿਹੜਾ ਤੁਹਾਡਾ ਲੈਵਲ ਹੈਗਾ, ਉਹ ਕਦੇ ਵੀ ਮਤਲਬ ਤੁਸੀਂ ਆਪਣੇ ਟਰੈਕ ਤੋਂ ਇੱਧਰ ਉੱਧਰ ਨਾ ਹੋ ਜਾਓ। ਸੋ ਤੁਹਾਨੂੰ ਇੱਕ ਗਰੁੱਪ ਹੈਗਾ ਜਿਹੜਾ ਦੋਸਤੋ, ਜਿਹੜੀ ਜੇ ਤੁਸੀਂ ਸਟੱਡੀ ਵੀ ਕਰ ਰਹੇ ਹੋ ਜਾਂ ਤੁਸੀਂ ਇਵਨ ਕਿ ਤੁਸੀਂ ਕੰਪਨੀ 'ਚ ਵੀ ਹੋ, ਤਾਂ ਤੁਹਾਡਾ ਇੱਕ ਗਰੁੱਪ ਹੋਣਾ ਬਹੁਤ ਜ਼ਰੂਰੀ ਹੈ, ਤਾਂ ਕਿ ਤੁਸੀਂ ਇੱਕ ਬੰਦਾ ਇਕੱਲਾ ਜਿਹੜਾ ਹੈਗਾ ਉਹ ਕੁਝ ਨਹੀਂ ਕਰ ਸਕਦਾ। ਸੋ ਉਹਨੂੰ ਆਸ-ਪਾਸ ਉਹਦੇ ਜਿਹੜੇ ਫਰੈਂਡ ਸਰਕਲ ਨੇ ਉਹਨਾਂ ਤੋਂ ਬਹੁਤ ਹੈਲਪ ਮਿਲਦੀ ਆ, ਮੋਟੀਵੇਸ਼ਨ ਮਿਲਦੀ ਆ, ਹਨਾ, ਇੱਕ ਪੁਸ਼ ਮਿਲਦਾ, ਇੱਕ ਮੈਂਟਲੀ ਜਿਹੜੀ ਹੈਗੀ ਕਹਿ ਲਓ ਕਿ ਇੱਕ ਪੋਜ਼ਿਟਿਵਨੈਸ ਜਿਹੜੀ ਹੈਗੀ ਉਹ ਮਿਲਦੀ ਹੈਗੀ ਹੈ। ਸੋ ਇੱਕ এনवायरमेंट ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ। ਸੋ ਜੇ ਤੁਸੀਂ ਗਰੁੱਪ ਦੇ ਵਿੱਚ ਕੰਮ ਕਰਦੇ ਹੋ ਤਾਂ ਤੁਹਾਡੇ ਲਈ ਚੀਜ਼ਾਂ ਬਹੁਤ ਆਸਾਨ ਹੋ ਜਾਂਦੀਆਂ। ਸੋ ਧੀਰਜ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਡੀ ਜਿਹੜੀ ਫਸਟ ਇੰਟਰਵਿਊ ਸੀਗੀ ਉਹ ਕਾਫੀ ਲੰਬੀ ਚੱਲੀ, ਸੋ ਕੋਈ ਤੁਸੀਂ ਤੁਹਾਨੂੰ ਨਰਵਸਨੈਸ ਜਿਹੜੀ, ਕਿਉਂਕਿ ਫਸਟ ਇੰਟਰਵਿਊ ਕਾਲ ਹੁੰਦੀ ਹੈ, ਕਾਫੀ ਇੰਪੋਰਟੈਂਟ ਹੁੰਦੀ ਹੈ, ਸੋ ਉਹਦੇ ਲਈ ਉਹਨੂੰ ਹੈਂਡਲ ਕਰਨ ਦੇ ਲਈ ਤੁਸੀਂ ਕੋਈ ਟਿਪਸ ਦੇਣਾ ਚਾਹੁੰਦੇ ਹੋ? ਇੰਟਰਵਿਊ ਐਕਸਪੀਰੀਅੰਸ ਮੇਰਾ ਇਹੋ ਜਿਹਾ ਸੀ ਉਸ ਟਾਈਮ ਤੇ, ਕਿਉਂਕਿ ਜਨਰਲੀ ਕੀ ਹੁੰਦਾ, ਨਰਵਸਨੈਸ ਹੁੰਦੀ ਹੈ, ਸਭ ਨੂੰ ਹੁੰਦੀ ਹੈ, ਬਟ ਮੇਰਾ ਮਾਈਂਡਸੈਟ ਐਵੇਂ ਹੋ ਗਿਆ ਸੀ ਕਿਉਂਕਿ ਮੈਂ ਬਹੁਤ ਸਟਰਗਲ ਕੀਤੀ ਸੀ। ਜਿਹੜੇ ਪਾਸਟ 6 ਮੰਥ ਸੀ, ਮੈਂ ਇੰਨਾ ਟਾਈਮ ਸਪੈਂਡ ਕਰ ਚੁੱਕਿਆ ਸੀ ਕਿ ਆਪਦਾ ਮੈਂ 100% ਦੇ ਚੁੱਕਿਆ ਸੀ, ਮਤਲਬ ਉਸ ਤੋਂ ਬਾਅਦ ਮੈਂ ਦੇ ਵੀ ਨਹੀਂ ਸਕਦਾ ਸੀ। ਤਾਂ ਮੈਂ ਆਪਦੇ ਆਪ ਤੋਂ ਇੰਨਾ ਹੀ ਮਤਲਬ ਆਪਦੇ ਆਪ ਨੂੰ ਇੰਨਾ ਹੀ ਕਨਵਿੰਸ ਕੀਤਾ ਹੋਇਆ ਸੀ ਕਿ ਬਸ ਆਪਦਾ 100% ਲੈ ਕੇ ਜਾਣਾ ਹੈ, ਤੇ ਜਿਹੜਾ ਰਿਜ਼ਲਟ ਹੁੰਦਾ ਇੰਟਰਵਿਊ ਦਾ ਕਦੇ ਵੀ ਆਪਣੇ ਹੱਥ 'ਚ ਤਾਂ ਹੁੰਦਾ ਨਹੀਂ। ਆਪਾਂ ਬਿਲਕੁਲ। ਉਹਨਾਂ ਦਾ ਇੱਕ 100% ਦੇ ਕੇ ਜਾਣਾ ਹੈ। ਅਗਰ ਉਹਨਾਂ ਨੂੰ ਲੱਗਿਆ ਤਾਂ ਉਹ ਸਿਲੈਕਟ ਕਰ ਲੈਣਗੇ, ਨਹੀਂ ਹਮ, ਲੱਗਿਆ ਤਾਂ ਸਿਲੈਕਟ ਨਹੀਂ ਕਰਨਗੇ। ਆਪਾਂ ਉਸ ਚੀਜ਼ ਨੂੰ ਕੰਟਰੋਲ ਵੀ ਨਹੀਂ ਕਰ ਸਕਦੇ, ਤਾਂ ਆਪਾਂ ਅਨਨੈਸੈਸਰੀ ਉਹਦੀ ਵਰੀ ਲੈ ਕੇ ਤੇ ਕੁਝ ਕਰ ਨਹੀਂ ਸਕਦੇ ਅੱਗੇ, ਕਿਉਂਕਿ ਰਿਜੈਕਸ਼ਨ ਬਹੁਤ ਹੁੰਦੀ ਹੈ ਲਾਈਫ 'ਚ, ਬਹੁਤ ਮਿਲਣਗੀਆਂ। ਇਹ ਤਾਂ ਹਾਲੇ ਸਟਾਰਟਿੰਗ ਹੁੰਦੀ ਹੈ ਕਾਲਜ ਲਾਈਫ ਦੀ। ਤਾਂ ਇਹ ਤੁਹਾਨੂੰ ਦਿਮਾਗ 'ਚ ਲੈ ਕੇ ਚੱਲਣੀ ਪੈਂਦੀ ਹੈ ਕਿ ਤੁਸੀਂ ਆਪਦਾ 100% ਪ੍ਰੀਪੇਅਰ ਕਰੋ, ਤੇ ਅਗਰ ਉਹਨਾਂ ਨੂੰ ਮਤਲਬ ਨਹੀਂ, ਉਹਨਾਂ ਨੂੰ ਨਹੀਂ ਲੱਗਿਆ ਸਹੀ, ਤਾਂ ਤੁਸੀਂ ਆਪਦਾ ਉਹ ਗਲਤੀਆਂ ਜਿਹੜੀਆਂ ਉਹਨਾਂ ਨੇ, ਕਿਉਂਕਿ ਹਰ ਇੰਟਰਵਿਊ ਤੋਂ ਬਾਅਦ ਤੁਹਾਨੂੰ ਇੱਕ ਫੀਡਬੈਕ ਦਿੱਤਾ ਜਾਂਦਾ ਹੈ ਕਿ ਤੁਸੀਂ ਬਿਲਕੁਲ। ਕਿਸ ਚੀਜ਼ ਤੇ ਲੈਕ ਕਰ ਰਹੇ ਹੋ। ਤਾਂ ਬਿਲਕੁਲ। ਜਿਵੇਂ ਮੋਸਟਲੀ ਜਿਹੜਾ ਟੈਕਨੀਕਲ ਅਗਰ ਸਾਈਡ ਤੋਂ ਬੋਲਾਂ ਮੈਂ, ਜਿਹੜੇ ਬੀਟੈਕ ਗ੍ਰੈਜੂਏਟਸ ਜਾਂਦੇ ਤਾਂ ਉਹਨਾਂ ਦੇ ਜਿਹੜੇ ਰਿਜੈਕਸ਼ਨ ਹੁੰਦਾ, ਉਹਨਾਂ ਦਾ ਕਾਰਨ ਮੋਸਟਲੀ ਇਹੀ ਹੁੰਦਾ ਕਿ ਉਹ ਟੈਕਨੀਕਲੀ ਇੰਨੇ ਸਟਰੋਂਗ ਨਹੀਂ ਹੈਗੇ ਸੀ। ਤਾਂ ਉਹ ਪੁਆਇੰਟ ਉਹਨਾਂ ਨੂੰ ਮਤਲਬ ਵਾਇਆ HR ਜਾਂ ਫਿਰ ਜਿਹੜਾ ਮੈਨੇਜਰ ਹੈ ਉਹ ਜ਼ਰੂਰ ਦਿੰਦਾ ਜਦੋਂ ਰਿਜੈਕਟ ਕਰਦੇ ਨੇ, ਵੀ ਤੁਸੀਂ ਅਗਰ ਇਸ ਚੀਜ਼ ਸੱਚੇ ਹੁੰਦੇ ਤਾਂ ਤੁਹਾਨੂੰ ਸ਼ਾਇਦ ਕੰਸੀਡਰ ਕਰ ਲਿੱਤਾ ਜਾਂਦਾ। ਕੰਸੀਡਰ ਕਰ ਲੈਂਦੇ। ਤਾਂ ਉਹ ਚੀਜ਼ ਆਪਣੇ ਐਜ਼ ਏ ਪੋਜ਼ਿਟਿਵ ਲੈ ਕੇ ਚੱਲੋ ਕਿ ਉਹਨਾਂ ਨੇ ਤੁਹਾਨੂੰ ਇੱਕ ਨਵੀਂ ਚੀਜ਼ ਇੰਪਰੂਵ ਕਰਨ ਵਾਸਤੇ ਦੱਸੀ ਹੈ, ਤੁਸੀਂ ਇੰਪਰੂਵ ਕਰੋ। ਤੇ ਜਨਰਲੀ ਅਗਰ ਤੁਸੀਂ ਸੇਮ ਹੀ ਕੰਪਨੀ ਨੂੰ ਟਾਰਗੇਟ ਕਰ ਰਹੇ ਹੋ ਤਾਂ ਹਰ ਕੰਪਨੀ ਦਾ ਆਪਣਾ ਇੱਕ ਕੂਲਿੰਗ ਪੀਰੀਅਡ ਬੋਲਦੇ ਨੇ 3-4 ਮੰਥਸ ਦਾ, ਤੁਸੀਂ ਉਸ ਤੋਂ ਬਾਅਦ ਉਸ ਕੰਪਨੀ 'ਚ ਦੁਬਾਰਾ ਅਪਲਾਈ ਕਰ ਸਕਦੇ ਹੋ, ਤੇ ਉਹ ਜਿਹੜੀ ਫੀਡਬੈਕ ਦਿੱਤੇ ਸੀ ਉਹ ਸਾਰੀ ਚੀਜ਼ਾਂ ਪੜ੍ਹ ਕੇ ਦੁਬਾਰਾ ਜਾ ਸਕਦੇ ਹੋ। ਬਿਲਕੁਲ। ਬਟ ਅਗਰ ਤੁਸੀਂ ਕਿਤੇ ਹੋਰ ਵੀ ਜਾਣਾ ਚਾਹੁੰਦੇ ਹੋ ਤਾਂ ਇੱਕ ਤਰ੍ਹਾਂ ਦਾ ਤੁਹਾਡੇ ਇੱਕ ਐਡ ਔਨ ਹੀ ਹੋ ਜਾਊਗਾ, ਕਿਉਂਕਿ ਤੁਹਾਨੂੰ ਕੋਈ ਇਹੋ ਜਿਹੀ ਚੀਜ਼ ਨਹੀਂ ਆਉਂਦੀ ਸੀ ਤੇ ਤੁਸੀਂ ਹੁਣ ਆਉਂਦੀ ਹੈ ਤੁਹਾਨੂੰ, ਤਾਂ ਤੁਹਾਨੂੰ ਥੋੜਾ ਜਿਹਾ ਕੌਨਫੀਡੈਂਸ ਵੀ ਮਿਲੂਗਾ। ਸੋ ਬਟ ਹਾਂ, ਰਿਜੈਕਸ਼ਨ ਹੁੰਦੀ ਨੇ, ਉਹ ਤਾਂ ਮਤਲਬ ਜਨਰਲੀ ਹੈਗੀ ਹੈ ਹਰ ਕੰਪਨੀ, ਕਿਉਂਕਿ ਇੰਨੇ ਕੈਂਡੀਡੇਟਸ ਨਿਕਲਦੇ ਨੇ ਹਰ ਸਾਲ, ਤਾਂ ਸਾਰਿਆਂ ਨੂੰ ਤਾਂ ਹਾਇਰ ਕਰ ਨਹੀਂ ਸਕਦੀ ਕੰਪਨੀਜ਼, ਤਾਂ ਪਰਟੀਕੁਲਰ ਰਿਕੁਆਇਰਮੈਂਟ ਹੀ ਹੁੰਦੀ ਹੈ। ਸਰ, ਤੁਹਾਡੇ ਅਕੋਰਡਿੰਗ ਰਿਜੈਕਸ਼ਨ ਨੂੰ ਵੀ ਇੱਕ ਪੋਜ਼ਿਟਿਵ ਹੀ ਇੱਕ ਲੈ ਕੇ ਚੱਲਣਾ ਚਾਹੀਦਾਗਾ, ਕਿ ਉਹ ਤੋਂ ਵੀ ਤੁਹਾਨੂੰ ਬਹੁਤ ਚੀਜ਼ਾਂ ਸਿੱਖਣ ਨੂੰ ਮਿਲਦੀਆਂ, ਤੁਸੀਂ ਇੱਕ ਨਵੇਂ ਹਮ, ਪਰਸਨ ਨੂੰ ਮਿਲਦੇ ਹੋ, ਹਨਾ। ਤੁਹਾਨੂੰ ਹੋ ਸਕਦਾ ਤੁਹਾਨੂੰ ਉਸ ਦੇ ਵਿੱਚ ਨਵੇਂ-ਨਵੇਂ ਕੁਐਸਚਨ ਪੁੱਛੇ ਗਏ ਹੋਣ ਜਿਹੜੇ ਤੁਸੀਂ ਸੋਚੇ ਵੀ ਨਾ ਹੋਣ। ਸੋ ਹਮ, ਰਿਜੈਕਸ਼ਨ ਨੂੰ ਵੀ ਇੱਕ ਤਰ੍ਹਾਂ ਦਾ ਆਪਾਂ ਪੋਜ਼ਿਟਿਵ ਹੀ ਲੈ ਕੇ ਚੱਲੀਏ। ਸੋ ਧੀਰਜ, ਸਟਾਰਟਿੰਗ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਇੱਕ ਸਟਾਰਟਅਪ ਕੰਪਨੀ ਤੋਂ ਕਰੀਅਰ ਸਟਾਰਟ ਕੀਤਾ, ਸੋ ਮੈਂ ਇਹ ਜ਼ਰੂਰ ਜਾਣਨਾ ਚਾਹਾਂਗੇ ਆਪਾਂ ਕਿ ਇੱਕ ਫਰੈਸ਼ਰ ਲਈ ਸਟਾਰਟਅਪ ਕੰਪਨੀ ਕਿੰਨੀ ਕੁ ਵਧੀਆ ਰਹਿੰਦੀ ਆ, ਕਿ ਉਹਨੂੰ ਡਾਇਰੈਕਟ MNC ਦੇ ਵਿੱਚ ਹੀ ਜਾਣਾ ਚਾਹੀਦਾ? ਸੋ ਤੁਹਾਡੀ ਇਹਦੇ ਬਾਰੇ ਕੀ ਵਿਚਾਰ ਨੇ? ਮੇਰੀ ਅੰਡਰਸਟੈਂਡਿੰਗ ਇਹ ਹੈ ਕਿ ਕੰਪਨੀ ਇੰਨੀ ਜ਼ਿਆਦਾ ਮੈਟਰ ਨਹੀਂ ਕਰਦੀ, ਮੋਸਟਲੀ ਮੈਟਰ ਕਰਦਾ ਕੰਮ ਕਿਹੋ ਜਿਹਾ ਹੈ। ਅਗਰ ਕਿਉਂਕਿ ਤੁਹਾਨੂੰ ਇੱਕ ਕੰਮ ਦੱਸਿਆ ਜਾਂਦਾ ਜਦੋਂ ਤੁਹਾਡਾ ਇੰਟਰਵਿਊ ਹੁੰਦਾ ਵੀ ਅਸੀਂ ਇਸ ਪ੍ਰੋਫਾਈਲ ਨੂੰ ਦੇਖ ਰਹੇ ਹਾਂ, ਤੇ ਅਸੀਂ ਇਹ ਕੈਂਡੀਡੇਟ ਦੇ ਵਿੱਚ ਇਹ ਚੀਜ਼ਾਂ ਦੇਖ ਰਹੇ ਹਾਂ, ਤਾਂ ਉਹ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਜਾਂਦਾ, ਜੋਬ ਡਿਸਕ੍ਰਿਪਸ਼ਨ ਜਿਹਨੂੰ ਬੋਲਦੇ ਨੇ। ਤਾਂ ਉਹਦੇ ਵਿੱਚ ਸਾਰੀ ਚੀਜ਼ਾਂ ਲਿਖੀਆਂ ਹੁੰਦੀਆਂ, ਅਸੀਂ ਇਸ ਤਰ੍ਹਾਂ ਦਾ ਕੈਂਡੀਡੇਟ ਲੱਭ ਰਹੇ ਹਾਂ। ਅਗਰ ਤੁਹਾਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਇੰਟਰਵਿਊ ਦੇ ਰਹੇ ਹੋ ਤੁਸੀਂ ਵੀ ਪੁੱਛ ਸਕਦੇ ਹੋ ਵੀ ਐਕਚੁਅਲੀ ਕੰਮ ਕੀ ਹੈ, ਪ੍ਰੋਜੈਕਟ ਕੀ ਹੈ, ਤੇ ਕਿੰਨਾ ਕੁ ਸਟੇਬਲ ਪ੍ਰੋਜੈਕਟ ਹੈ, ਤਾਂ ਜਨਰਲੀ MNC ਦਾ
ਮਤਲਬ ਇੱਕ ਜਾਨ ਦਾ ਨੁਕਸਾਨ ਬੋਲਦੇ ਆ ਕਹਿ ਲਓ, ਜਾਂ ਉਹਨੂੰ ਕੁਝ ਵੀ ਕਹਿ ਲਓ, ਡਿਸਐਡਵਾਂਟੇਜ ਜਿਵੇਂ ਉਹਦਾ ਇਹ ਰਹਿੰਦਾ ਹੈ ਕਿ ਕਿਉਂਕਿ ਉਹ ਜਿਹੜਾ ਪ੍ਰੋਡਕਟ ਤੇ ਕੰਮ ਕਰ ਰਹੀ ਹੁੰਦੀ ਹੈ ਐਮਐਨਸੀ, ਤਾਂ ਇੰਨੇ ਸਾਲ ਤੋਂ ਕੰਮ ਕਰ ਰਹੀ ਹੈ, ਉਹ ਪ੍ਰੋਡਕਟ ਆਲਰੇਡੀ ਇੱਕ ਤਰ੍ਹਾਂ ਦਾ ਸਟੇਬਲ ਹੋ ਗਿਆ ਹੈ। ਤਾਂ ਬਿਲਕੁਲ। ਉਹਦੇ ਜਿੰਨੀ ਐਨਹਾਂਸਮੈਂਟ ਹੋਣੀ ਸੀ, ਜਿੰਨੇ ਉਹਨਾਂ 'ਚ ਨਵੀਂ ਚੀਜ਼ਾਂ ਪਾਉਣੀਆਂ ਸੀ ਉਸ ਪ੍ਰੋਜੈਕਟ 'ਚ, ਉਹ ਆਲਰੇਡੀ ਪਾ ਚੁੱਕੇ ਨੇ। ਜਾਂ ਫਿਰ ਹਲੇ ਵੀ ਜਿਹੜੀ ਐਡ ਔਨ ਹੋ ਰਹੀ ਹੈ ਤਾਂ ਉਹਨਾਂ ਦੀ ਮਤਲਬ ਫ੍ਰੀਕੁਐਂਸੀ ਘੱਟ ਹੋ ਗਈ ਹੈ, ਵੀ ਮਤਲਬ ਪਹਿਲਾਂ ਜਿਹੜੀ ਹਰ ਮਹੀਨੇ ਉਹ ਨਵੀਂ ਚੀਜ਼ ਪਾ ਕੇ ਦੇ ਰਹੇ ਸੀ, ਹੁਣ ਉਹ ਹਰ 6 ਮਹੀਨੇ 'ਚ ਪਾ ਕੇ ਦੇ ਰਹੇ ਨੇ ਕਲਾਇੰਟ ਨੂੰ। ਤਾਂ ਇਹ ਜਿਹੜੀ ਫ੍ਰੀਕੁਐਂਸੀ ਘੱਟ ਹੋਣ ਦੀ ਵਜ੍ਹਾ ਨਾਲ ਤੁਹਾਨੂੰ ਜਿਹੜੇ ਤੁਹਾਡਾ ਡਿਵੈਲਪਮੈਂਟ ਐਕਸਪੀਰੀਅੰਸ ਹੈ ਉਹ ਵੀ ਥੋੜਾ ਘੱਟ ਹੋ ਜਾਊਗਾ। ਤਾਂ ਤੁਹਾਨੂੰ ਜ਼ਿਆਦਾਤਰ ਚੀਜ਼ਾਂ ਨੂੰ ਸਟੇਬਲ ਬਣਾਉਣ ਦਾ ਫੋਕਸ ਕੀਤਾ ਜਾਵੇਗਾ, ਰੈਦਰ ਦੈਨ ਤੁਸੀਂ ਸਿੱਖੋਗੇ ਕਿ ਕਿਵੇਂ ਨਵੀਂ ਚੀਜ਼ ਪਾਈਦੀ ਹੈ। ਉਹਦਾ ਥੋੜਾ ਐਕਸਪੀਰੀਅੰਸ ਘੱਟ ਹੋ ਜਾਊਗਾ, ਜਿੰਦਾ ਕਿ ਸਿੱਧਾ ਇਫੈਕਟ ਆਉਂਦਾ ਹੈ ਫਰੈਸ਼ਰਸ ਦੇ ਉੱਤੇ, ਕਿਉਂਕਿ ਫਰੈਸ਼ਰਸ ਜਿਹੜੇ ਨੇ ਉਹ ਜਸਟ ਇੰਡਸਟਰੀ ਤੇ ਐਂਟਰ ਕੀਤੇ ਨੇ ਤੇ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਹਲੇ। ਉਹਨਾਂ ਬਿਲਕੁਲ। ਨੂੰ ਅਗਰ ਡਿਵੈਲਪਮੈਂਟ ਐਕਸਪੀਰੀਅੰਸ ਇੰਨਾ ਨਾ ਮਿਲੇ ਤਾਂ ਉਹ ਜਨਰਲੀ ਕੀ ਕਰਨਗੇ, ਉਹਨਾਂ ਨੂੰ ਇੱਕ ਲਿਮਿਟਿਡ ਨੌਲੇਜ ਰਹੂਗੀ ਕਿ ਇੱਕ ਨਵੀਂ ਚੀਜ਼ ਨੂੰ ਕਿਵੇਂ ਪਾਈਦਾ, ਬਟ ਕਦੇ ਵੀ ਉਹਨਾਂ ਨੂੰ ਐਵੇਂ ਪੂਰੇ ਪ੍ਰੋਡਕਟ ਦੀ ਨੌਲੇਜ ਨਹੀਂ ਹੋ ਸਕਦੀ ਇੰਨੀ ਜਲਦੀ। ਉਹਨਾਂ ਨੂੰ ਘੱਟੋ ਘੱਟ 5-6 ਸਾਲ ਲਾਣੇ ਪੈਣੇ ਉਸ ਕੰਪਨੀ 'ਚ, ਤਾਂ ਜਾ ਕੇ ਪ੍ਰੋਡਕਟ ਦੀ ਐਕਚੁਅਲ ਨੌਲੇਜ ਸਟਾਰਟ ਹੋਊਗੀ। ਬਿਲਕੁਲ। ਤਾਂ ਸਟਾਰਟਅਪ 'ਚ ਕੀ ਫਾਇਦਾ ਹੈ, ਸਟਾਰਟਅਪ 'ਚ ਕੰਮ ਹੀ ਪ੍ਰੋਡਕਟ ਤੇ ਹੁੰਦਾ ਡਾਇਰੈਕਟਲੀ, ਤੇ ਕਿਉਂਕਿ ਸਟਾਰਟਅਪ ਹੈ ਤਾਂ ਉਹਨਾਂ ਦਾ ਪ੍ਰੋਡਕਟ ਵੀ ਕਾਫੀ ਛੋਟਾ ਹੁੰਦਾ ਹੈ, ਹਲੇ ਮਾਰਕੀਟ 'ਚ ਇੰਨਾ ਗਿਆ ਨਹੀਂ ਹੈ। ਤਾਂ ਬਿਲਕੁਲ। ਉਸ ਚੀਜ਼ ਤੇ ਅਗਰ ਤੁਸੀਂ ਸਟਾਰਟਿੰਗ ਤੋਂ ਕੰਮ ਕਰੋਗੇ ਤਾਂ ਤੁਸੀਂ ਇੱਕ ਪੂਰਾ ਪ੍ਰੋਡਕਟ ਬਣਾ ਰਹੇ ਹੋ, ਤੁਹਾਨੂੰ ਥਰੂ ਆਊਟ ਦਾ ਪ੍ਰੋਡਕਟ ਨੌਲੇਜ ਰਹੂਗੀ। ਈਵਨ ਅਗਰ ਤੁਸੀਂ ਇੱਕ ਪਰਟੀਕੂਲਰ ਚੀਜ਼ ਤੇ ਕੰਮ ਕਰ ਰਹੇ ਹੋ ਪ੍ਰੋਡਕਟ ਤੇ, ਬਟ ਤੁਸੀਂ ਕਿਉਂਕਿ ਕੰਪਨੀ ਛੋਟੀ ਹੋਊਗੀ ਤਾਂ ਤੁਸੀਂ ਅਲੱਗ-ਅਲੱਗ ਲੋਕਾਂ ਨਾਲ ਇੰਟਰੈਕਟ ਕਰੋਗੇ, ਤੁਹਾਡਾ ਡਾਇਰੈਕਟ ਇੰਟਰੈਕਸ਼ਨ ਹੋਊਗਾ ਜਿਹੜੇ ਸੀਈਓਜ਼ ਨੇ ਜਾਂ ਸੀਟੀਓਜ਼ ਨੇ, ਤਾਂ ਤੁਸੀਂ ਉਹਨਾਂ ਨਾਲ ਤੁਹਾਨੂੰ ਡਾਇਰੈਕਟ ਇੰਟਰੈਕਸ਼ਨ ਹੋਊਗਾ, ਤੁਹਾਨੂੰ ਪਤਾ ਚੱਲੂਗਾ ਚੀਜ਼ਾਂ ਕਿਵੇਂ ਹੈਂਡਲ ਹੋਈਦੀਆਂ, ਮਤਲਬ ਕਲਾਇੰਟ ਨਾਲ ਕਿਵੇਂ ਇੰਟਰੈਕਸ਼ਨ ਹੁੰਦਾ। ਮਤਲਬ ਤੁਸੀਂ ਇੱਕ ਤਰ੍ਹਾਂ ਦੇ ਫੁੱਲ ਸਟੈਕ ਡਿਵੈਲਪਰ ਹੋ ਜਾਓਗੇ, ਤੁਹਾਨੂੰ ਹਰ ਚੀਜ਼ ਦੀ ਜਾਣਕਾਰੀ ਹੋ ਜਾਊਗੀ, ਤੁਹਾਨੂੰ ਕੋਡਿੰਗ ਵੀ ਆਉਂਦੀ ਹੋਊਗੀ, ਤੁਹਾਨੂੰ ਆਰਕੀਟੈਕਟ ਵੀ ਡਿਜ਼ਾਈਨ ਜਿਵੇਂ ਕਿਵੇਂ ਕਰੀਦਾ ਕੋਈ ਚੀਜ਼ ਨੂੰ ਉਹ ਵੀ ਪਤਾ ਹੋਊਗਾ, ਕਿਵੇਂ ਡੈਡਲਾਈਨਸ ਰੱਖੀ ਦੀਆਂ, ਮਤਲਬ ਕੋਈ ਟਾਸਕ ਅਗਰ ਤੁਹਾਨੂੰ ਮਿਲੀ ਹੈ ਤਾਂ ਤੁਸੀਂ ਇਹ ਕਿਵੇਂ ਪ੍ਰੈਡਿਕਟ ਕਰੋਗੇ, ਤੁਸੀਂ ਕਿੰਨੇ ਦਿਨਾਂ ਵਿੱਚ ਕਰੋਗੇ ਉਹਨੂੰ, ਬਿਲਕੁਲ। ਕਿਉਂਕਿ ਤੁਹਾਨੂੰ ਇਹ ਪਹਿਲਾਂ ਤਾਂ ਪਤਾ ਨਹੀਂ ਹੁੰਦਾ, ਬਟ ਤੁਸੀਂ ਜਦੋਂ ਡਿਜ਼ਾਈਨ ਲੈਵਲ ਤੇ ਜਾਓਗੇ ਤਾਂ ਉੱਥੇ ਤੁਸੀਂ ਆਬਜ਼ਰਵ ਕਰਨ ਲੱਗ ਜਾਓਗੇ ਕਿ ਇਹ ਆਪਾਂ ਪ੍ਰੈਡਿਕਟ ਕਰ ਸਕਦੇ ਹਾਂ ਵੀ ਚੀਜ਼ਾਂ ਕਿੰਨੇ ਦਿਨਾਂ 'ਚ ਕਰ ਸਕਦੇ ਹਾਂ। ਉਸ ਵਜ੍ਹਾ ਨਾਲ ਤੁਸੀਂ ਇੱਕ ਟਾਈਮਲੀ ਮੈਨਰ ਨੂੰ ਫੋਲੋ ਕਰੋਗੇ ਤੇ ਤੁਹਾਡੀ ਡਿਵੈਲਪਮੈਂਟ ਐਕਸਪੀਰੀਅੰਸ ਬਹੁਤ ਵਧੀਆ ਰਹੂਗਾ ਤੇ ਤੁਹਾਡੀ ਗਰੋਥ ਵੀ ਬਹੁਤ ਜਲਦੀ ਹੋਊਗੀ ਤੇ ਬਹੁਤ ਸਪੀਡ ਨਾਲ ਤੁਸੀਂ ਸਿੱਖੋਗੇ। ਜਿਹੜਾ ਕੰਮ ਮਤਲਬ ਮੈਂ ਜਿਹੜਾ ਐਕਸਪੀਰੀਅੰਸ ਕੀਤਾ ਐਮਐਨਸੀ ਜਿਹੜਾ 3 ਮਹੀਨੇ 'ਚ ਹੁੰਦਾ ਹੈ, ਉਹ ਉੱਥੇ ਤੁਸੀਂ 20 ਦਿਨਾਂ ਵਿੱਚ ਕਰ ਸਕਦੇ ਹੋ। ਇੰਨਾ ਫਾਸਟ ਹੁੰਦਾ ਸਟਾਰਟਅਪ ਵਿੱਚ। ਸੋ ਬਿਲਕੁਲ ਧੀਰੇ, ਬਟ ਜਿਹੜੀ ਸਟਾਰਟਅਪ ਕੰਪਨੀ ਆ, ਆਪਾਂ ਕੋਈ ਸਟੂਡੈਂਟ ਹੈ ਜਿਹੜਾ ਵਿਚਾਰਾ ਹਜੇ ਜਸਟ ਕਾਲਜ ਤੋਂ ਨਿਕਲਿਆ, ਉਹਨੂੰ ਕੋਈ ਇੰਨਾ ਆਈਡੀਆ ਨਹੀਂ ਹੈਗਾ ਕਿ ਕੰਪਨੀਜ਼ ਦੇ ਵਿੱਚ ਕੰਮ ਕਿੱਦਾਂ ਹੁੰਦਾ, ਇੱਕ ਸਟਾਰਟਅਪ ਕੰਪਨੀ ਕੰਮ ਕਿਵੇਂ ਕਰਦੀ ਹੈ। ਸੋ ਉਹਦੇ ਲਈ ਕਾਫੀ ਆਈ ਥਿੰਕ ਇਹ ਮੁਸ਼ਕਲ ਹੁੰਦਾ ਕਿ ਬੈਸਟ ਜਿਹੜੀ ਸਟਾਰਟਅਪ ਹੈਗੀ ਉਹ ਕਿਹੜੀ ਰਹੇਗੀ ਮੇਰੇ ਲਈ। ਲਾਈਕ ਕਿ ਕੁਝ ਸਟਾਰਟਅਪਸ ਹੁੰਦੀਆਂ ਜਿਹੜੀਆਂ ਉਹਨਾਂ ਨੂੰ ਮੋਸਟਲੀ ਜਿਹੜੀਆਂ ਸਾਰੀਆਂ ਸਟਾਰਟਅਪਸ ਹੀ ਹੁੰਦੀਆਂ ਉਹਨਾਂ ਦੇ ਵਿੱਚ ਜਿਹੜੀ ਫੰਡਿੰਗ ਦੇ ਬੇਸ ਤੇ ਹੀ ਕੰਮ ਜਿਹੜਾ ਹੈਗਾ ਚੱਲਦਾ, ਯਾਨੀ ਕਿ ਰੈਵਨਿਊ ਨਹੀਂ ਜਨਰੇਟ ਕਰਦੀਆਂ ਇਨੀਸ਼ੀਅਲ ਸਟੇਜ ਦੇ ਵਿੱਚ। ਸੋ ਇਹ ਆਪਾਂ ਕਿਵੇਂ ਜਾਣ ਸਕਦੇ ਹਾਂ ਕਿ ਜਿਹੜੀ ਇਹ ਸਟਾਰਟਅਪ ਹੈਗੀ ਆ ਇਹਦੇ ਵਿੱਚ ਮੇਰਾ ਫਿਊਚਰ ਜਿਹੜਾ ਹੈਗਾ ਵਧੀਆ ਹੈਗਾ। ਸੋ ਇਹਦੇ ਬਾਰੇ ਤੁਸੀਂ ਥੋੜਾ ਜਿਹਾ ਸਾਨੂੰ ਜਾਣਕਾਰੀ ਦਿਓ। ਸਟਾਰਟਅਪ 'ਚ ਕੰਮ ਕਰਨ ਦਾ ਐਜ਼ ਅ ਫਰੈਸ਼ਰ ਅਗਰ ਮੈਂ ਦੇਖਾਂ ਤਾਂ ਫਰੈਸ਼ਰ ਦਾ ਮਾਈਂਡਸੈਟ ਕੀ ਹੋਣਾ ਚਾਹੀਦਾ ਕਿ ਉਹਨੂੰ ਜ਼ਿਆਦਾ ਫੋਕਸ ਨਹੀਂ ਕਰਨਾ ਚਾਹੀਦਾ ਕਿ ਕਿੰਨਾ ਉਹਨੂੰ ਕੰਪਨਸੇਸ਼ਨ ਮਿਲ ਰਿਹਾ ਮਾਰਕੀਟ ਤੋਂ, ਕਿੰਨਾ ਉਹਦਾ ਸੀਟੀਸੀ ਹੈ, ਇਸ ਚੀਜ਼ ਨੂੰ ਜ਼ਿਆਦਾ ਫੋਕਸ ਨਹੀਂ ਦੇਣਾ ਚਾਹੀਦਾ। ਰੈਦਰ ਦੈਨ ਉਹਨੂੰ ਆਪਦੀ ਸਕਿੱਲ ਡਿਵੈਲਪ ਕਰਨੀ ਚਾਹੀਦੀ ਹੈ, ਜਿਹੜਾ ਕਿ ਉਹ ਗੈਪ ਸੀ ਉਹਦਾ ਕਾਲਜ ਲਾਈਫ ਦਾ, ਜਿਹੜਾ ਕਾਲਜ 'ਚ ਪੜ੍ਹਾਈ ਕੀਤੀ ਹੈ ਉਹਦਾ ਤੇ ਇੰਡਸਟਰੀਅਲ ਗੈਪ, ਉਹ ਫਿਲ ਜਿੰਨਾ ਜਲਦੀ ਕਰ ਸਕਦਾ ਉਹ ਕਰਨਾ ਚਾਹੀਦਾ ਹੈ ਅਗਰ ਉਹਨੂੰ ਅੱਛਾ ਸਰਵਾਈਵ ਕਰਨਾ ਹੈ ਇੰਡਸਟਰੀ 'ਚ ਜਾਂ ਫਿਰ ਅੱਛੀ ਗਰੋ ਕਰਨੀ ਹੈ। ਤਾਂ ਉਹਦੇ ਵਾਸਤੇ ਸਟਾਰਟਅਪ ਦਾ ਸਭ ਤੋਂ ਵਧੀਆ ਕੀ ਹੈ ਕਿ ਅੱਜ ਕੱਲ੍ਹ ਤਾਂ ਸਟਾਰਟ ਹੋ ਗਿਆ, ਪਹਿਲਾਂ ਇੰਨਾ ਨਹੀਂ ਸੀ ਜਦੋਂ ਮੈਂ ਸ਼ੁਰੂ ਕੀਤਾ ਸੀ। ਤਾਂ ਐਂਜਲ ਲਿਸਟ ਕਰਕੇ ਹੈਗੀ ਹੈ ਇੱਕ ਵੈਬਸਾਈਟ, ਤਾਂ ਉਹਦੇ ਤੇ ਮੋਸਟਲੀ ਸਟਾਰਟਅਪ ਦੀ ਲਿਸਟਿੰਗ ਹੁੰਦੀ ਹੈ। ਅਗਰ ਤੁਸੀਂ ਕੋਈ ਵੀ ਸਟਾਰਟਅਪ ਇੰਡੀਆ ਵਿੱਚ ਕੰਮ ਕਰ ਰਹੇ ਹੋ, ਆਈ ਥਿੰਕ ਬਾਹਰ ਵੀ ਚੱਲਦੀ ਹੈ ਉਹ ਸਾਈਟ, ਤਾਂ ਉਹਦੇ ਵਿੱਚ ਤੁਸੀਂ ਸਰਚ ਕਰ ਸਕਦੇ ਹੋ ਤੇ ਸਟਾਰਟਅਪ ਦੀ ਉਹਦੇ ਵਿੱਚ ਤੁਸੀਂ ਉਹਨੂੰ ਪਿਕ ਕਰ ਸਕਦੇ ਹੋ ਕਿਹੜੀ ਸਟਾਰਟਅਪ ਵਿੱਚ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ। ਉਹਨਾਂ ਦੀ ਵੈਬਸਾਈਟ ਤੇ ਜਾ ਸਕਦੇ ਹੋ, ਕਰੀਅਰ ਪੇਜ ਤੇ ਜਾ ਸਕਦੇ ਹੋ, ਉੱਥੇ ਅਪਲਾਈ ਫਾਈਲ ਕਰ ਸਕਦੇ ਹੋ, ਤੁਹਾਡਾ ਸੀਵੀ ਅਪਲੋਡ ਕਰ ਸਕਦੇ ਹੋ। ਤਾਂ ਮੋਸਟਲੀ ਕਿਉਂਕਿ ਸਟਾਰਟਅਪ ਨੇ ਤਾਂ ਬਹੁਤ ਐਕਟਿਵਲੀ ਲੁੱਕ ਕਰਦੇ ਨੇ ਕੈਂਡੀਡੇਟ ਵਾਸਤੇ, ਤਾਂ ਅਗਰ ਉਹਨਾਂ ਨੂੰ ਰਾਈਟ ਕੈਂਡੀਡੇਟ ਲੱਗਦਾ ਹੈ, ਪ੍ਰੋਫਾਈਲ ਸੇਮ ਲੱਗਦੀ ਹੈ ਤਾਂ ਇਮੀਡੀਏਟਲੀ ਕਾਲ ਕਰਦੇ ਨੇ। ਤਾਂ ਕਾਲ ਲੈ ਕੇ ਆਉਣਾ ਸਟਾਰਟਅਪ ਤੋਂ ਤਾਂ ਵੈਰੀ ਈਜ਼ੀ ਹੈ, ਉਹਦੇ ਵਾਸਤੇ ਤਾਂ ਕੁਛ ਵੀ ਨਹੀਂ ਕਰਨਾ। ਬਟ ਕੰਪੇਅਰ ਟੂ ਦਾ ਅਗਰ ਤੁਸੀਂ ਐਮਐਨਸੀ ਦੇਖੋ ਤਾਂ ਸਟਾਰਟਅਪ ਦਾ ਜਿਹੜਾ ਇੰਟਰਵਿਊ ਥੋੜਾ ਜਿਹਾ ਟਫ ਹੁੰਦਾ ਹੈ, ਕਿਉਂਕਿ ਟਫ ਇਸ ਲੈਵਲ ਤੇ ਕਿ ਉਹਨਾਂ ਦਾ ਪ੍ਰੈਕਟੀਕਲ ਐਕਸਪੀਰੀਅੰਸ ਜ਼ਿਆਦਾ ਮੰਗਿਆ ਜਾਂਦਾ ਉੱਥੇ, ਵੀ ਐਕਚੁਅਲੀ ਤੁਹਾਨੂੰ ਚੀਜ਼ਾਂ ਆਉਂਦੀਆਂ ਨੇ। ਤੇ ਜਿਹੜੇ ਐਮਐਨਸੀ ਦੇ ਇੰਟਰਵਿਊ ਹੁੰਦੇ ਆ ਉੱਥੇ ਤੁਹਾਨੂੰ ਪ੍ਰੋਬਲਮ ਸੋਲਵਿੰਗ, ਲੌਜੀਕਲ ਥਿੰਕਿੰਗ, ਡਿਜ਼ਾਈਨਿੰਗ, ਇਹ ਚੀਜ਼ਾਂ ਜ਼ਿਆਦਾ ਪੁੱਛੀਆਂ ਜਾਂਦੀਆਂ। ਪ੍ਰੋਜੈਕਟ ਇੰਨੇ ਜ਼ਿਆਦਾ ਡਿਸਕਸ ਨਹੀਂ ਹੁੰਦੇ। ਅਗਰ ਕਾਫੀ ਅੱਛੀ ਕੰਪਨੀ ਹੈ ਜਿਵੇਂ ਗੂਗਲ ਜਾਂ ਫਿਰ ਮਾਈਕਰੋਸੋਫਟ ਹੋ ਗਏ, ਫੈਂਗ ਕੰਪਨੀਜ਼ ਜਿਹਨੂੰ ਬੋਲਦੇ ਨੇ, ਇਹ ਫਿਰ ਵੀ ਪ੍ਰੋਜੈਕਟ ਤੇ ਡਿਸਕਸ ਕਰਦੀਆਂ ਨੇ, ਬਟ ਨੋਰਮਲ ਮਿਡ
ਜਿਹੜੀਆਂ ਕੰਪਨੀਜ਼ ਨੇ, ਜਿਹੜੀ MNCs ਨੇ, ਉਹ ਇੰਨਾ ਡਿਸਕਸ ਨਹੀਂ ਕਰਦੀਆਂ ਪ੍ਰੋਜੈਕਟਸ ਤੇ, ਬਟ ਸਟਾਰਟਅਪ ਜ਼ਰੂਰ ਕਰਦੀ ਹੈ। ਸਟਾਰਟਅਪ ਹਮੇਸ਼ਾ ਦੇਖਦੀ ਹੈ ਤੁਸੀਂ ਕੀ ਕੰਮ ਕੀਤਾ ਹੈ, ਕਿਉਂਕਿ ਉਹ ਚਾਹੇ ਤੁਹਾਡੇ ਤੋਂ 4 ਕੁਐਸਚਨ ਘੱਟ ਪੁੱਛ ਲੂਗੀ, ਬਟ ਉਹ ਪ੍ਰੋਜੈਕਟ ਜ਼ਰੂਰ ਪੁੱਛੂਗੀ। ਤਾਂ ਇਸ ਐਵੇਂ ਤੁਸੀਂ ਲੱਭ ਸਕਦੇ ਹੋ, ਐਂਜਲ ਲਿਸਟ ਤੇ ਜਾ ਕੇ ਤੁਸੀਂ ਕੰਪਨੀ ਬਾਰੇ ਜਾਣ ਸਕਦੇ ਹੋ। ਤੇ ਅੱਜ ਕੱਲ ਤਾਂ ਗੂਗਲ ਹੈ, ਤੁਸੀਂ ਸਿਰਫ ਕੰਪਨੀ ਦਾ ਨਾਮ ਦਿਓ ਤੇ ਨਿਊਜ਼ ਸਰਚ ਕਰੋ ਉਹਦੇ ਬਾਰੇ ਕਿ ਕੀ ਚੱਲ ਰਿਹਾ, ਉਹਨਾਂ ਨੂੰ ਕਿਹੜੀ ਫੰਡਿੰਗ ਮਿਲੀ ਹੈ, ਸੀਰੀਜ਼ ਏ ਫੰਡਿੰਗ 'ਚ ਨੇ ਜਾਂ ਕਿਹੜੀ ਫੰਡਿੰਗ 'ਚ ਨੇ। ਤੁਸੀਂ ਇਹ ਚੀਜ਼ਾਂ ਪਹਿਲਾਂ ਰਿਸਰਚ ਕਰਕੇ ਚੱਲ ਸਕਦੇ ਹੋ ਵੀ ਤੁਹਾਡਾ ਫਿਊਚਰ ਸੇਫ ਹੈ ਕਿ ਨਹੀਂ ਉੱਥੇ। ਇਹ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਪਹਿਲਾਂ। ਸੋ ਧੀਰਜ, ਜਿਵੇਂ ਤੁਸੀਂ ਦੱਸਿਆ ਕਿ ਤੁਹਾਨੂੰ 5 ਸਾਲ ਦਾ ਐਕਸਪੀਰੀਅੰਸ ਹੁਣ ਤੱਕ ਹੋ ਚੁੱਕਿਆ ਹੈ। ਇਨੀਸ਼ੀਅਲੀ ਤੁਸੀਂ ਸਟਾਰਟਅਪ ਕੰਪਨੀ ਤੋਂ ਸਟਾਰਟ ਕੀਤਾ ਸੀਗਾ, ਰਾਈਟ? ਸੋ ਹੁਣ ਤੁਸੀਂ ਇੱਕ MNC ਕੰਪਨੀ ਚੋਂ। ਸੋ ਮੈਂ ਜ਼ਰੂਰ ਜਾਣਨਾ ਚਾਹਾਂਗਾ ਕਿ 5 ਸਾਲ ਦੇ ਕਰੀਅਰ ਦੇ ਵਿੱਚ ਤੁਸੀਂ ਕਿੰਨੀਆਂ ਕੰਪਨੀ ਜਿਹੜੀਆਂ ਹੈਗੀਆਂ ਉਹ ਚੇਂਜ ਕੀਤੀਆਂ, ਤੇ ਤੁਹਾਡਾ ਜਿਹੜਾ ਫੇਲੀਅਰ ਰਿਹਾ, ਤੁਸੀਂ ਕੋਈ ਇੱਦਾਂ ਦਾ ਐਕਸਪੀਰੀਅੰਸ, ਆਪਣਾ ਇੰਟਰਵਿਊ ਦਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦੇ ਹੋ ਜਿਹੜਾ ਤੁਸੀਂ ਕਿਸੇ MNC ਕੰਪਨੀ ਦੇ ਨਾਲ ਤੁਸੀਂ ਕੋਈ ਇੰਟਰਵਿਊ ਕੀਤੀ ਹੋਵੇ ਤੇ ਤੁਹਾਡੀ ਉਹਦੇ ਵਿੱਚ ਮਤਲਬ ਕਿ ਕੋਈ ਰਿਜੈਕਸ਼ਨ ਤੁਸੀਂ ਸ਼ੇਅਰ ਕਰਨੀ ਚਾਹੋਗੇ? ਹਾਂ, ਤਾਂ ਸਟਾਰਟਅਪ ਤੋਂ ਬਾਅਦ ਮੈਂ ਸੈਕਿੰਡ MNC ਕੰਪਨੀ 'ਚ ਹਾਂ। ਇਸ ਤੋਂ ਪਹਿਲਾਂ ਵੀ ਇੱਕ F5 ਨੈਟਵਰਕਸ ਕੰਪਨੀ ਸੀ। ਤਾਂ ਕਿਉਂਕਿ ਮੇਰੀ ਪਹਿਲਾ ਜਿਹੜਾ ਕਰੀਅਰ ਸਟਾਰਟ ਹੋਇਆ ਸੀ ਉਹ ਨੈਟਵਰਕਿੰਗ ਡੋਮੇਨ 'ਚ ਸਟਾਰਟ ਹੋਇਆ ਸੀ। ਮੈਂ ਐਜ਼ ਏ ਐम्बेडेड ਇੰਜੀਨੀਅਰ ਕੰਮ ਕਰ ਰਿਹਾ ਸੀ, ਬਟ ਨੈਟਵਰਕਿੰਗ ਦਾ ਪ੍ਰੋਡਕਟ ਸੀ ਉਹ, ਰਾਊਟਰਸ ਦੇ ਉੱਤੇ ਕੰਮ ਕਰਦੇ ਸੀ ਅਸੀਂ। ਤਾਂ ਉਹ ਤਾਂ ਫਿਰ ਮੇਰੀ ਉਹ ਗ੍ਰਿਪ ਬਣ ਗਈ ਥੋੜੀ ਨੈਟਵਰਕਿੰਗ ਸਾਈਡ ਤੇ ਕਿ ਕਿਵੇਂ ਚੀਜ਼ਾਂ ਚੱਲਦੀਆਂ ਨੈਟਵਰਕਸ ਦੀਆਂ। ਤਾਂ ਮੈਂ ਥੋੜਾ ਉਸ ਸਾਈਡ ਹੀ ਲੁੱਕ ਆਊਟ ਕਰਨਾ ਸ਼ੁਰੂ ਕਰਤਾ ਸੀ ਕਿ ਕਿਵੇਂ ਨੈਟਵਰਕਿੰਗ 'ਚ ਅੱਛੀ ਕੰਪਨੀ ਮੈਂ ਮਤਲਬ ਇੰਟਰਵਿਊ ਕੈਪਚਰ ਕਰ ਸਕਾਂ। ਪਰ ਉਦੋਂ ਕੀ ਹੋਇਆ ਸੀ ਕਿ ਸਟਾਰਟਅਪ ਵਿੱਚ ਇੰਨਾ ਵਧੀਆ ਸਿੱਖਣ ਨੂੰ ਮਿਲ ਰਿਹਾ ਸੀ, ਤਾਂ ਇਵਨ ਦੋ ਅਗਰ ਤੁਹਾਡਾ ਪੈਕੇਜ ਘੱਟ ਸੀ ਬਟ ਸਿੱਖਣ ਨੂੰ ਬਹੁਤ ਮਿਲਦਾ ਸੀ ਉੱਥੇ। ਮਤਲਬ ਜਿਹੜਾ ਕਿ ਮੇਰਾ ਹਾਲੇ ਵੀ ਜਿਹੜਾ ਰਿਜ਼ਿਊਮੇ ਹੈ ਅਗਰ ਦੇਖੀਏ ਤਾਂ ਮੇਰਾ 70% ਹਾਲੇ ਵੀ ਉਹ ਫਸਟ ਕੰਪਨੀ ਕਵਰ ਕਰ ਰਹੀ ਹੈ। ਤਾਂ ਓਹ ਉਹਦਾ ਨਾਈਸ। ਬਹੁਤ ਸੋ ਤੁਸੀਂ ਮਤਲਬ ਜਿਹੜਾ ਬਹੁਤ ਜ਼ਿਆਦਾ ਇਨੀਸ਼ੀਅਲ ਇੰਪੈਕਟ ਕੰਪਨੀ ਸੀ। ਸੀ, ਜਿਹੜੀ ਤੁਹਾਡੀ ਸਟਾਰਟਅਪ ਕੰਪਨੀ ਸੀ, ਉਹ ਚ ਤੁਸੀਂ ਬਹੁਤ ਲਾਈਕ ਕੇ ਸਿੱਖਿਆ, ਰਾਈਟ? ਹਾਂ, ਬਹੁਤ ਪ੍ਰੋਜੈਕਟ ਕੀਤੇ ਸੀ। ਇਵਨ ਮਤਲਬ ਅਗਰ ਕੋਈ MNC ਦੇ ਕਿਸੇ ਕੰਪੇਅਰ ਕੀਤਾ ਜਾਵੇ ਤਾਂ ਜਿਹੜਾ 2 ਸਾਲ 'ਚ ਕੰਮ ਹੁੰਦਾ ਉੱਥੇ 6 ਮਹੀਨਿਆਂ 'ਚ ਕੰਮ ਹੁੰਦਾ ਸੀ। ਇੰਨਾ ਫਾਸਟ ਕੰਮ ਹੁੰਦਾ ਸੀ ਕਿਉਂਕਿ ਤੁਹਾਨੂੰ ਇੱਕ ਕਿਊਰੀਅਸ ਵੀ ਹੋਣਾ ਚਾਹੀਦਾ ਬੰਦਾ। ਅਗਰ ਉਹ ਧੱਕੇ ਨਾਲ ਕੰਮ ਕਰ ਰਿਹਾ ਸਟਾਰਟਅਪ ਦੇ ਵਿੱਚ ਤਾਂ ਸਟਾਰਟਅਪ ਵਿੱਚ ਸਰਵਾਈਵ ਕਰਨਾ ਬਹੁਤ ਮੁਸ਼ਕਿਲ ਹੈ, ਕਿਉਂਕਿ ਬਹੁਤ ਉੱਥੇ ਮੁਸ਼ਕਿਲ ਹੈ। ਕਾਫੀ ਹਾਈ ਐਕਸਪੈਕਟੇਸ਼ਨਸ ਰਹਿੰਦੀਆਂ ਤੁਹਾਡੇ ਤੋਂ, ਕਿਉਂਕਿ ਛੋਟੀ ਕੰਪਨੀ ਹੈ, ਤੁਹਾਡੇ ਉੱਤੇ ਬਹੁਤ ਡਿਪੈਂਡੈਂਸੀ ਆ ਜਾਂਦੀ ਹੈ। ਤੁਹਾਨੂੰ ਇਵਨ ਦੋ ਇੱਕ ਪ੍ਰੋਜੈਕਟ ਹੈਂਡਲ ਕਰਨ ਨੂੰ ਦਿੱਤਾ ਜਾਂਦਾ ਹੈ ਐਜ਼ ਅ ਫਰੈਸ਼ਰ ਵੀ ਤੁਸੀਂ ਇਹ ਪੂਰੀ ਚੀਜ਼ ਡਿਲੀਵਰ ਕਰਨੀ ਹੈ ਇੰਨੇ ਦਿਨਾਂ ਵਿੱਚ। ਤਾਂ ਉਹ ਤੁਹਾਡੀ ਰਿਸਪੌਂਸਿਬਿਲਿਟੀ ਵੱਧ ਜਾਂਦੀ ਹੈ, ਤਾਂ ਤੁਹਾਨੂੰ ਕਾਫੀ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਉੱਥੇ। ਤੇ MNC 'ਚ ਮੇਰਾ ਐਕਸਪੀਰੀਅੰਸ ਇੱਕ ਇਹ ਰਿਹਾ ਕਿ ਤੁਹਾਨੂੰ ਥੋੜਾ ਆਰਾਮ ਮਿਲ ਜਾਂਦਾ ਹੈ MNC 'ਚ। ਸਟਾਰਟਅਪ ਵਿੱਚ ਇੰਨਾ ਆਰਾਮ ਨਹੀਂ ਮਿਲਦਾ, ਬਸ ਉਹੀ ਹੈ, ਲਰਨਿੰਗ ਕਰਵ ਵੀ ਥੋੜੀ ਸਲੋ ਹੋ ਜਾਂਦੀ ਹੈ। ਬਟ MNC ਦਾ ਇੱਕ ਪਲੱਸ ਪੁਆਇੰਟ ਇਹ ਹੈ ਕਿ ਤੁਹਾਨੂੰ ਅਪਾਰਟ ਫਰੋਮ ਜਿਵੇਂ ਟੈਕਨੋਲੋਜੀ ਸਿੱਖਣ ਤੋਂ ਵੀ ਬਹੁਤ ਸਾਰੀ ਚੀਜ਼ਾਂ ਹੁੰਦੀਆਂ, ਜਿਵੇਂ ਕਿ ਤੁਸੀਂ ਕੋਈ ਕੋਡ ਤੁਸੀਂ ਲਿਖਿਆ, ਮੰਨ ਲਓ ਕੋਈ ਪ੍ਰੋਡਕਟ ਦੇ ਉੱਤੇ ਕੁਝ ਐਡ ਆਨ ਕੀਤਾ ਫੀਚਰ, ਤੁਸੀਂ ਤਾਂ ਉਹਦਾ ਕੋਡ ਲਿਖਿਆ ਤਾਂ ਉਹ ਕੋਡ ਦਾ ਰਿਵਿਊ ਵੀ ਕਰਵਾਉਣਾ ਹੁੰਦਾ ਹੈ। ਤੁਸੀਂ ਆਰਕੀਟੈਕਟ ਨਾਲ, ਬੰਦੇ ਨਾਲ ਗੱਲ ਵੀ ਕਰਦੇ ਹੋ ਵੀ ਜਿਹੜਾ ਐਕਚੁਅਲੀ ਜਿਹਨੇ ਪਹਿਲਾਂ ਉਹ ਕੋਡ ਡਿਜ਼ਾਈਨ ਕੀਤਾ ਸੀ ਉਹਦੇ ਵਿੱਚ ਤੁਸੀਂ ਕੁਝ ਐਡ ਕਰ ਰਹੇ ਹੋ, ਤਾਂ ਆਰਕੀਟੈਕਟ ਨੂੰ ਕਿਵੇਂ ਉਹਨੂੰ ਵੀ ਕਨਵਿੰਸ ਕਰਵਾਉਣਾ ਪੈਂਦਾ ਕਿ ਮੈਂ ਇਹ ਚੇਂਜਸ ਕਰ ਰਿਹਾ ਵੀ ਮੈਨੂੰ ਵੈਦਰ ਆਈ ਸ਼ੁਡ ਮਤਲਬ ਡੂ ਇਟ ਔਰ ਨਾਟ। ਤਾਂ ਉਹ ਚੀਜ਼ਾਂ ਤੁਸੀਂ ਉਹਨੂੰ ਪਹਿਲਾਂ ਪੁੱਛਣੀਆਂ। ਉਹ ਰਿਵਿਊ ਵਾਲਾ ਪ੍ਰੋਸੀਜਰ ਜਨਰਲੀ ਸਟਾਰਟਅਪ ਵਿੱਚ ਘੱਟ ਹੀ ਹੁੰਦਾ ਹੈ ਕਿਉਂਕਿ ਉੱਥੇ ਡੈਡਲਾਈਨ ਕਾਫੀ ਇੰਨੀ ਸਟਰੋਂਗ ਹੁੰਦੀ ਹੈ, ਤੁਹਾਨੂੰ ਰਿਵਿਊ ਵਗੈਰਾ ਦਾ ਟਾਈਮ ਨਹੀਂ ਮਿਲਦਾ। ਤਾਂ MNC 'ਚ ਤੁਹਾਨੂੰ ਜਨਰਲੀ ਇੰਟਰੈਕਸ਼ਨ ਵੀ ਹੁੰਦਾ, ਤੁਹਾਡਾ ਕੋਡ ਰਿਵਿਊ ਹੁੰਦਾ, ਤੁਸੀਂ ਕਿਸੇ ਥਰਡ ਪਰਸਨ ਦਾ ਪਰਸਪੈਕਟਿਵ ਵੀ ਗੈਦਰ ਕਰ ਸਕਦੇ ਹੋ, ਤੇ ਤੁਹਾਨੂੰ ਇੱਕ ਵੱਡੀ ਟੀਮ ਵਿੱਚ ਕੰਮ ਕਰਨ ਦਾ ਮੌਕਾ ਮਿਲਦਾ, ਤਾਂ ਤੁਸੀਂ ਕਾਫੀ ਲੋਕਾਂ ਨਾਲ ਇੰਟਰੈਕਟ ਕਰ ਸਕਦੇ ਹੋ ਤੇ ਇਹ ਪਲੱਸ ਪੁਆਇੰਟ ਰਹਿੰਦਾ ਜਨਰਲੀ MNC 'ਚ। ਬਿਲਕੁਲ। ਸੋ ਧੀਰਜ, ਜਿਵੇਂ ਕਿ ਮੈਂ ਤੁਹਾਨੂੰ ਕੁਐਸਚਨ ਕੀਤਾ ਸੀਗਾ ਕਿ ਤੁਸੀਂ ਆਪਣਾ ਕੋਈ ਰਿਜੈਕਸ਼ਨ ਜਿਹੜਾ ਹੈਗਾ, ਜਿਹੜਾ ਤੁਸੀਂ ਹੁਣ ਤੱਕ ਸਾਰਿਆਂ ਤੋਂ ਵੱਡਾ ਜਿਹੜਾ ਰਿਜੈਕਸ਼ਨ ਫੇਸ ਕੀਤਾ ਹੋਵੇ, ਤੁਸੀਂ ਉਹ ਸ਼ੇਅਰ ਕਰਨਾ ਚਾਹੋ। ਰਿਜੈਕਸ਼ਨ ਕਾਫੀ ਹੁੰਦੇ ਆ, ਮਤਲਬ ਹੁਣ ਤੱਕ ਕਿਉਂਕਿ MNC ਸਾਈਡ ਆ ਗਏ ਆ ਤਾਂ MNC ਕਾਫੀ ਸਾਰੀ ਟਰਾਈ ਕਰ ਰਹੇ ਆ। ਤਾਂ ਮੈਂ Amazon ਵੀ ਦਿੱਤਾ ਸੀ, Adobe ਵੀ ਦਿੱਤਾ ਸੀ ਇੰਟਰਵਿਊ। ਤਾਂ ਇਹਨਾਂ ਦੋਵਾਂ 'ਚ ਜਨਰਲੀ ਨਹੀਂ ਹੋਇਆ। ਮਤਲਬ ਮੈਂ 2-3 ਰਾਊਂਡ ਕਲੀਅਰ ਕਰਤੇ ਸੀ, ਬਟ ਫਿਰ ਉਸ ਤੋਂ ਬਾਅਦ ਉਹਨਾਂ ਦੀ ਕਾਫੀ ਹਾਈ ਐਕਸਪੈਕਟੇਸ਼ਨ ਹੋ ਜਾਂਦੀਆਂ ਨੇ, ਜਿਹੜੀਆਂ ਕਿ ਮੈਂ ਇੰਨਾ ਪ੍ਰੀਪੇਅਰਡ ਨਹੀਂ ਸੀ ਉਹਦੇ ਵਾਸਤੇ। ਤਾਂ ਬਟ ਇਹ ਚੀਜ਼ ਮਿਲੀ ਐਕਸਪੀਰੀਅੰਸ ਕੀਤੇ ਮੈਨੂੰ। ਮੇਰਾ ਇਹ ਸੀ ਕਿ ਮੈਨੂੰ ਐਕਸਪੀਰੀਅੰਸ ਕਰਨਾ ਹੈ ਵੀ ਐਟਲੀਸਟ ਕਿਵੇਂ ਹੁੰਦਾ ਮੈਂ ਹੁਣ ਜਿਹੜੀ ਮੇਰੀ ਪ੍ਰੀਪਰੇਸ਼ਨ ਹੈ ਇਹ ਕਿਸ ਲੈਵਲ ਤੇ ਹੈਗੀ ਹੈ, ਤਾਂ ਉਸ ਵਾਸਤੇ ਮੈਂ ਟਰਾਈ ਕਰਨਾ ਚਾਹੁੰਦਾ ਸੀ। ਤਾਂ ਮੈਂ ਕੁਝ 2-3 ਰਾਊਂਡ ਕਲੀਅਰ ਕਰਤੇ ਸੀ ਉਹਨਾਂ ਦੇ, ਬਟ ਉਸ ਤੋਂ ਬਾਅਦ ਇਹ ਲੱਗਿਆ ਕਿ ਉਹ ਕਾਫੀ ਜ਼ਿਆਦਾ ਡਿਜ਼ਾਈਨ ਲੈਵਲ ਤੇ ਜਾ ਰਹੇ ਨੇ ਕਿ ਇੱਕ ਵੱਡਾ ਕੋਈ ਪ੍ਰੋਜੈਕਟ ਤੁਹਾਨੂੰ ਦਿੱਤਾ ਜਾਵੇ ਜਾਂ ਕੋਈ ਸਿਸਟਮ ਡਿਜ਼ਾਈਨ ਦਿੱਤਾ ਜਾਵੇ ਤਾਂ ਤੁਸੀਂ ਕਿਵੇਂ ਡਿਜ਼ਾਈਨ ਕਰੋਗੇ। ਤਾਂ ਉਹ ਚੀਜ਼ਾਂ ਤੇ ਮੈਂ ਹਾਲੇ ਐਕਸਪੀਰੀਅੰਸ ਨਹੀਂ ਕੀਤਾ ਸੀ। ਸੋ ਆਈ ਥਿੰਕ ਐਕਸਪੀਰੀਅੰਸ ਵੀ ਕਾਫੀ ਮੈਟਰ ਕਰਦਾ ਹੈਗਾ, ਜਿਹੜਾ ਜਿਵੇਂ ਤੁਹਾਨੂੰ ਹਜੇ ਥੋੜਾ ਘੱਟ ਐਕਸਪੀਰੀਅੰਸ, ਲਾਈਕ 4-5 ਇਅਰਸ ਦਾ ਐਕਸਪੀਰੀਅੰਸ। ਆਈ ਥਿੰਕ ਆਫਟਰ 5 ਇਅਰਸ ਮੇਬੀ ਜਿਹੜੀ ਕੰਸੀਡਰੇਸ਼ਨ ਹੈਗੀ ਉਹ
ਜ਼ਿਆਦਾ ਹੋ ਜਾਂਦੀ ਹੈ, ਰਾਈਟ? ਹਾਂ ਇਹ ਤਾਂ ਹੈ ਹੀ, ਬਟ ਜਿਹੜੇ ਅੱਛੇ ਕਾਲਜਿਸ ਤੋਂ IIT NIT ਉਹਨਾਂ ਨੂੰ ਕਾਫੀ ਪ੍ਰੈਫਰੈਂਸ ਮਿਲਿਆ ਜਾਂਦਾ ਇਸ ਚੀਜ਼ ਤੇ ਵੀ, ਕਿਉਂਕਿ ਇੰਟਰਵਿਊ ਅਗਰ ਤੁਸੀਂ ਤੁਹਾਡਾ 2 ਸਾਲ ਦਾ ਐਕਸਪੀਰੀਅੰਸ ਹੈ ਬਟ ਤੁਸੀਂ IIT ਤੋਂ, ਤਾਂ ਉਹ ਕੰਸੀਡਰੇਸ਼ਨ ਹਾਈ ਹੋ ਜਾਂਦਾ ਉਹਨਾਂ ਦਾ। ਸੋ ਬਟ ਦੋਸਤੋ ਬੇਸਿਕਲੀ ਐਜੀ ਗੋ ਕੋਈ ਗੱਲ ਅਹੈਡ। ਨਹੀਂ ਕਿ ਤੁਸੀਂ ਕਲੀਅਰ ਨਹੀਂ ਕਰ ਸਕਦੇ, ਬਸ ਇਹ ਥੋੜਾ ਜਿਹਾ ਤੁਹਾਡੇ ਉੱਤੇ ਹੈ ਕਿ ਕਿੰਨਾ ਹਾਰਡ ਵਰਕ ਕਰਦੇ ਹੋ, ਕਿੰਨੀ ਪ੍ਰੀਪਰੇਸ਼ਨ ਰਹਿੰਦੀ ਤੁਹਾਡੀ, ਤੇ ਸਭ ਕੁਝ ਪੋਸੀਬਲ ਹੈਗਾ। ਸੋ ਬੇਸਿਕਲੀ ਦੋਸਤੋ ਜਿਹੜੇ NIT ਜਾਂ ਜਿਹੜੇ IIT ਕਾਲਜ ਹੁੰਦੇ ਨੇ, ਉਹਨਾਂ ਦੇ ਵਿੱਚ ਕੀ ਹੁੰਦਾ ਕਿ ਕਾਲਜ ਟਾਈਮ ਤੋਂ ਜਦੋਂ ਸਟੱਡੀ ਕਰ ਰਹੇ ਹੁੰਦੇ ਨੇ ਸਟੂਡੈਂਟ, ਉਸੇ ਟਾਈਮ ਹੀ ਉਹਨਾਂ ਦੇ ਕੋਲੇ ਕੰਪਨੀ ਜਿਹੜੀਆਂ ਹੈਗੀਆਂ ਉਹ ਪ੍ਰੋਜੈਕਟਸ ਦੇ ਦਿੰਦੀਆਂ ਉਹਨਾਂ ਨੂੰ। ਉਹਨਾਂ ਦਾ ਪ੍ਰੈਕਟੀਕਲ ਵਰਕ ਹੈ ਜਿਹੜਾ ਬਹੁਤ ਜ਼ਿਆਦਾ ਹੁੰਦਾ। ਉਹ ਜਿਹੜੀਆਂ ਇੰਡਸਟਰੀ ਹੈਗੀ ਉਹਦੇ ਟੱਚ ਦੇ ਵਿੱਚ ਰਹਿੰਦੇ ਨੇ। ਜਿਹੜੇ ਜਿੱਥੋਂ ਆਪਾਂ ਆਨੇ ਹੈਗੇ ਆ ਬੇਸਿਕਲੀ, ਜਿਵੇਂ ਪੰਜਾਬ ਦੇ ਵਿੱਚ ਸਿਰਫ 4 ਜਾਂ 5 ਜਿਹੜੇ ਹੈਗੇ ਆ ਗਵਰਨਮੈਂਟ ਕਾਲਜਸ ਨੇ, ਜੇ ਉਹਨਾਂ ਦੀ ਗੱਲ ਕਰੀਏ ਤਾਂ ਉੱਥੇ ਜਿਹੜਾ ਹੈਗਾ ਇੰਡਸਟਰੀ ਦੇ ਨਾਲ ਅਸੀਂ ਇੰਨਾ ਟੱਚ 'ਚ ਨਹੀਂ ਰਹਿੰਦੇ। ਲਾਸਟ ਸਮੈਸਟਰ ਦੇ ਵਿੱਚ ਜਾ ਕੇ ਇੰਡਸਟਰੀ ਆਉਂਦੀ ਹੈਗੀ ਆ, ਉਹ ਵੀ ਜਸਟ ਪਲੇਸਮੈਂਟ ਲਈ ਆਉਂਦੀ ਹੈ। ਸੋ ਉੱਥੇ ਕੀ ਕੰਮ ਹੋ ਰਿਹਾ ਇੰਡਸਟਰੀ ਦੇ ਵਿੱਚ, ਕਿੱਦਾਂ ਦੇ ਪ੍ਰੋਜੈਕਟ ਚੱਲ ਰਹੇ ਨੇ, ਕਿਸ ਟੈਕਨੋਲੋਜੀ ਤੇ ਕੰਮ ਹੋ ਰਿਹਾ, ਇਹ ਜਿਹੜੀ ਨੌਲੇਜ ਹੈਗੀ ਆ ਉਹ ਕਾਲਜ ਦੇ ਵਿੱਚ ਆਪਾਂ ਨੂੰ ਨਹੀਂ ਮਿਲਦੀ। ਸੋ IIT ਤੇ NIT ਦੇ ਵਿੱਚ ਇਸ ਚੀਜ਼ ਦਾ ਬੈਨੀਫਿਟ ਹੁੰਦਾ ਉਹਨਾਂ ਨੂੰ ਕਿ ਉਹ 3 ਜਾਂ 4 ਸਾਲ ਦੀ ਜਿਹੜੀ ਉਹਨਾਂ ਦੀ BTech ਗ੍ਰੈਜੂਏਸ਼ਨ ਹੁੰਦੀ ਆ, ਉਹਦੇ ਵਿੱਚ ਉਹਨਾਂ ਨੂੰ ਪ੍ਰੈਕਟੀਕਲ ਵਰਕ ਬਹੁਤ ਜ਼ਿਆਦਾ ਹੁੰਦਾ। ਜਿੰਨਾ ਥਿਓਰੀਟੀਕਲ ਹੁੰਦਾ ਉਸ ਤੋਂ ਕਿਤੇ ਜ਼ਿਆਦਾ ਪ੍ਰੈਕਟੀਕਲ ਵਰਕ ਹੁੰਦਾ। ਸੋ ਧੀਰਜ, ਜਿਵੇਂ ਕਿ ਮੈਨੂੰ ਪਤਾ ਲੱਗਿਆ ਸੀਗਾ ਕਿ ਤੁਸੀਂ ਕੈਡੈਂਸ, ਜਿਹੜੀ ਕਿ ਸੈਮੀ ਕੰਡਕਟਰ ਜਾਇੰਟ ਕੰਪਨੀ ਆ, ਹਨਾ, ਆਪਾਂ ਕਹਿ ਲਈਏ ਇੰਡੀਆ ਦੀ, ਮੈਂ ਕਹਿੰਦਾ ਕਿ ਨੰਬਰ 1 ਕੰਪਨੀ ਆ ਸੈਮੀ ਕੰਡਕਟਰ। ਸੋ ਉਹਨੂੰ ਤੁਸੀਂ ਕ੍ਰੈਕ ਕੀਤਾ, ਤੇ ਉਹਦਾ ਐਕਸਪੀਰੀਅੰਸ ਸੀਗਾ ਜਿਹੜਾ ਇੰਟਰਵਿਊ ਦਾ, ਉਹ ਕਿਵੇਂ ਰਿਹਾ? ਇੰਟਰਵਿਊ ਤਾਂ ਕਾਫੀ ਲੰਬਾ ਚੱਲਿਆ ਸੀ ਉਹਨਾਂ ਦਾ, ਕਿਉਂਕਿ ਪਹਿਲੀ ਵਾਰ ਮੈਂ ਐਕਚੁਅਲੀ ਇੰਨੀ ਵੱਡੀ ਕੰਪਨੀ ਦਾ ਇੰਟਰਵਿਊ ਦੇ ਰਿਹਾ ਸੀ। ਤਾਂ ਉਹਨਾਂ ਦੇ ਕੁਝ 5 ਰਾਊਂਡ ਹੋਏ ਸੀ, ਉਹਨਾਂ ਦੇ ਸਾਰੇ ਟੈਕਨੀਕਲ ਰਾਊਂਡ ਸੀ। ਬਟ ਜਿਹੜੀ ਮੇਰੀ ਪ੍ਰੋਫਾਈਲ ਸੀ ਉਹ ਥੋੜੀ ਜੀ ਆਬਜੈਕਟ ਓਰੀਐਂਟਡ ਡਿਜ਼ਾਈਨ ਦੀ ਸਾਈਡ ਸੀ, ਜਿਵੇਂ C++ ਲੈਂਗੁਏਜ ਮੈਂ ਉਸ ਟਾਈਮ ਤੇ ਪੜ੍ਹ ਵੀ ਚੁੱਕਿਆ ਸੀ, ਤੇ ਉਸ ਚੀਜ਼ ਤੇ ਜ਼ਿਆਦਾ ਉਹਨਾਂ ਦਾ ਗ੍ਰਿਪ ਸੀ। ਤੇ ਮੋਸਟਲੀ ਇਹੀ ਪ੍ਰੋਜੈਕਟਸ ਕਾਫੀ ਡਿਸਕਸ਼ਨ ਹੋਏ ਸੀ ਉੱਤੇ, ਜਿਹੜੇ ਪ੍ਰੋਜੈਕਟ ਮੈਂ ਕੀਤੇ ਹੋਏ ਸੀ ਮੇਰੀ ਫਸਟ ਸਟਾਰਟਅਪ ਕੰਪਨੀ ਦੇ, ਉਹ ਕਾਫੀ ਮਤਲਬ ਉਹਨਾਂ ਨੇ ਡਿਟੇਲ ਵਿੱਚ ਡਿਸਕਸ਼ਨ ਹੋਇਆ ਸੀ। ਤੇ ਉਸ ਤੋਂ ਇਲਾਵਾ ਪ੍ਰੋਗਰਾਮਿੰਗ ਸਕਿੱਲਸ ਕਾਫੀ ਦੇਖਦੇ ਨੇ ਉਹ, ਤੇ ਇੱਕ ਡਿਜ਼ਾਈਨਿੰਗ ਸਕਿੱਲ ਵੀ ਮੈਟਰ ਕਰਦੀ ਹੈ ਕੈਡੈਂਸ 'ਚ ਅਗਰ ਕੋਈ ਇੰਟਰਵਿਊ ਦਿੰਦਾ ਹੈ ਤਾਂ। ਇੱਕ ਲੈਵਲ ਦੀ ਡਿਜ਼ਾਈਨ ਤੁਹਾਨੂੰ ਕਰਨਾ ਆਉਣਾ ਚਾਹੀਦਾ, ਅਗਰ ਤੁਹਾਨੂੰ ਕੋਈ ਹਾਰਡਵੇਅਰ ਕੈਸ਼ਿੰਗ ਲੈਵਲ ਤੇ ਤੁਹਾਨੂੰ ਸਿਸਟਮ ਹੈ। ਚੰਗੀ ਨੌਲੇਜ ਹੋਣੀ ਚਾਹੀਦੀ ਹੈ, ਰਾਈਟ? ਹਾਂ ਹਾਂ, ਤਾਂ ਉਹ ਕਾਫੀ ਕੁਝ ਮੈਟਰ ਕਰਦਾ ਸੀ, ਜਿਹੜੇ ਕਿ ਮੈਂ ਇੱਕ ਸਟਾਰਟਅਪ 'ਚ ਕੰਮ ਕਰਕੇ ਮੈਂ ਕਾਫੀ ਕੁਝ ਆਲਰੇਡੀ ਮੇਰੇ ਕੋਲ ਹੈਗੀ ਸੀ, 19 ਸਕਿੱਲਸ ਮੈਂ ਕੈਪਚਰ ਕਰ ਚੁੱਕਿਆ ਸੀ, ਤਾਂ ਮੈਨੂੰ ਇਨੀ ਡਿਫਿਕਲਟੀ ਹੋਈ ਨਹੀਂ ਕੈਡੈਂਸ ਕਲੀਅਰ ਕਰਨ 'ਚ। ਸੋ ਧੀਰਜ, ਤੁਹਾਡਾ ਐਕਸਪੀਰੀਅੰਸ ਆ ਜਿਹੜਾ ਉਹ ਹੁਣ ਤੱਕ ਜਿਹੜੀ ਤੁਹਾਡੀ ਕਰੀਅਰ ਜਰਨੀ ਆ ਬਹੁਤ ਵਧੀਆ ਰਹੀ ਹੈ। ਤੁਸੀਂ ਕਈ ਚੀਜ਼ਾਂ ਅਚੀਵ ਕੀਤੀਆਂ। ਸੋ ਤੁਹਾਡੇ ਆਉਣ ਵਾਲੇ ਫਿਊਚਰ ਲਈ ਵੀ ਤੁਹਾਨੂੰ ਗੁੱਡ ਲੱਕ। ਤੇ ਮੈਂ ਅੱਗੇ ਜਿਹੜਾ ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿ ਇਹ ਕੀ ਚੀਜ਼ ਹੈਗੀ ਜਿਹੜੀ ਤੁਹਾਨੂੰ ਹਮੇਸ਼ਾ ਜਿਹੜਾ ਹੈਗਾ ਕਿ ਜੌਬ ਹੰਟਿੰਗ ਲਈ ਜਾਂ ਤੁਹਾਨੂੰ ਅੱਗੇ ਵੱਲ ਮੂਵ ਕਰਨ ਲਈ ਤੁਹਾਨੂੰ ਮੋਟੀਵੇਟ ਕਰਦੀ ਹੈਗੀ ਹੈ। ਤੁਸੀਂ ਕਦੇ ਬੋਰ ਨਹੀਂ ਹੋਏ ਅੱਜ ਤੱਕ? ਕਿਉਂਕਿ ਆਪਾਂ ਬਹੁਤ ਸੁਣਦੇ ਹੈਗੇ ਆ ਇਹ ਚੀਜ਼ ਕਾਲਜ ਟਾਈਮ ਤੋਂ ਵੀ ਕਿ ਪ੍ਰੋਗਰਾਮਿੰਗ ਜਿਹੜੀ ਹੈਗੀ ਆ ਉਹ ਬੋਰਿੰਗ ਹੁੰਦੀ ਆ, ਸਾਨੂੰ ਸਾਡਾ ਇੰਟਰਸਟ ਨਹੀਂ ਬਣਦਾ, ਕੋਈ ਸਟੂਡੈਂਟ ਇਦਾਂ ਕਹਿੰਦੇ ਨੇ। ਸੋ ਤੁਹਾਡਾ ਇਸ ਚੀਜ਼ ਬਾਰੇ ਕੀ ਵਿਚਾਰ ਹੈਗਾ? ਬੋਰਿੰਗ ਤਾਂ ਮਤਲਬ ਉਹ ਤਾਂ ਪਰਸਪੈਕਟਿਵ ਹੈ ਤੁਹਾਡਾ, ਤੁਸੀਂ ਕਿਸ ਤਰੀਕੇ ਨਾਲ ਚੀਜ਼ਾਂ ਨੂੰ ਦੇਖਦੇ ਹੋ। ਹੁਣ ਅਗਰ ਤੁਹਾਨੂੰ ਮੈਂ ਕਹਿਦਾ ਕਿ ਤੁਹਾਨੂੰ ਮੂਵੀ ਦੇਖਣੀ ਹੈ ਜਾਂ ਗੇਮ ਖੇਲਣੀ ਹੈ, ਤਾਂ ਤੁਸੀਂ ਬੋਰ ਤਾਂ ਨਹੀਂ ਹੁੰਦੇ ਗੇਮ 'ਚ ਕਦੇ, ਗੇਮ ਤਾਂ ਖੇਲੇ ਜਾਓਗੇ। ਤਾਂ ਉਵੇਂ ਹੀ ਪ੍ਰੋਗਰਾਮਿੰਗ ਮੇਰੇ ਵਾਸਤੇ ਗੇਮ ਜੀ ਲੱਗਦੀ ਹੈ ਮੈਨੂੰ, ਕਿ ਅਗਰ ਤੁਹਾਨੂੰ ਇੱਕ ਟਾਸਕ ਦਿੱਤੀ ਗਈ ਹੈ, ਤੁਹਾਨੂੰ ਉਹ ਜਾਂ ਲੈਵਲ ਕਹਿ ਲਓ, ਜਿਵੇਂ ਗੇਮ ਦੇ ਵਿੱਚ ਲੈਵਲਸ ਹੁੰਦੇ ਨੇ, ਤੁਹਾਨੂੰ ਉਹ ਕਲੀਅਰ ਕਰਨਾ ਹੈ, ਤਾਂ ਤੁਹਾਨੂੰ ਕੁਝ ਸਕੋਰਸ ਮਿਲਣਗੇ, ਤੁਸੀਂ ਉਹਦੇ ਨਾਲ ਗੇਮ 'ਚ ਜਿਵੇਂ ਖੁਸ਼ ਹੁੰਦੇ ਹੋ ਉਵੇਂ ਐਸ਼ ਹੋ ਸਕਦੇ ਹੋ। ਤਾਂ ਇੱਕ ਤਰ੍ਹਾਂ ਦੀ ਗੇਮ ਹੀ ਹੈ, ਤੁਹਾਨੂੰ ਗੇਮ ਦੀ ਤਰ੍ਹਾਂ ਟਰੀਟ ਕਰੋ। ਤੇ ਕਾਫੀ ਵਾਸਟ ਚੀਜ਼ ਹੈਗੀ ਹੈ, ਤੁਸੀਂ ਕਦੇ ਵੀ ਐਵੇਂ ਨਹੀਂ ਕਰ ਸਕਦੇ ਕਿ ਯਾਰ ਮੈਨੂੰ ਉਸ ਬੰਦੇ ਨੂੰ ਮੇਰੇ ਤੋਂ ਜ਼ਿਆਦਾ ਆਉਂਦਾ ਹੈ। ਥੋੜਾ ਕੰਪੀਟੀਸ਼ਨ ਹਮੇਸ਼ਾ ਹੀ ਹਾਈ ਰਹੂਗਾ, ਤੁਹਾਨੂੰ ਕੋਈ ਨਾ ਕੋਈ ਰਿਪਲੇਸ ਕਰ ਹੀ ਸਕਦਾ ਕਿਸੇ ਵੀ ਟਾਈਮ ਤੇ, ਸੋ ਤਾਂ ਤੁਸੀਂ ਕਦੇ ਵੀ ਉਹ ਨਹੀਂ ਸੌਰੀ, ਕਰ ਮੈਂ ਤੁਹਾਨੂੰ ਸਕਦੇ ਇੰਟਰਰਪਟ ਕਿ ਕਰ ਰਿਹਾ। ਸੋ ਜਿਵੇਂ ਗੇਮ ਦਾ ਲੈਵਲ ਆਪਾਂ ਇੱਕ ਪਾਰ ਕਰਕੇ ਆਪਾਂ ਨੂੰ ਬੜੀ ਖੁਸ਼ੀ ਮਹਿਸੂਸ ਹਾਂ ਹੁੰਦੀ ਹੈ, ਉਵੇਂ ਜੇ ਤੁਸੀਂ ਕੋਈ ਨਾ ਕੋਈ ਹਾਂ ਟਾਸਕ ਕੰਪਲੀਟ ਕਰ ਲੈਂਦੇ ਹੋ ਤਾਂ ਤੁਹਾਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ। ਹਾਂਜੀ ਹਾਂਜੀ, ਤਾਂ ਇਹ ਵੀ ਅੰਦਰ ਫਰਕ ਇਹ ਵੀ ਹੈ ਕਿ ਤੁਸੀਂ ਕਦੇ ਵੀ ਐਵੇਂ ਜਿਵੇਂ ਗੇਮ 'ਚ ਤੁਸੀਂ ਗੇਮ ਖੇਲਦੇ ਰਹੋ ਤਾਂ ਤੁਹਾਨੂੰ ਕਾਫੀ ਚੀਜ਼ਾਂ ਪਤਾ ਚੱਲ ਜਾਂਦੀਆਂ, ਵੀ ਤੁਹਾਡਾ ਕੰਟਰੋਲ ਵੱਧ ਜਾਂਦਾ ਹੈ ਤੁਹਾਡੇ ਕੀਬੋਰਡ ਵਗੈਰਾ ਤੇ। ਤਾਂ ਉਵੇਂ ਇਸ ਚੀਜ਼ ਤੇ ਤੁਹਾਡਾ ਕੰਟਰੋਲ ਵੱਧ ਜਾਊਗਾ, ਤੁਹਾਡੀ ਗ੍ਰਿਪ ਹੋ ਜਾਊਗੀ ਅੱਛੀ, ਤੁਸੀਂ ਸੋਚਣ ਲੱਗ ਜਾਓਗੇ ਵਧੀਆ ਤਰੀਕੇ ਨਾਲ। ਤੇ ਬਸ ਉਵੇਂ ਹੀ ਹੈ, ਪ੍ਰੈਕਟਿਸ ਦੀ ਖੇਲ ਹੈ, ਕੁਛ ਨਹੀਂ ਹੈਗਾ, ਬਸ ਤੁਸੀਂ ਪ੍ਰੈਕਟਿਸ ਕਰਦੇ ਰਹਿਣਾ। ਜਿਹੜੇ ਅੱਛੇ ਗੇਮਰਸ ਨੇ ਉਹ ਜਨਰਲੀ ਪ੍ਰੈਕਟਿਸ ਕਰਕੇ ਹੀ ਗੇਮਰਸ ਬਣਦੇ ਨੇ, ਉਵੇਂ ਹੀ ਹੈ ਬਸ ਸੋ ਪ੍ਰੋਗਰਾਮਿੰਗ ਦਾ। ਧੀਰਜ, ਇੱਕ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਤੋਂ ਇੰਜੀਨੀਅਰਿੰਗ ਕੀਤੀ ਸੀਗੀ, ਰਾਈਟ? ਤੇ ਇੰਜੀਨੀਅਰਿੰਗ ਦੀ ਜਿਹੜੀ ਡਿਗਰੀ ਆ ਉਹ ਜਿਵੇਂ ਤੁਸੀਂ ਦੱਸਿਆ ਕਿ ਜੇ ਆਪਾਂ ਹਾਰਡਵੇਅਰ ਲੈਵਲ ਤੇ ਕੰਮ ਕਰਨਾ ਤਾਂ ਸਾਨੂੰ ਕਿਤੇ ਨਾ ਕਿਤੇ ਹੈਲਪ ਵੀ ਕਰਦੀ ਹੈ।
ਬਟ ਜੇ ਆਪਾਂ ਅਪਰ ਲੈਵਲ ਤੇ ਹਾਇਰ ਲੈਵਲ ਤੇ ਕੰਮ ਕਰਦੇ ਹਾਂ, ਹਾਈ ਲੈਵਲ ਲੈਂਗੁਏਜਸ ਤੇ ਕੰਮ ਕਰਦੇ ਹਾਂ, ਤਾਂ ਇੰਜੀਨੀਅਰਿੰਗ ਦੀ ਜਿਹੜੀ ਡਿਗਰੀ ਆ ਉਹ ਕਿੰਨੀ ਕੁ ਮੈਟਰ ਕਰਦੀ ਆ। ਲਾਈਕ ਕਿ ਮੈਂ ਇਹ ਤਾਂ ਪੁੱਛ ਰਿਹਾ ਕੁਐਸਚਨ ਕਿਉਂਕਿ ਬਹੁਤ ਸਾਰੇ ਜਿਹੜੇ ਸਟੂਡੈਂਟ ਹੁੰਦੇ ਨੇ ਉਹ BCA MCA ਤੋਂ ਹੁੰਦੇ ਨੇ। ਸੋ ਉਹਨਾਂ ਦੇ ਮਨ ਦੇ ਵਿੱਚ ਇਹ ਮਿਥ ਹੁੰਦੀ ਹੈ ਕਿ ਸ਼ਾਇਦ ਜਿਹੜੇ ਇੰਜੀਨੀਅਰ ਹੈਗੇ ਨੇ, ਜਿਨ੍ਹਾਂ ਨੇ ਸਟੱਡੀ ਕੀਤੀ ਇੰਜੀਨੀਅਰਿੰਗ ਦੇ ਵਿੱਚ, ਸਿਰਫ ਉਹੀ ਕੋਡਿੰਗ ਜਾਂ ਡਿਵੈਲਪਮੈਂਟ ਕਰ ਸਕਦੇ ਨੇ, ਅਸੀਂ ਨਹੀਂ ਕਰ ਸਕਦੇ, ਅਸੀਂ ਸਿਰਫ ਟੀਚਿੰਗ ਲਾਈਨ ਦੇ ਵਿੱਚ ਹੀ ਜਾ ਸਕਦੇ ਹਾਂ। ਇਹੋ ਜਿਹੀ ਤਾਂ ਕੋਈ ਕੁਝ ਹੈਗਾ ਨਹੀਂ, ਮਤਲਬ ਪ੍ਰੋਗਰਾਮਿੰਗ ਤਾਂ ਕੋਈ ਵੀ ਸਿੱਖ ਸਕਦਾ ਹੈ। ਈਵਨ ਮੇਰੇ ਕਨੈਕਸ਼ਨ 'ਚ ਇਹੋ ਜਿਹੇ ਬੱਚੇ ਨੇ ਜਿਹੜੇ ਹਾਲੇ ਕਿ ਕਾਲਜ ਸ਼ੁਰੂ ਵੀ ਨਹੀਂ ਕੀਤਾ, ਬਟ ਉਹ ਇੰਨੇ ਅੱਛੇ ਪ੍ਰੋਗਰਾਮਰਸ ਨੇ। ਤਾਂ ਉਹਦੇ ਉੱਤੇ ਕੋਈ ਲਿਮਿਟਿਡ ਨਹੀਂ ਹੈਗਾ, ਇਹ ਸਿਰਫ ਤੁਹਾਡੀ ਥੋਟ ਪ੍ਰੋਸੈਸ ਤੇ ਡਿਪੈਂਡ ਕਰਦਾ ਤੁਸੀਂ ਕੀ ਸਿੱਖਣਾ ਚਾਹੁੰਦੇ ਹੋ। ਅੱਜ ਕੱਲ੍ਹ ਮੋਸਟਲੀ ਰਿਸੋਰਸਿਸ ਫ੍ਰੀ ਚ ਵਿੱਚ ਅਵੇਲੇਬਲ ਹੈਗੇ ਨੇ ਆਨਲਾਈਨ, ਤੇ ਸਿਰਫ ਤੁਹਾਡਾ ਮੈਟਰ ਆਫ ਹਾਰਡ ਵਰਕ ਜ਼ਰੂਰ ਲੱਗੂਗਾ, ਕਿਉਂਕਿ BCA 'ਚ ਅਗਰ ਤੁਸੀਂ ਹੋ ਤਾਂ ਤੁਹਾਨੂੰ ਕਾਫੀ ਚੀਜ਼ਾਂ ਨਹੀਂ ਪਤਾ ਹੋਣੀਆਂ ਜਿਹੜੀਆਂ ਕਿ BTech ਵਿੱਚ ਪੜ੍ਹਾਈਆਂ ਜਾਂਦੀਆਂ ਨੇ। ਤਾਂ ਬਿਲਕੁਲ। ਤੁਹਾਨੂੰ ਥੋੜਾ ਜਿਹਾ ਐਫਰਟ ਲਾਣਾ ਪਊਗਾ, ਕਿਉਂਕਿ ਇੱਕ BTech ਦਾ ਜਿਹੜਾ ਇੰਜੀਨੀਅਰ ਹੋਊਗਾ ਉਹਨੂੰ ਕਾਫੀ ਕੁਝ ਆਲਰੇਡੀ ਦੱਸ ਚੁੱਕੇ ਨੇ ਕਾਲਜ ਦੇ ਵਿੱਚ, ਪਰ ਤੁਹਾਨੂੰ ਨਹੀਂ ਪਤਾ ਹੋਊਗਾ, ਤਾਂ ਤੁਹਾਨੂੰ ਖੁਦ ਐਫਰਟ ਲਾਣਾ ਪਊਗਾ। ਉਹ ਜਿਹੜਾ ਐਫਰਟ ਹੈ ਅਗਰ ਤੁਸੀਂ ਉਹ ਲਾਤਾ, ਫਿਰ ਤੁਸੀਂ ਇੱਕ ਸੇਮ ਲੈਵਲ ਤੇ ਆ ਜਾਓਗੇ BTech ਦੇ ਗ੍ਰੈਜੂਏਟ ਤੇ। ਬਟ ਉਹ ਤੁਹਾਡਾ ਇੱਕ ਥੋਟ ਪ੍ਰੋਸੈਸ ਬਣਾਉਣਾ ਪਏਗਾ ਕਿ ਤੁਹਾਨੂੰ ਐਕਚੁਅਲੀ ਇਹ ਚੀਜ਼ ਸਿੱਖਣੀ ਹੈ, ਅਦਰਵਾਈਜ਼ ਤਾਂ ਕੋਈ ਵੀ ਫੀਲਡ 'ਚ ਜਾ ਧੀਰਜ, ਸਕਦੇ ਹੋ। ਸੌਰੀ ਮੈਂ ਤੁਹਾਨੂੰ ਇੰਟਰਰਪਟ ਕਰ ਰਿਹਾ ਕਿ ਜਿਹੜਾ ਕੰਪਨੀਜ਼ ਦੇ ਵਿੱਚ ਇਹਦੇ ਲਈ ਕੋਈ ਪਾਰਸ਼ਲਿਟੀ ਹੁੰਦੀ ਹੈ ਕਿ ਲਾਈਕ ਤੁਸੀਂ BCA ਤੋਂ ਆਏ ਹੋ ਤਾਂ ਤੁਹਾਨੂੰ ਅਸੀਂ ਉਹਨਾਂ ਪੈਕੇਜ ਨਹੀਂ ਦੇਵਾਂਗੇ, MCA ਤੋਂ ਆਏ ਹੋ ਤਾਂ ਤੁਹਾਨੂੰ ਉਹਨਾਂ ਨਹੀਂ ਦੇਵਾਂਗੇ, ਇੰਜੀਨੀਅਰਿੰਗ ਹੀ ਕੀਤੀ ਹੋਣੀ ਚਾਹੀਦੀ। ਕੋਈ ਕੰਪਨੀਜ਼ ਦੇ ਵਿੱਚ ਇਦਾਂ ਦੀ ਕੋਈ ਲਾਈਕ ਕਿ ਕੋਈ ਪਾਰਸ਼ਲਿਟੀ ਹੁੰਦੀ ਹੈਗੀ ਹੈ ਡਿਊਰਿੰਗ ਇੰਟਰਵਿਊ? ਪੈਕੇਜ ਲੈਵਲ ਤਾਂ ਮੈਨੂੰ ਲੱਗਦਾ ਨਹੀਂ ਇੰਨੀ ਜ਼ਿਆਦਾ ਹੁੰਦੀ ਹੈ, ਮਤਲਬ ਹੁੰਦੀ ਹੋਣੀ ਕੋਈ 4-5% ਹੁੰਦੀ ਹੋਣੀ, ਬਟ ਇੰਨਾ ਜ਼ਿਆਦਾ ਹੁੰਦਾ ਨਹੀਂ। ਬਟ ਸਭ ਤੋਂ ਜ਼ਿਆਦਾ ਮੈਟਰ ਕੀ ਕਰਦਾ ਹੈ ਕਿ ਅਗਰ ਤੁਸੀਂ ਐਜ਼ ਏ BCA ਕੈਂਡੀਡੇਟ ਅਗਰ ਅਪਲਾਈ ਕਰ ਰਹੇ ਹੋ ਤਾਂ ਉੱਥੇ ਪ੍ਰੋਬਲਮ ਕੀ ਆਉਂਦੀ ਹੈ। ਅਗਰ ਤੁਸੀਂ ਅਦਰ ਸਾਈਡ ਆਫ ਦਾ ਟੇਬਲ ਦੇਖੋ, ਜਿਵੇਂ ਮੈਂ ਇੰਟਰਵਿਊਰ ਹੈਗਾ, ਮੇਰੀ ਕੰਪਨੀ ਹੈਗੀ, ਮੈਂ ਤੁਹਾਨੂੰ ਹਾਇਰ ਕਰਨਾ ਹੈ, ਠੀਕ ਹੈ, ਤਾਂ ਮੈਨੂੰ ਬਸ ਤੁਹਾਡੇ ਬਾਰੇ ਕੁਝ ਪਤਾ ਨਹੀਂ, ਤੁਸੀਂ ਤਾਂ ਸਿਰਫ ਇਹ ਦੱਸਿਆ ਕਿ ਮੈਂ BCA ਕੀਤੀ ਹੋਈ ਹੈ। ਤਾਂ ਐਵੇਂ ਤੁਹਾਡੇ ਜਿਹੋ ਜਿਹੇ 1000 ਹੋਰ ਬੱਚੇ ਹੋਣਗੇ ਤੇ 1000 ਹੋਣਗੇ BTech ਵਾਲੇ ਵੀ, ਤਾਂ ਮੈਂ ਕਿਵੇਂ ਮਤਲਬ ਗੈਸ ਲਾਵਾਂਗਾ ਵੀ ਕਿਹੜਾ ਵਧੀਆ ਹੋਣਾ, ਕਿਉਂਕਿ ਮੈਂ ਵੀ ਆਪਦਾ ਟਾਈਮ ਸੇਵ ਕਰਨਾ ਹੈ, ਰਾਈਟ। ਬਿਲਕੁਲ। ਤਾਂ ਮੈਂ ਮੋਸਟਲੀ ਕੀ ਕਰੂੰਗਾ ਕਿ ਮੈਂ BTech ਵਾਲਿਆਂ ਨੂੰ ਪ੍ਰੈਫਰੈਂਸ ਦਊਂਗਾ, ਕਿਉਂਕਿ ਉਹ ਆਲਰੇਡੀ ਟੈਕਨੀਕਲ ਬੰਦੇ ਨੇ, ਤਾਂ ਉਹਨਾਂ ਨੂੰ ਮੈਂ ਪ੍ਰੈਫਰੈਂਸ ਦਊਂਗਾ, ਤੇ BCA ਵਾਲਿਆਂ ਨੂੰ ਮੈਂ ਸੈਕਿੰਡ ਪ੍ਰਾਇੋਰਟੀ ਦਊਂਗਾ। ਬਟ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ BCA ਵਾਲਿਆਂ ਨੂੰ ਰਿਜੈਕਟ ਕਰ ਸਕਦੇ ਹੋ, ਬਟ ਜਨਰਲੀ ਜਿਹੜੀ ਅੱਛੀ ਕੰਪਨੀ ਹੁੰਦੀਆਂ ਨੇ ਉਹ ਹਮੇਸ਼ਾ ਚਾਂਸ ਦਿੰਦੀਆਂ ਕੈਂਡੀਡੇਟ ਨੂੰ ਕਿ ਤੁਸੀਂ ਤੁਹਾਡੇ ਤੋਂ ਇੰਟਰਵਿਊ ਦਿੱਤਾ ਜਾਵੇਗਾ। ਬਟ ਉੱਥੇ ਜੇ ਤੁਸੀਂ ਆਪਦੀ ਪੜ੍ਹੀਆਂ ਹੋਈਆਂ ਚੀਜ਼ਾਂ ਤੁਸੀਂ ਆਪ ਲਰਨ ਕੀਤਾ ਹੋਇਆ, ਤੁਹਾਡੇ ਬਾਰੇ ਤੁਹਾਨੂੰ ਪ੍ਰੋਬਲਮ ਨਹੀਂ ਆਊਗੀ ਉਸ ਜਗ੍ਹਾ ਤੇ। ਤੁਸੀਂ ਸੇਮ ਕੈਂਡੀਡੇਟ ਹੋ ਤੇ ਪੈਕੇਜ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਪ੍ਰੋਬਲਮ ਆਉਂਦੀ, ਚਾਹੀਦੀ ਸੇਮ ਪੈਕੇਜ ਮਿਲਦਾ ਜਨਰਲੀ। ਸੋ ਧੀਰਜ, ਤੁਸੀਂ ਫਰੈਸ਼ਰ ਜਿਹੜੇ ਹੈਗੇ ਨੇ, ਜਿਹੜੇ ਸਟੱਡੀ ਕਰ ਰਹੇ ਨੇ, ਉਹਨਾਂ ਨੂੰ ਤੁਸੀਂ ਕੀ ਸੁਜੈਸਟ ਕਰਨਾ ਚਾਹੋਗੇ ਕਿ ਉਹਨਾਂ ਨੂੰ ਜਿਹੜਾ ਇੰਡਸਟਰੀ ਦੇ ਲਈ ਆਪਣੇ ਆਪ ਨੂੰ ਕਿਵੇਂ ਪ੍ਰਿਪੇਅਰ ਕਰਨਾ ਚਾਹੀਦਾ? ਮੈਂ ਫਰੈਸ਼ਰਸ ਨੂੰ ਇਹ ਚੀਜ਼ ਕਹੂੰਗਾ ਕਿ ਅਗਰ ਉਹ ਕਾਲਜ ਵਿੱਚ ਹੈਗੇ ਨੇ, ਜਿਵੇਂ ਉਹਨਾਂ ਨੇ ਹਲੇ 1-2 ਸਾਲ ਹੀ ਹੋਏ ਕਾਲਜ ਵਿੱਚ ਟਰਾਈ ਕੀਤੇ ਨੂੰ, ਤਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ, ਉਹਨਾਂ ਨੂੰ ਅਲੱਗ-ਅਲੱਗ ਪ੍ਰੋਜੈਕਟਸ ਅਲੱਗ-ਅਲੱਗ ਚੀਜ਼ਾਂ ਟਰਾਈ ਕਰਦੇ ਰਹਿਣਾ ਚਾਹੀਦੇ ਹੈ। ਕਿਉਂਕਿ ਤੁਹਾਨੂੰ ਕਦੇ ਮਤਲਬ ਤੁਸੀਂ ਆਪਦੇ ਸੀਨੀਅਰਸ ਨਾਲ ਗੱਲ ਕਰੋਗੇ, ਪੇਰੈਂਟਸ ਨਾਲ ਗੱਲ ਕਰੋਗੇ, ਰਿਲੇਟਿਵਸ ਨਾਲ ਗੱਲ ਕਰੋਗੇ, ਜਨਰਲੀ ਇਹੀ ਕਹਿੰਦੇ ਨੇ ਵੀ ਜਿੰਦੇ 'ਚ ਤੇਰਾ ਇੰਟਰਸਟ ਹੈਗਾ ਉਹ ਚੀਜ਼ ਕਰ ਲੈ। ਬਟ ਤੁਹਾਨੂੰ ਕੀ ਪਤਾ ਤੁਹਾਡਾ ਇੰਟਰਸਟ ਕਿੰਦੇ 'ਚ ਹੈ, ਇੱਕ ਤੁਹਾਨੂੰ ਕਦੇ ਪਤਾ ਹੀ ਨਹੀਂ ਹੋ ਸਕਦਾ ਨਾ, ਤੁਸੀਂ ਤਾਂ ਹਾਲੇ ਬਿਲਕੁਲ। ਸ਼ੁਰੂ ਹੀ ਕੀਤਾ ਕੰਮ, ਤਾਂ ਤੁਹਾਨੂੰ ਕੀ ਪਤਾ ਇੰਡਸਟਰੀ 'ਚ ਮਤਲਬ 100 ਤਰ੍ਹਾਂ ਦੀ ਲਾਈਨ ਹੁੰਦੀ ਹੈ, 100 ਤਰ੍ਹਾਂ ਦੇ ਕੰਮ ਹੁੰਦੇ, ਤੁਹਾਨੂੰ ਕੀ ਪਤਾ ਤੁਹਾਡਾ ਇੰਟਰਸਟ ਕਿਸ 'ਚ ਹੈ। ਤਾਂ ਸਭ ਤੋਂ ਵਧੀਆ ਤੁਹਾਨੂੰ ਟਰਾਈ ਕਰਦੇ ਰਹਿਣਾ ਚਾਹੀਦੀਆਂ ਚੀਜ਼ਾਂ। ਤੁਸੀਂ ਜਾਵਾ, ਤੁਹਾਨੂੰ ਲੱਗਦਾ ਤੁਸੀਂ ਐਪਲੀਕੇਸ਼ਨ ਡਿਵੈਲਪਰ ਬਣ ਸਕਦੇ ਹੋ, ਜਾਵਾ ਚੱਕੋ, ਜਾਵਾ ਨੂੰ ਪੜ੍ਹਨਾ ਸ਼ੁਰੂ ਕਰ ਦਿਓ, ਪ੍ਰੋਜੈਕਟ ਬਣਾਉਣਾ ਸ਼ੁਰੂ ਕਰੋ, ਤੁਹਾਨੂੰ ਅਗਰ ਇੰਟਰਸਟ ਲੱਗ ਰਿਹਾ ਤਾਂ ਕੰਟੀਨਿਊ ਕਰੋ, ਨਹੀਂ ਤਾਂ ਦੂਜੀ ਕੋਈ C++ ਚੱਕ ਲਓ, C ਚੱਕ ਬਿਲਕੁਲ। ਲਓ। ਐਵੇਂ ਤੁਹਾਨੂੰ ਟਰਾਈ ਕਰਦੇ ਰਹਿਣਾ ਚਾਹੀਦਾ। ਉਹ ਟਰਾਈ ਮੈਂ ਇਸ ਵਾਸਤੇ ਕਹਿ ਰਿਹਾ ਕਿਉਂਕਿ ਕਾਲਜ ਲਾਈਫ ਦੇ ਵਿੱਚ ਟਾਈਮ ਬਹੁਤ ਜ਼ਿਆਦਾ ਹੁੰਦਾ ਤੁਹਾਡੇ ਕੋਲ, ਕਲਾਸਿਸ ਦਾ ਵੀ ਇੰਨਾ ਮੈਟਰ ਨਹੀਂ ਕਰਦੀਆਂ, ਕਲਾਸਿਸ ਕਰ ਸਕਦੇ ਹੋ ਅਟੈਂਡ, ਉਸ ਤੋਂ ਇਲਾਵਾ ਵੀ ਤੁਹਾਨੂੰ ਬਹੁਤ ਟਾਈਮ ਮਿਲ ਜਾਂਦਾ, ਕਿਉਂਕਿ ਬਿਲਕੁਲ। ਐਵਰੀ ਸਮੈਸਟਰ ਖਤਮ ਹੁੰਦਾ, ਉਸ ਤੋਂ ਬਾਅਦ ਤੁਹਾਨੂੰ 1 ਜਾਂ 2 ਮਹੀਨੇ ਜ਼ਰੂਰ ਮਿਲਦੇ ਨੇ, ਉਹ ਤੁਸੀਂ ਅਗਰ ਐਵੇਂ ਸਪੈਂਡ ਕਰੋ ਟਰਾਈ ਕਰਨ ਦੇ ਚੀਜ਼ਾਂ ਦੇ ਉੱਤੇ, ਐਂਡ ਕਾਲਜ ਟਾਈਮ ਤੇ ਵੀ ਥੋੜਾ ਟਾਈਮ ਕੱਢੋ, ਟਰਾਈ ਕਰਦੇ ਰਹੋ ਡਿਫਰੈਂਟ ਚੀਜ਼ਾਂ। ਕਿ ਜਿਵੇਂ ਲੋਕ ਨੈਟਵਰਕਿੰਗ ਜਾਣਾ ਚਾਹੁੰਦੇ ਨੇ ਤਾਂ ਨੈਟਵਰਕਿੰਗ ਦੀ ਚੀਜ਼ਾਂ ਪੜ੍ਹਨੇ ਸ਼ੁਰੂ ਕਰ ਦਿਓ, ਸਿਕਿਉਰਿਟੀ ਜਾਣਾ ਚਾਹੁੰਦੇ ਆ ਹੈਕਿੰਗ ਕਰਨਾ ਸ਼ੁਰੂ ਕਰ ਦਿਓ, CCNA ਕੋਰਸਿਸ ਜਿਵੇਂ ਹੁੰਦੇ ਨੇ ਅੱਜ ਕੱਲ੍ਹ ਕੋਰਸਿਸ ਚੱਲ ਰਹੇ ਨੇ, ਤਾਂ ਇਹ ਟਰਾਈ ਕਰਦੇ ਰਹੋਗੇ, ਤੁਹਾਨੂੰ ਕਿਸੇ ਨਾ ਕਿਸੇ 'ਚ ਇਹੋ ਜਿਹੀ ਚੀਜ਼ ਹੋਊਗੀ, ਤੁਹਾਨੂੰ ਖੁਦ ਹੀ ਲੱਗੂਗਾ ਯਾਰ ਇਹ ਚੀਜ਼ ਮੈਨੂੰ ਵਧੀਆ ਲੱਗ ਰਹੀ ਹੈ, ਮੈਂ ਇਸੇ 'ਚ ਆਪਦਾ ਫਿਊਚਰ ਬਣਾਉਣਾ ਹੈ। ਫਿਰ ਤੁਸੀਂ ਉਸ ਪਾਰਟੀਕੂਲਰ ਚੀਜ਼ ਵਿੱਚ ਐਕਸਪਰਟਿਜ਼ ਗੈਦਰ ਕਰ ਲਓ ਤੇ ਤੁਹਾਨੂੰ ਜੋਬ ਮਿਲ ਜੂਗੀ ਆਰਾਮ ਨਾਲ। ਬਿਲਕੁਲ। ਸੋ ਧੀਰਜ, ਜਿਵੇਂ ਤੁਸੀਂ ਡਿਸਕਸ ਕੀਤਾ ਕਿ ਤੁਸੀਂ ਸਟਾਰਟਅਪ ਕੰਪਨੀ 'ਚ ਵੀ ਕੰਮ ਕੀਤਾ, MNC ਕੰਪਨੀ 'ਚ ਵੀ ਕੰਮ ਕੀਤਾ, ਸੋ ਇੱਕ ਬੜਾ ਹੀ ਫ੍ਰੀਕੁਐਂਟਲੀ ਕੁਐਸਚਨ ਪੁੱਛਿਆ ਜਾਂਦਾ ਕਿ ਸਾਨੂੰ ਕਦੋਂ ਜੌਬ ਸਵਿਚ ਕਰਨੀ ਚਾਹੀਦੀ ਹੈ, ਜਾਂ ਸਾਨੂੰ ਕਰਨੀ ਚਾਹੀਦੀ ਵੀ ਜਾਂ ਨਹੀਂ ਕਰਨੀ ਚਾਹੀਦੀ, ਇੱਕੋ ਕੰਪਨੀ ਦੇ ਵਿੱਚ ਸਾਨੂੰ ਜਿਹੜਾ ਆਪਣਾ ਕਰੀਅਰ ਹੈਗਾ ਉਹ ਜਿਹੜਾ ਹੈਗਾ ਬਣਾਉਣਾ ਚਾਹੀਦਾ।
ਸੋ ਤੁਹਾਡਾ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜੋਬ ਸਵਿਚ ਤਾਂ ਮੇਰਾ ਜਿਹੜਾ ਪਰਸਪੈਕਟਿਵ ਹੈ ਇੱਕੋ ਹੀ ਹੈ ਕਿ ਜੋਬ ਸਵਿਚ ਕਰਨੀ ਚਾਹੀਦੀ ਹੈ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਗਰੋ ਨਹੀਂ ਕਰ ਰਹੇ। ਤੁਹਾਡਾ ਇੱਕ ਤਾਂ ਇਹ ਹੋ ਗਿਆ ਤੁਸੀਂ ਟੈਕਨੀਕਲੀ ਗਰੋ ਨਹੀਂ ਕਰ ਰਹੇ, ਇੱਕ ਇਹ ਹੁੰਦਾ ਕਿ ਤੁਹਾਡੀ ਵੈਸੇ ਗਰੋਥ ਨਹੀਂ ਹੋ ਰਹੀ, ਕਿ ਤੁਹਾਡਾ ਮਤਲਬ ਇੱਕ ਇੰਟਰੈਕਸ਼ਨ ਨਹੀਂ ਹੋ ਰਿਹਾ ਅਪਰ ਮੈਨੇਜਮੈਂਟ ਨਾਲ, ਜਾਂ ਤੁਹਾਨੂੰ ਕੰਸੀਡਰ ਨਹੀਂ ਕੀਤਾ ਜਾਂਦਾ ਇੰਨਾ, ਜਾਂ ਤੁਹਾਡੀ ਓਪੀਨੀਅਨ ਇੰਨੀ ਮੈਟਰ ਨਹੀਂ ਕਰਦੀ। ਇਹੋ ਜਿਹੀ ਚੀਜ਼ਾਂ ਬਹੁਤ ਮਿਲਦੀਆਂ ਕੰਪਨੀ ਜਿਹਨੂੰ ਕਿ ਪੋਲੀਟਿਕਸ ਵੀ ਕਹਿੰਦੇ ਨੇ ਲੋਕ, ਕਿ ਤਾਂ ਕਿ ਅਗਰ ਤੁਸੀਂ ਕੁਝ ਪੁਆਇੰਟ ਆਊਟ ਕਰਨਾ ਚਾਹੁੰਦੇ ਹੋ ਚੀਜ਼ਾਂ, ਤੇ ਤੁਸੀਂ ਫੋਰ ਐਗਜ਼ਾਮਪਲ ਤੁਸੀਂ ਕੋਈ ਪ੍ਰੋਜੈਕਟ ਤੇ ਕੰਮ ਕਰ ਰਹੇ ਹੋ, ਤੁਸੀਂ ਕੁਝ ਸੁਜੈਸਟ ਕੀਤਾ ਕਿ ਆਪਾਂ ਪ੍ਰੋਜੈਕਟ ਵਿੱਚ ਐਵੇਂ ਦਾ ਚੇਂਜ ਕਰ ਸਕਦੇ ਹਾਂ, ਬਟ ਉਹਨਾਂ ਨੇ ਤੁਹਾਡਾ ਪ੍ਰੋਜੈਕਟ ਕੰਸੀਡਰ ਵੀ ਨਹੀਂ ਕੀਤਾ, ਉਹ ਜਿਹੜਾ ਓਪੀਨੀਅਨ ਹੈ ਤੁਹਾਡਾ ਕੰਸੀਡਰੇਸ਼ਨ ਵੀ ਨਹੀਂ ਹੋਇਆ, ਤੁਹਾਨੂੰ ਐਵੇਂ ਲੱਗੂਗਾ ਕਿ ਮੇਰੀ ਗੱਲ ਨਹੀਂ ਸੁਣੀ ਜਾ ਰਹੀ। ਇਹੋ ਜਿਹੀ ਬਿਲਕੁਲ। ਬਹੁਤ ਸਾਰੀ ਚੀਜ਼ਾਂ ਹੁੰਦੀਆਂ, ਮੈਨੀ ਰੀਜ਼ਨਸ ਹੁੰਦੇ ਇਹੋ ਜਿਹੇ। ਤਾਂ ਉਸ ਚੀਜ਼ਾਂ ਨੂੰ ਅਗਰ ਤੁਹਾਨੂੰ ਇਹੋ ਜਿਹਾ ਫੀਲ ਹੋ ਰਿਹਾ ਕਿ ਤੁਹਾਨੂੰ ਡਿਮੀਨ ਕੀਤਾ ਜਾਂਦਾ ਜਾਂ ਫਿਰ ਤੁਹਾਡਾ ਕੰਸੀਡਰੇਸ਼ਨ ਨਹੀਂ ਹੋ ਰਿਹਾ, ਤਾਂ ਉਦੋਂ ਤੁਸੀਂ ਦੇਖ ਸਕਦੇ ਹੋ ਕਿ ਮੈਂ ਇਹੋ ਜਿਹੀ ਚੀਜ਼, ਇਹੋ ਜਿਹੀ ਜਗ੍ਹਾ ਕੰਮ ਹੀ ਕਿਉਂ ਕਰ ਰਿਹਾ ਜਿੱਥੇ ਮੇਰੀ ਓਪੀਨੀਅਨ ਹੀ ਮੈਟਰ ਨਹੀਂ ਕਰਦੀ। ਤਾਂ ਸਿਰਫ ਤਾਂ ਫਿਰ ਇਹੀ ਗੱਲ ਹੋ ਗਈ ਨਾ, ਤੁਸੀਂ ਪੈਸਿਆਂ ਵਾਸਤੇ ਕੰਮ ਕਰ ਰਹੇ ਹੋ, ਤਾਂ ਪੈਸੇ ਤਾਂ ਤੁਹਾਨੂੰ ਕੋਈ ਵੀ ਕੰਪਨੀ ਦੇ ਦੇਊਗੀ। ਤਾਂ ਜਨਰਲੀ ਬਿਲਕੁਲ। ਉਸ ਟਾਈਮ ਤੇ ਤੁਹਾਨੂੰ ਦੇਖਣਾ ਚਾਹੀਦਾ ਹੈ ਕਿ ਤੁਹਾਡੀ ਅਗਰ ਗਰੋਥ ਨਹੀਂ ਹੋ ਰਹੀ, ਗਰੋਥ ਰੁਕੀ ਹੋਈ ਹੈ, ਤੁਸੀਂ ਸੇਮ ਹੀ ਰਿਪੀਟਿਡ ਕੰਮ ਕਰ ਰਹੇ ਹੋ ਪਿਛਲੇ ਕਾਫੀ ਵੀਕਸ ਤੋਂ ਜਾਂ ਕਾਫੀ ਮੰਥਸ ਤੋਂ, ਇੱਕੋ ਜਿਹਾ ਕੰਮ ਕਰ ਰਹੇ ਹੋ, ਤਾਂ ਤੁਸੀਂ ਕੁਝ ਗਰੋ ਨਹੀਂ ਕਰ ਰਹੇ ਹੋ ਉਸ ਚੀਜ਼ ਤੇ, ਤੁਸੀਂ ਇੱਕ ਤਰ੍ਹਾਂ ਸਟਕ ਹੋ। ਤਾਂ ਉਸ ਟਾਈਮ ਤੇ ਤੁਹਾਨੂੰ ਸੋਚਣਾ ਚਾਹੀਦਾ ਕਿ ਤੁਸੀਂ ਕਿਵੇਂ ਜੋਬ, ਦੂਜੀ ਜੋਬ ਲੱਭ ਸਕਦੇ ਹੋ ਸੇਮ ਫੀਲਡ 'ਚ। ਤੇ ਸਭ ਤੋਂ ਵਧੀਆ ਤਰੀਕਾ ਕੀ ਹੈ, ਤੁਸੀਂ ਅਪ ਟੂ ਡੇਟ ਰਹੋ। ਮਤਲਬ ਜਿਵੇਂ ਮੇਰਾ ਕੀ ਹੈ, ਮੈਂ ਜਨਰਲੀ ਅਪ ਟੂ ਡੇਟ ਰਹਿਣਾ, ਵੀ ਅਗਰ ਕੋਈ ਮੇਰੇ ਕੋਲ ਓਪਰਚੁਨਿਟੀ ਆਉਂਦੀ ਵੀ ਹੈ ਤਾਂ ਮੈਂ ਕਦੇ ਮਨਾ ਨਹੀਂ ਕਰਦਾ ਕਿ ਚਲੋ ਠੀਕ ਹੈ, ਲੈਟਸ ਟਰਾਈ ਆਊਟ, ਵੀ ਕਿਵੇਂ ਰਹਿੰਦਾ ਐਕਸਪੀਰੀਅੰਸ ਇਸ ਤੇ। ਤਾਂ ਉਹ ਤੁਸੀਂ ਦਿੰਦੇ ਰਹੋ, ਇੰਟਰਵਿਊ ਦਿੰਦੇ ਰਹੋ, ਪਤਾ ਚੱਲਦਾ ਰਹੂਗਾ ਤੁਹਾਨੂੰ ਕਿ ਕਿਵੇਂ ਚੱਲ ਰਹੀਆਂ ਚੀਜ਼ਾਂ, ਤੁਹਾਨੂੰ ਹਾਲੇ ਕਿੰਨਾ ਲੈਵਲ ਤੇ ਹੈ ਤੁਹਾਡਾ। ਅਗਰ ਤੁਹਾਡਾ ਲੈਵਲ ਗਰੋ ਨਹੀਂ ਹੋ ਰਿਹਾ ਤਾਂ ਤੁਹਾਨੂੰ ਕੀ ਚੀਜ਼ਾਂ ਪੜ੍ਹਨੀਆਂ ਚਾਹੀਦੀਆਂ। ਤਾਂ ਇਹ ਚੀਜ਼ਾਂ ਥੋੜ੍ਹੀਆਂ ਮਤਲਬ ਐਕਸਪੀਰੀਅੰਸ ਨਾਲ ਹੀ ਆਉਂਦੀਆਂ, ਤੁਹਾਨੂੰ ਪ੍ਰੈਕਟੀਕਲੀ ਦੇਣੇ ਪੈਣਗੇ ਇੰਟਰਵਿਊ, ਐਕਸਪੀਰੀਅੰਸ ਲੈਣਾ ਪਊਗਾ, ਪੜ੍ਹਨਾ ਪਊਗਾ, ਥੋੜਾ ਐਫਰਟ ਟੇਕਿੰਗ ਕੰਮ ਹੈਗਾ, ਬਟ ਵਰਥ ਹੈਗਾ ਅਲਟੀਮੇਟਲੀ। ਕਿਉਂਕਿ ਇੱਕ ਟਾਈਮ ਤੇ ਤੁਸੀਂ ਇਹੋ ਜਿਹੀ ਜਗ੍ਹਾ ਚਲੇ ਜਾਓਗੇ ਜਿੱਥੇ ਤੁਹਾਡੇ ਰਿਸਪੈਕਟ ਵੀ ਹੋਊਗੀ, ਤੁਹਾਨੂੰ ਸਿੱਖਣ ਨੂੰ ਵੀ ਬਹੁਤ ਮਿਲੇਗਾ, ਤੁਹਾਡੀ ਓਪੀਨੀਅਨਸ ਵੀ ਮੈਟਰ ਕਰੀ ਜਾਣਗੀਆਂ, ਤੇ ਤੁਸੀਂ ਕਾਫੀ ਅੱਛੀ ਗਰੋ ਕਰ ਸਕਦੇ ਹੋ ਉਸ ਕੰਪਨੀ। ਸੋ ਗਰੋਥ ਤੋਂ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਕੰਪਨੀ ਦੇ ਵਿੱਚ ਜਿਹੜੀ ਹੈਗੀ ਆ, ਇੱਕ ਫਰੈਸ਼ਰ ਤੋਂ ਲੈ ਕੇ ਇੱਕ ਮੈਨੇਜਰ ਲੈਵਲ ਤੱਕ ਜਿਹੜੀ ਗਰੋਥ ਹੈਗੀ, ਉਹ ਤੁਸੀਂ ਕਿਵੇਂ ਦੇਖਦੇ ਹੋ? ਕਿਵੇਂ ਆਪਾਂ ਜਿਹੜੇ ਹੈਗੇ ਫਰੈਸ਼ਰਸ ਜਾਂ ਜਿਹੜੇ ਸਟੂਡੈਂਟ ਜਿਹੜੇ ਸਟੱਡੀ ਕਰ ਰਹੇ ਨੇ, ਉਹਨਾਂ ਨੂੰ ਮੋਟੀਵੇਟ ਕਰ ਸਕਦੇ ਹਾਂ ਕਿ ਜਿਹੜੀ ਗਰੋਥ ਹੈਗੀ ਬੇਸਿਕਲੀ ਉਹ ਕਿਵੇਂ ਦੀ ਹੁੰਦੀ ਹੈ ਕੰਪਨੀਜ਼ ਦੇ ਵਿੱਚ? ਕੰਪਨੀ ਜਨਰਲੀ ਗਰੋਥ ਐਵੇਂ ਹੁੰਦੀ ਹੈ ਕਿ ਫਰੈਸ਼ਰਸ ਨੂੰ ਜਨਰਲੀ ਜ਼ਿਆਦਾ ਐਕਸਪੈਕਟੇਸ਼ਨ ਰਹਿੰਦੀ ਨਹੀਂ ਹੈ ਵੈਸੇ ਤਾਂ, ਕਿ ਅਗਰ ਕੋਈ ਫਰੈਸ਼ਰ ਆਉਂਦਾ ਤਾਂ ਉਸ ਤੋਂ ਬਸ ਇੱਕ ਪਹਿਲਾਂ ਸਟਾਰਟ ਤਾਂ ਕੀਤਾ ਇਹਨਾਂ ਨੂੰ ਜੰਪ ਸਟਾਰਟ ਦਿੱਤਾ ਜਾਂਦਾ, ਕਿ ਤੁਹਾਨੂੰ ਕੋਈ ਇਹੋ ਜਿਹੀ ਟਾਸਕ ਦਿੰਦੇ ਨੇ ਜਿਹੜੀ ਕਿ ਕੋਈ ਰਿਲੇਸ਼ਨ ਨਹੀਂ ਹੈਗਾ ਕਿਸੇ ਪ੍ਰੋਡਕਟ ਨਾਲ, ਕਿਸੇ ਵੀ ਚੀਜ਼ ਨਾਲ, ਉਹਦਾ ਜਨਰਿਕ ਟਾਸਕ ਹੈ। ਵੀ ਜਿਵੇਂ ਤੁਹਾਨੂੰ ਕੁਝ ਕਹਤਾ ਇੰਸਟਾਲ ਕਰਕੇ ਦੇ ਦਿਓ ਜਾਂ ਫਿਰ ਕੁਝ ਪੈਕੇजेस ਐਡ ਆਨ ਕਰ ਦਿਓ, ਤਾਂ ਇਹੋ ਜਿਹਾ ਟਾਸਕ ਹੁੰਦਾ। ਤਾਂ ਉਹ ਬਸ ਦੇਖਦੇ ਨੇ ਵੀ ਫਰੈਸ਼ਰ ਕਿਵੇਂ ਅਪਰੋਚ ਕਰਦਾ ਉਸ ਪ੍ਰੋਬਲਮ ਨੂੰ, ਕਿ ਉਹਨੂੰ ਕਿੰਨਾ ਸਟਰਗਲ ਹੋ ਰਿਹਾ ਹੈ, ਉਹ ਕਿਸ ਸਾਈਡ ਤੇ ਲੈਕ ਕਰ ਰਿਹਾ ਹੈ। ਤਾਂ ਫਿਰ ਉਹ ਕੰਪਨੀਜ਼ ਐਵੇਂ ਇਹੋ ਜਿਹੀਆਂ ਕਾਫੀ ਸਾਰੀ ਟਾਸਕ ਦਿੰਦੀਆਂ ਨੇ, ਤਾਂ ਫਿਰ ਪ੍ਰੈਡਿਕਟ ਕਰਦੀਆਂ ਨੇ ਕਿ ਉਹ ਕਿਵੇਂ ਦਾ ਫਰੈਸ਼ਰ ਹੈਗਾ, ਉਹਨੂੰ ਕਿਸ ਸਾਈਡ ਮਤਲਬ ਉਹਨੂੰ ਜ਼ਿਆਦਾ ਖਿੱਚਿਆ ਜਾ ਸਕਦਾ ਹੈ, ਇਸ ਇੱਕ ਤਰ੍ਹਾਂ ਦਾ ਦੇਖੀਏ ਤਾਂ, ਕਿ ਕਿਸ ਸਾਈਡ ਉਹਨੂੰ ਜ਼ਿਆਦਾ ਟ੍ਰੇਨਿੰਗ ਦਿੱਤੀ ਜਾ ਸਕਦੀ ਹੈ ਤੇ ਹੋਰ ਗਰੋ ਕਰ ਸਕਦਾ ਹੈ। ਤੇ ਇੱਕ ਵਾਰੀ ਉਹ ਕੈਪਚਰ ਹੋ ਜਾਂਦਾ ਹੈ, ਮਤਲਬ ਫਰੈਸ਼ਰ ਅਗਰ ਜਿਵੇਂ 6 ਮੰਥ ਦਾ ਪ੍ਰੋਬੇਸ਼ਨ ਪੀਰੀਅਡ ਹੁੰਦਾ ਜਨਰਲੀ ਫਰੈਸ਼ਰ ਵਾਸਤੇ, ਜਾਂ ਕਾਫੀ ਕੰਪਨੀ ਇੰਟਰਨਸ਼ਿਪ ਪੀਰੀਅਡ ਵੀ ਬੋਲਦੇ ਆ, ਤਾਂ ਉਹਦੇ 'ਚ ਅਗਰ ਉਹ ਕਰ ਲੈਂਦਾ ਕ੍ਰੋਸ, ਤਾਂ ਫਿਰ ਉਸ ਤੋਂ ਬਾਅਦ ਉਹਨੂੰ ਇੱਕ ਪਰਟੀਕੂਲਰ ਡਾਇਰੈਕਸ਼ਨ ਵਿੱਚ ਫਾਰਵਰਡ ਕੀਤਾ ਜਾਂਦਾ ਹੈ, ਕਿ ਇਹ ਮਤਲਬ ਕੋਈ ਡਰਾਈਵਰ ਸਾਈਡ ਕੰਮ ਕਰੂਗਾ ਜਾਂ ਫਿਰ ਇਹ ਐਪਲੀਕੇਸ਼ਨ ਸਾਈਡ ਕੰਮ ਕਰੂਗਾ, ਜ਼ਿਆਦਾ ਜਿਸ ਸਾਈਡ ਇੰਟਰਸਟ ਹੋਵੇ ਹੁੰਦਾ, ਤਾਂ ਉਸ ਸਾਈਡ ਉਹਨੂੰ ਫਿਰ ਗਰੋ ਕੀਤਾ ਜਾਂਦਾ। ਤੇ ਫਿਰ ਉਸ ਤੋਂ ਬਾਅਦ ਤਾਂ ਇੱਕ ਨੋਰਮਲ ਮਤਲਬ ਇੰਜੀਨੀਅਰ ਦੀ ਲਾਈਫ ਹੈ ਕਿ ਉਹਨੂੰ ਆਪਣੀ ਐਕਸਪਰਟਿਜ਼ ਗੇਨ ਕਰਨੀ ਹੈ ਉਸ ਪਰਟੀਕੂਲਰ ਫੀਲਡ ਦੇ ਵਿੱਚ, ਤੇ ਉਸ ਤੋਂ ਬਾਅਦ ਉਹਨੇ ਜਿੰਨਾ ਐਕਸਪਰਟਿਜ਼ ਵੱਧਦਾ ਰਹੂਗਾ, ਕੰਪਨੀ ਨੂੰ ਲੱਗੂਗਾ ਇਹ ਕਾਫੀ ਹੈਲਪਫੁਲ ਹੈ, ਤਾਂ ਫਿਰ ਪ੍ਰਮੋਸ਼ਨਸ ਹੁੰਦੀਆਂ ਨੇ, ਉਵੇਂ ਹੀ ਫਰੈਸ਼ਰ ਤੋਂ ਸੌਫਟਵੇਅਰ ਇੰਜੀਨੀਅਰ ਬਣਦੇ ਨੇ, ਸੌਫਟਵੇਅਰ ਇੰਜੀਨੀਅਰ 2 ਬਣਦੇ ਨੇ, ਐਵੇਂ ਬੇਸਡ ਔਨ ਦਾ ਕੰਪਨੀ ਸਟੈਂਡਰਡ ਉਹ ਚੱਲਦਾ ਹੈ ਫਿਰ ਅੱਗੇ। ਸੋ ਇਹ ਮੈਂ ਕੁਐਸਚਨ ਤਾਂ ਪੁੱਛਿਆ ਸੀਗਾ ਕਿਉਂਕਿ ਬਹੁਤ ਸਾਰੇ ਜਿਹੜੇ ਸਟੂਡੈਂਟ ਹੈਗੇ ਨੇ ਉਹ ਇੰਜੀਨੀਅਰਿੰਗ ਕਰਦੇ ਨੇ, ਉਸ ਤੋਂ ਬਾਅਦ ਆਈਲੈਟਸ ਦਾ ਐਗਜ਼ਾਮ ਦਿੰਦੇ ਨੇ ਤੇ ਉਹ ਬਾਹਰ ਫੋਰਨ ਦੇ ਵਿੱਚ ਚਲੇ ਜਾਂਦੇ ਨੇ। ਸੋ ਮੇਨਲੀ ਜਿਹੜਾ ਹੈਗਾ ਦੋਸਤੋ, ਇੰਡੀਆ ਦੇ ਵਿੱਚ ਵੀ ਜੇ ਆਪਾਂ ਇੱਕ ਪ੍ਰੋਪਰ ਡਾਇਰੈਕਸ਼ਨ ਦੇ ਵਿੱਚ ਜਾ ਕੇ ਆਪਾਂ ਕੰਮ ਕਰਦੇ ਹਾਂ, ਕੰਮ ਸਿੱਖਦੇ ਹਾਂ, ਸਕਿੱਲਸ ਦੇ ਉੱਪਰ ਕੰਮ ਕਰਦੇ ਹਾਂ, ਕੰਪਨੀ ਦੇ ਵਿੱਚ ਅਸੀਂ ਐਜ਼ ਅ ਡਿਵੈਲਪਰ ਕੰਮ ਕਰਦੇ ਹਾਂ, ਟੈਸਟਰ ਕੰਮ ਕਰਦੇ ਹਾਂ, ਤਾਂ ਅੱਗੇ ਬਹੁਤ ਵਧੀਆ ਗਰੋਥ ਹੈ। ਕੰਪਨੀਜ਼ ਤੁਹਾਨੂੰ ਉਹਨਾਂ ਦੇ ਫੋਰਨ ਦੇ ਕਲਾਇੰਟਸ ਹੁੰਦੇ ਨੇ, ਫੋਰਨ ਦੇ ਪ੍ਰੋਜੈਕਟਸ ਹੁੰਦੇ ਨੇ, ਤੁਹਾਨੂੰ ਔਨ ਸਾਈਟ ਵੀ ਭੇਜਦੀਆਂ ਨੇ, ਤੁਹਾਨੂੰ ਜਿਹੜੀਆਂ ਫੋਰਨ ਕੰਟਰੀਜ਼ ਨੇ ਉਹਨਾਂ ਦੇ ਵਿੱਚ ਉਹਨਾਂ ਦੀ ਟੀਮ ਦੇ ਨਾਲ ਤੁਹਾਨੂੰ ਕੰਮ ਕਰਨ ਦਾ ਮੌਕਾ ਮਿਲਦਾ।
ਤੁਹਾਨੂੰ ਇੰਡੀਆ 'ਚ ਵੀ ਪੇ ਮਿਲਦੀ ਹੈ, ਤੁਹਾਨੂੰ ਉੱਥੇ ਫੋਰਨ ਕੰਟਰੀ ਦੀ ਵੀ ਪੇ ਮਿਲਦੀ ਹੈ। ਸੋ ਤੁਹਾਨੂੰ ਡਬਲ ਬੈਨੀਫਿਟਸ ਮਿਲਦੇ ਨੇ। ਸੋ ਇੰਡੀਆ ਦੇ ਵਿੱਚ ਵੀ ਬਹੁਤ ਗਰੋਥ ਹੈ, ਬਸ ਇਹ ਹੈ ਕਿ ਸਾਨੂੰ ਇੱਕ ਪ੍ਰੋਪਰ ਡਾਇਰੈਕਸ਼ਨ ਮਿਲਣੀ ਚਾਹੀਦੀ ਹੈ। ਈਵਨ ਕਿ ਜੇ ਅਸੀਂ ਇੰਡਸਟਰੀ ਦੇ ਵਿੱਚ ਇੱਕ ਵਾਰ ਐਂਟਰ ਹੋ ਜਾਂਦੇ ਹਾਂ ਇੰਡੀਆ ਦੇ ਵਿੱਚ, ਤਾਂ ਅੱਗੇ ਜਾ ਕੇ ਸਾਡਾ ਜਿਹੜੀ ਗਰੋਥ ਹੈਗੀ ਉਹ ਇੱਕ ਫੋਰਨਰ ਨਾਲੋਂ ਵੀ ਮੈਂ ਤਾਂ ਕਹਿੰਦਾ ਕਿ ਕਈ ਵਾਰ ਜ਼ਿਆਦਾ ਹੋ ਜਾਂਦੀ, ਕਿਉਂਕਿ ਸਾਨੂੰ ਡਬਲ ਸੈਲਰੀ ਉਧਰ ਵੀ ਇੰਡੀਆ ਔਨ ਸਾਈਟ ਵੀ ਤੇ ਆਫ ਸਾਈਟ ਵੀ ਦੋਨੋਂ ਪਾਸੇ ਸਾਨੂੰ ਸੈਲਰੀ ਮਿਲਦੀ ਹੈ, ਪਲੱਸ ਸਾਨੂੰ ਬੈਨੀਫਿਟਸ ਵੀ ਮਿਲਦੇ ਆ। ਸਿਰਫ ਇਹੀ ਗੱਲ ਨਹੀਂ ਹੈਗੀ, ਦੂਸਰਾ ਅਸੀਂ ਆਪਣੇ ਪੇਰੈਂਟਸ ਦੇ ਨਾਲ ਵੀ ਟਾਈਮ ਸਪੈਂਡ ਕਰ ਸਕਦੇ ਹਾਂ। ਸੋ ਇਹ ਇੱਕ ਬਹੁਤ ਵੱਡੀ ਐਡਵਾਂਟੇਜ ਹੈ। ਤੇ ਈਵਨ ਜੇ ਅਸੀਂ ਬਾਹਰ ਵੀ ਜਾਣਾ ਹੈਗਾ, ਅਸੀਂ ਫੋਰਨ ਕੰਟਰੀ ਦੇ ਵਿੱਚ ਵੀ ਜੌਬ ਕਰਨੀ ਹੈ, ਤਾਂ ਅਸੀਂ ਥੋੜਾ ਜਿਹਾ ਇੰਡੀਆ ਦੇ ਵਿੱਚ ਐਕਸਪੀਰੀਅੰਸ ਲੈ ਕੇ, ਕਿਉਂਕਿ ਉੱਥੇ ਕੰਮ ਬਹੁਤ ਜ਼ਿਆਦਾ। ਸੋ ਧੀਰਜ ਇੱਥੇ ਇੱਕ ਚੀਜ਼ ਹੋਰ ਕਿ ਇੰਡੀਆ ਦੇ ਵਿੱਚ ਆਪਣੇ ਕਿੰਨੀਆਂ ਕੁ ਕੰਪਨੀਜ਼ ਨੇ ਜਿਨ੍ਹਾਂ ਦੇ ਵਿੱਚ ਅਸੀਂ ਟਰਾਈ ਕਰ ਸਕਦੇ ਹਾਂ? ਕੋਈ ਗਿਣਤੀ ਹੈ ਕੰਪਨੀਜ਼ ਦੀ? ਕੰਪਨੀਆਂ ਤਾਂ ਬਹੁਤ ਨੇ, ਉਹ ਤਾਂ ਤੁਹਾਨੂੰ ਸੋਚਣਾ ਚਾਹੀਦਾ ਤੁਸੀਂ ਕਿ ਕਿਹੜੀ ਕੰਪਨੀ ਦੇ ਕੈਪੇਬਿਲਿਟੀ ਹੈ ਕਿ ਤੁਹਾਡੇ ਕੋਲ। ਤਾਂ ਮੋਸਟਲੀ ਕੰਪਨੀ ਜਿਹੜੀ MNC ਕੰਪਨੀਜ਼ ਨੇ, ਜਿਵੇਂ ਗੂਗਲ, ਫੈਂਗ ਤਾਂ ਹੈ, ਹਰ ਜਗ੍ਹਾ ਆਫਿਸਿਸ ਨੇ ਇਹਨਾਂ ਦੇ, ਤਾਂ ਮਲਟੀਪਲ ਲੋਕੇਸ਼ਨਸ ਹੈਗੀਆਂ ਨੇ। ਤੇ ਇਸ ਤੋਂ ਇਲਾਵਾ ਨੋਰਮਲ ਕੰਪਨੀਜ਼ ਅਗਰ ਦੇਖੀਏ ਤਾਂ ਮਿਡ MNCs ਵੀ ਹੈਗੀਆਂ ਨੇ, ਜਿਵੇਂ ਸਟਰਲਾਈਟ ਹੋ ਗਈ ਜਾਂ ਫਿਰ F5 ਨੈਟਵਰਕਸ ਹੋ ਗਈ ਸੋ ਜਾਂ ਦੋਸਤੋ, ਕੈਡੈਂਸ ਹੋ ਗਈ, ਤਾਂ ਇਸ ਤਰ੍ਹਾਂ ਦੀ ਕਾਫੀ ਕੰਪਨੀਜ਼ ਨੇ। ਸੋ ਇੰਡੀਆ ਦੇ ਵਿੱਚ, ਇੰਡੀਆ ਜੇ ਆਪਾਂ ਗੱਲ ਕਰੀਏ ਚਾਈਨਾ ਤੋਂ ਬਾਅਦ, ਇੰਡੀਆ ਦੇ ਵਿੱਚ ਹਜ਼ਾਰਾਂ ਲੱਖਾਂ ਕੰਪਨੀਆਂ ਨੇ ਜਿੱਥੇ ਕਿ ਵਰਲਡ ਦੀ ਸਭ ਤੋਂ ਜ਼ਿਆਦਾ ਡਿਵੈਲਪਮੈਂਟ ਤੇ ਟੈਸਟਿੰਗ ਹੁੰਦੀ ਹੈ। ਮੈਨੂਫੈਕਚਰਿੰਗ ਚਾਈਨਾ, ਕੋਰੀਆ, ਤਾਇਵਾਨ ਦੇ ਵਿੱਚ ਹੁੰਦੀ ਹੈ। ਇੰਡੀਆ ਦੇ ਵਿੱਚ ਜਿਹੜੀ ਹੈਗੀ ਆ ਡਿਵੈਲਪਮੈਂਟ ਤੇ ਟੈਸਟਿੰਗ ਦੋਨੋਂ ਇੰਡੀਆ ਦੇ ਵਿੱਚ ਬਹੁਤ ਹੀ ਲਾਰਜ ਸਕੇਲ ਤੇ ਹੁੰਦੀ ਹੈ। ਸੋ ਤੁਸੀਂ ਬੈਨੀਫਿਟ ਲੈ ਸਕਦੇ ਹੋ। 1-2 ਸਾਲ ਦੇ ਐਕਸਪੀਰੀਅੰਸ ਤੋਂ ਬਾਅਦ ਤੁਸੀਂ ਸੋਚ ਸਕਦੇ ਹੋ ਕਿ ਤੁਸੀਂ ਇੱਥੇ ਰਹਿਣਾ ਜਾਂ ਤੁਸੀਂ ਫੋਰਨ ਕੰਟਰੀ ਦੇ ਵਿੱਚ ਜਾਣਾ। ਸੋ ਦੋਸਤੋ, ਜੇ ਤੁਸੀਂ ਫੋਰਨ ਕੰਟਰੀ ਦੇ ਵਿੱਚ ਵੀ ਜੌਬ ਕਰਨੀ ਆ, ਤੁਸੀਂ ਇੰਡੀਆ ਦੇ ਵਿੱਚ 1-2 ਸਾਲ ਐਕਸਪੀਰੀਅੰਸ ਲੈਣ ਤੋਂ ਬਾਅਦ ਫਿਰ ਤੁਸੀਂ ਟਰਾਈ ਕਰੋਗੇ ਤਾਂ ਤੁਹਾਨੂੰ ਉੱਥੇ ਵੀ ਜ਼ਿਆਦਾ ਓਪਰਚੁਨਿਟੀਜ਼ ਮਿਲ ਸਕਦੀਆਂ ਨੇ। ਹੋ ਸਕਦਾ ਤੁਹਾਡਾ ਮਨ ਵੀ ਬਦਲ ਜਾਵੇ, ਤੁਸੀਂ ਇੰਡੀਆ ਦੇ ਵਿੱਚ ਹੀ ਜੌਬ ਕਰਨਾ ਪ੍ਰੈਫਰ ਕਰੋ। ਸੋ ਧੀਰਜ ਜੀ, ਤੁਸੀਂ ਸਾਨੂੰ ਟਾਈਮ ਦਿੱਤਾ ਆਪਣਾ ਬਹੁਤ ਕੀਮਤੀ, ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਦੋਸਤੋ, ਮੈਂ ਤੁਹਾਨੂੰ ਦੱਸ ਦੇਵਾਂ, ਧੀਰਜ ਰਿਵਰਸ ਇੰਜੀਨੀਅਰ ਨੇ। ਇਹ ਜਿਹੜੀ ਬਾਈਨਰੀ ਹੈਗੀ ਉਹਦੇ ਵਿੱਚੋਂ ਸਿੰਬਲਸ ਕੱਢ ਕੇ ਉਹਨੂੰ ਕਰੈਕ ਕਰ ਲੈਂਦੇ ਨੇ। ਤੇ ਇਹਨਾਂ ਦਾ ਜਿਹੜੀ ਹੁਣ ਤੱਕ ਇਹਨਾਂ ਨੇ ਬਹੁਤ ਸਾਰੀਆਂ MNC ਤੇ ਸਟਾਰਟਅਪ ਕੰਪਨੀਜ਼ ਦੇ ਵਿੱਚ ਜਿਹੜਾ ਹੈਗਾ ਉਹ ਕੰਮ ਕੀਤਾ, ਤੇ ਈਵਨ ਕਿ ਫ੍ਰੀਲੈਂਸਿੰਗ ਵੀ ਕਰਦੇ ਨੇ। ਸੋ ਧੀਰਜ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਨੂੰ ਪਤਾ ਤੁਸੀਂ ਕਿੰਨੇ ਬਿਜ਼ੀ ਹੁੰਨੇ ਹੋ। ਦੋਸਤੋ, ਇਸ ਦੇ ਨਾਲ ਨਾਲ ਧੀਰਜ ਇੱਕ ਬਹੁਤ ਵਧੀਆ ਕੰਮ ਕਰ ਰਹੇ ਨੇ। ਇਹਨਾਂ ਨੇ ਆਪਣਾ ਇੱਕ YouTube ਚੈਨਲ ਬਣਾਇਆ ਹੋਇਆ, ਜਿਸ ਦੇ ਵਿੱਚ ਕਿ CCNA ਨੈਟਵਰਕਿੰਗ ਆਪਣੀ ਫੀਲਡ ਦੀ ਟ੍ਰੇਨਿੰਗ ਦਿੰਦੇ ਨੇ, ਸੌਫਟਵੇਅਰ ਡਿਵੈਲਪਮੈਂਟ ਬਾਰੇ ਵੀ ਦੱਸਦੇ ਨੇ। ਮੈਂ ਇਹਨਾਂ ਦੇ ਚੈਨਲ ਦਾ ਲਿੰਕ ਹੈਗਾ ਜਿਹੜਾ ਆਪਣੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਪਾਇਆ ਹੋਇਆ, ਤੁਸੀਂ ਉਸ ਤੇ ਕਲਿੱਕ ਕਰਕੇ ਇਹਨਾਂ ਦੇ ਚੈਨਲ ਤੇ ਜਾ ਕੇ ਉਹ ਜਿਹੜੀ ਪੂਰੀ ਇਹਨਾਂ ਦੀ ਪਲੇਲਿਸਟ ਹੈਗੀ ਆ ਉਹ ਵਾਚ ਕਰ ਸਕਦੇ ਹੋ। ਸੋ ਜੇ ਤੁਹਾਨੂੰ ਕੋਈ ਕੁਐਸਚਨ ਵੀ ਹੋਵੇ, ਲਾਈਕ ਤੁਸੀਂ ਕਿਵੇਂ ਇੰਡਸਟਰੀ ਦੇ ਵਿੱਚ ਜੌਬ ਲੈਣੀ ਆ, ਬੇਸਿਕਲੀ ਧੀਰਜ ਨੇ ਹੁਣ ਕਾਫੀ ਅੱਛਾ ਐਕਸਪਲੇਨ ਕਰਤਾ, ਬਟ ਸਟਿਲ ਜੇ ਤੁਹਾਨੂੰ ਕੋਈ ਕੁਐਸਚਨ ਹੋਵੇ ਵੀਡੀਓ ਦੇ ਰਿਗਾਰਡਿੰਗ, ਜਾਂ ਤੁਸੀਂ ਸਾਨੂੰ ਕੋਈ ਸੁਜੈਸ਼ਨ ਦੇਣਾ ਚਾਹੁੰਦੇ ਹੋ, ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਜ਼ਰੂਰ ਸਾਨੂੰ ਲਿਖਣਾ ਨਾ ਭੁੱਲਿਓ। ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਅੱਗੇ ਵੀ ਜਿਹੜੀਆਂ ਵੀਡੀਓਜ਼ ਆਉਣਗੀਆਂ ਤੁਸੀਂ ਸਾਰਿਆਂ ਤੋਂ ਪਹਿਲਾਂ ਉਸ ਨੂੰ ਵਾਚ ਕਰ ਸਕੋ। ਤੇ ਸਾਨੂੰ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ, ਤਾਂ ਅਸੀਂ ਤੁਹਾਡੇ ਲਈ ਵਧੀਆ ਵਧੀਆ ਕੰਟੈਂਟ ਹੈ ਜਿਹੜਾ ਵੀਡੀਓਜ਼ ਲੈ ਕੇ ਆਉਂਦੇ ਰਹੀਏ। ਸੋ ਧੀਰਜ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਤੁਹਾਡਾ ਸਾਰੇ ਦੋਸਤਾਂ ਦਾ ਵੀ ਬਹੁਤ ਬਹੁਤ ਧੰਨਵਾਦ। ਥੈਂਕ ਯੂ।